ਉਪਰੀ ਨਜ਼ਰ ਨਾਲ ਇਸ ਨੂੰ ਝਾਤ ਜੀ ਮਾਰੀਏ ਨਾ ਜੀ ਤੇ ਇੰਜ ਜਾਪਦਾ ਹੈ ਕਿ ਜਿਵੇਂ ਕਿਸਾਨ ਅੰਦੋਲਨ ਮੱਠਾ ਪੈ ਗਿਆ ਹੋਵੇ ਤੇ ਸਿਰਫ ਇੱਕ ਸਰਕਾਰ ਨੂੰ ਇੱਕ ਰਾਹਤ ਜੀ ਫॉर द ਟਾਈਮ ਬੀਇੰਗ ਜਿਹੜੀ ਆ ਮਿਲੀ ਹੋਈ। ਸਰਕਾਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਸਾਨ ਜਿਹੜਾ ਅੰਦੋਲਨ ਜਿਹੜਾ ਮੱਠਾ ਪੈ ਗਿਆ ਉਹ ਸਿਰਫ ਇੱਕ ਪੈਰ ਪਿੱਛੇ ਨੂੰ ਪੱਟਿਆ ਉਹਨਾਂ ਨੇ, ਜਾਣੀ ਕਿ ਹੋਰ ਸਪੀਡ ਫੜਨਗੇ। ਰਕੇਸ਼ ਟਕੈਤ ਆਖਦੇ ਨੇ ਸਰਕਾਰ ਛੇਤੀ ਮੰਨਣ ਵਾਲੀ ਨਹੀਂ ਜੀ, ਆਪਣੇ ਟਰੈਕਟਰ ਤਿਆਰ ਕਰ ਲਓ। ਕੁੰਵਰ ਵਿਜੇ ਪ੍ਰਤਾਪ ਇਹ ਕਹਿੰਦੇ ਨੇ ਕਿ ਜਿਹੜੀ ਮੈਂ ਜਾਂਚ ਕੀਤੀ ਹੋਈ ਸੀ ਉਹ 2.5 ਸਾਲ ਜਿਹੜੀ ਹੈ ਉਹ ਸਰਕਾਰੀ ਅਧਿਕਾਰੀਆਂ ਦੇ ਟੇਬਲ ਤੇ ਪਈ ਰਹੀ ਹੈ। ਸਰਕਾਰੀ ਅਧਿਕਾਰੀਆਂ ਨੇ ਉਸ ਦੇ ਜਵਾਬ ਜਿਹੜੇ ਸੀ ਅਦਾਲਤ ਵਿੱਚ ਜਾ ਕੇ ਦੇਣੇ ਸੀ, ਉਸ ਗੱਲ ਤੇ ਬਹਿਸ ਕਰਨੀ ਸੀ। ਬਿਲਕੁਲ। ਤੇ ਐਡਵੋਕੇਟ ਜਨਰਲ ਜਿਹੜੇ ਨੇ ਉਹ ਬੋਲੇ ਤੱਕ ਨਹੀਂ। ਜੋਤ ਸਿੱਧੂ ਕੁਝ ਦਿਨ ਪਹਿਲਾਂ ਤੱਕ ਲੱਗਦਾ ਸੀ ਕਿ ਕੋਈ ਨਾ ਕੋਈ ਅਹੁਦਾ ਲੈ ਕੇ ਚੁੱਪ ਕਰ ਜਾਣਗੇ, ਪਰ ਉਹਨਾਂ ਨੇ ਅਹੁਦੇ ਤੇ ਹੁਣ ਲੱਗਦਾ ਹੈ ਕਿ ਚੁੱਪ ਨਹੀਂ ਕਰਨਾ। ਉਹ ਕੋਈ ਨਾ ਕੋਈ ਠੋਸ ਗੱਲ ਲੈ ਕੇ ਮੁੜਨਗੇ ਤੇ ਜਾਂ ਕਾਂਗਰਸ ਵਿੱਚ ਉਹਨਾਂ ਦੀ ਛੁੱਟੀ ਹੋਣੀ। ਕਾਂਗਰਸ ਨੇ ਇਹੋ ਜਿਹੇ ਵਿਅਕਤੀਆਂ ਨੂੰ ਵੀ ਸ਼ਾਮਲ ਕਰ ਲਿਆ ਜਿਨ੍ਹਾਂ ਦੇ ਬਾਰੇ ਉਹ ਕਦੀ ਸੋਚ ਵੀ ਨਹੀਂ ਸਕਦੇ। ਹੁਣ ਇਹ ਰਾਜਨੀਤੀ ਖੇਡ ਹੀ ਇਸੇ ਤਰ੍ਹਾਂ ਦੀ ਬਣ ਗਈ। ਮੇਲਾ ਜਿਹੜਾ ਚੋਣਾਂ ਦਾ ਲੱਗ ਗਿਆ ਤੇ ਦੁਕਾਨਾਂ ਸਜਣ ਲੱਗ ਗਈਆਂ ਨੇ। ਆਮ ਲੋਕਾਂ ਨੂੰ ਇਹ ਸਮਝਣਾ ਪਵੇਗਾ ਕਿ ਇਹ ਲੋਕ ਤੁਹਾਨੂੰ ਜਾਤੀ ਦਾ, ਧਰਮ ਦਾ ਤੇ ਪਤਾ ਨਹੀਂ ਕੀ ਛਲਾਵਾ ਦੇ ਕੇ ਵੋਟਾਂ ਲੈਂਦੇ ਨੇ ਤੇ ਬਾਅਦ ਵਿੱਚ ਤੁਹਾਡੀ ਗੱਲ ਨਹੀਂ ਜੇ ਸੁਣਦੇ। ਸਵਾਗਤ ਹੈ ਤੁਹਾਡਾ ਸਭ ਦਾ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਫਿਰ ਇੱਕ ਵਾਰ ਹਾਜ਼ਰ ਹਾਂ ਤੁਹਾਡੇ ਲਈ ਲੈ ਕੇ ਪ੍ਰੋਗਰਾਮ ਵਿਚਾਰ ਚਰਚਾ। ਇਸ ਪ੍ਰੋਗਰਾਮ ਵਿੱਚ ਅਸੀਂ ਚਲੰਤ ਮਾਮਲਿਆਂ ਤੇ ਗੱਲ ਕਰਦੇ ਹਾਂ ਜਾਂ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੇ ਹਾਂ। ਇਸ ਪ੍ਰੋਗਰਾਮ ਵਿੱਚ ਅੱਜ ਅਸੀਂ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੀ ਤੇ ਇਸ ਦੇ ਨਾਲ ਗੱਲ ਕਰਾਂਗੇ ਕਿ ਰਾਜਨੇਤਾਵਾਂ ਦੇ ਨਾਲੋਂ ਵੀ ਜਿਹੜੇ ਚੋਣ ਨੀਤੀ ਘਾੜੇ ਨੇ ਉਹ ਜ਼ਿਆਦਾ ਚਰਚਾ 'ਚ ਰਹਿੰਦੇ ਨੇ। ਪੰਜਾਬ ਦੇ ਇੱਕ ਗੈਂਗਸਟਰ ਦੀ ਮੌਤ ਦਾ ਮਾਮਲਾ ਵੀ ਹੈ, ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਕੁਝ ਨੌਕਰੀਆਂ ਦੀ ਗੱਲ ਹੈ ਤੇ ਕੁਝ ਹੋਰ ਮੁੱਦੇ ਵਿਚਾਰੇ ਜਾਣਗੇ। ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਨੇ ਸਰਦਾਰ ਕੁਲਦੀਪ ਸਿੰਘ ਜੀ ਹੀਰ। ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਸਾਹਿਬ ਕੀ ਹਾਲ ਚਾਲ ਨੇ? ਬਿਲਕੁਲ ਠੀਕ ਹੈ ਜੀ। ਪੰਜਾਬ ਕਾਂਗਰਸ 'ਚ ਤੁਸੀਂ ਕੀ ਕੁਝ ਕਰਾਈ ਜਾਂਦੇ ਆ ਉਹਦੀ ਅਸੀਂ ਗੱਲ ਕਰਨ ਤੋਂ ਪਹਿਲਾਂ ਇੱਕ ਵਾਰ ਫੇਰ ਤੋਂ ਗੱਲ ਕਰੀਏ ਕਿ ਕਿਸਾਨ ਅੰਦੋਲਨ 'ਚ ਕੀ ਹੋ ਰਿਹਾ। ਕਿਸਾਨ ਅੰਦੋਲਨ ਅੰਮ੍ਰਿਤ ਜੀ ਇਸ ਤਰ੍ਹਾਂ ਹੈ ਕਿ ਚੱਲ ਰਿਹਾ ਲੰਬੇ ਸਮੇਂ ਤੋਂ ਜੀ। ਉਪਰੀ ਨਜ਼ਰ ਨਾਲ ਇਸ ਨੂੰ ਝਾਤ ਜੀ ਮਾਰੀਏ ਨਾ ਜੀ ਤੇ ਇੰਜ ਜਾਪਦਾ ਹੈ ਕਿ ਜਿਵੇਂ ਕਿਸਾਨ ਅੰਦੋਲਨ ਮੱਠਾ ਪੈ ਗਿਆ ਹੋਵੇ ਜੀ। ਪਰ ਇਹ ਜਿਵੇਂ ਕਹਿ ਲਓ ਕਿ ਵਕਤੀ ਤੌਰ ਤੇ ਗਰਮੀ ਦਾ ਮੌਸਮ ਹੈ, ਕਿਸਾਨ ਕੁਝ ਰੁਝੇਵਿਆਂ ਦੇ ਵਿੱਚ ਵੀ ਹਨ। ਇਹ ਸਿਰਫ ਇੱਕ ਸਰਕਾਰ ਨੂੰ ਇੱਕ ਰਾਹਤ ਜਿਹੀ ਫॉर द ਟਾਈਮ ਬੀਇੰਗ ਜਿਹੜੀ ਆ ਮਿਲੀ ਹੋਈ ਹੈ ਜੀ। ਤੇ ਸਰਕਾਰ ਆਪਣੀਆਂ ਚਾਲਾਂ ਚੱਲਦੀ ਜਾ ਰਹੀ ਹੈ। ਸਿੰਘੂ ਬਾਰਡਰ ਤੋਂ ਖਬਰ ਆਈ ਸੀ ਕਿ ਉੱਥੇ ਕੁਝ ਸਥਾਨਕ ਲੋਕਾਂ ਨੇ ਜਿਹੜਾ ਸੀ ਕਿਸਾਨਾਂ ਨਾਲ ਥੋੜੀ ਖਹਿਬਾਜ਼ੀ ਸ਼ੁਰੂ ਕੀਤੀ ਜੀ ਕਿ ਤੁਸੀਂ ਰਸਤੇ ਖਾਲੀ ਕਰ ਦਿਓ। ਪਹਿਲਾਂ ਵੀ ਹੋਈ ਸੀ ਜੀ। ਕਿੱਥੋਂ ਤੱਕ ਪਹੁੰਚੇਗੀ ਇਹ ਤਾਂ ਸਰਕਾਰ ਜਾਣਦੀ ਹੈ। ਤੇ ਕੌਣ ਉਹ ਵਿਅਕਤੀ ਸਨ ਜਾਂ ਵਾਕਈ ਸਥਾਨਕ ਲੋਕ ਸਨ ਜੀ। ਤੇ ਵਾਕਿਆ ਹੀ ਉਹਨਾਂ ਦੀ ਮਨਸ਼ਾ ਇਹੋ ਸੀ ਵੀ ਰਸਤੇ ਖਾਲੀ ਕਰਾਉਣੇ ਜਾਂ ਮਨਸ਼ਾ ਕੋਈ ਹੋਰ ਵੀ ਸੀ? ਕਿਉਂਕਿ ਕਿਸਾਨਾਂ ਨੇ ਅੱਜ ਤੱਕ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉੱਥੇ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਤਕਲੀਫ ਨਾ ਆਵੇ। ਮੱਥਾ ਤਾਂ ਸਰਕਾਰ ਨਾਲ ਲੱਗਾ ਹੋਇਆ ਜੀ। ਖੇਤੀ ਕਾਨੂੰਨਾਂ ਦੀ ਗੱਲ ਹੈ। ਸਰਕਾਰ ਪੇਸ਼ਕਸ਼ ਦਿੰਦੀ ਹੈ ਗੱਲਬਾਤ ਦੀ, ਤੇ ਉਹ ਗੱਲਬਾਤ ਦੀ ਪੇਸ਼ਕਸ਼ ਇਹੋ ਜਿਹੀ ਹੁੰਦੀ ਹੈ ਵੀ ਫਿਰ ਬੰਦਾ ਕਹਿੰਦਾ ਵੀ ਮੈਂ ਕਰਨ ਕੀ ਜਾਣਾ ਉੱਥੇ ਜੇ ਉੱਥੇ ਇਹ ਗੱਲ ਨਹੀਂ ਕਰਨੀ। ਜੇ ਉਹਨੂੰ ਪੰਜਾਬੀ 'ਚ ਕਹੀਏ ਤਾਂ ਦੋਗਲੀ ਜੀ ਪੇਸ਼ਕਸ਼ ਕਰਦੇ ਨੇ। ਦੋਗਲੀ ਜੀ ਬੀਤੇ ਦਿਨੀ ਤੋਮਰ ਸਾਹਿਬ ਨੇ ਕਿਹਾ ਕਿ ਗੱਲਬਾਤ ਲਈ ਅਸੀਂ ਤਿਆਰ ਹਾਂ ਪਰ ਕਾਨੂੰਨ ਰਿਪੀਲ ਜਿਹੜੇ ਉਹ ਨਹੀਂ ਹੋਣਗੇ। ਤੇ ਕੱਲ ਸੋਮ ਪ੍ਰਕਾਸ਼ ਜੀ ਜਿਹੜੇ ਉਸੇ ਮੀਟਿੰਗ ਦਾ ਹਿੱਸਾ ਰਹੇ ਨੇ, ਪੰਜਾਬ ਤੋਂ ਐਮਪੀ ਨੇ, ਉਹਨਾਂ ਨੇ ਕਿਹਾ ਕਿ ਅਸੀਂ ਬਿਨਾਂ ਸ਼ਰਤ ਮੀਟਿੰਗ ਲਈ ਤਿਆਰ ਹਾਂ। ਹੁਣ ਇਹਨਾਂ ਦੀ ਸਮਝ ਨਹੀਂ ਲੱਗਦੀ ਕਿ ਕੀ ਕਹਿ ਰਹੇ ਨੇ ਤੇ ਕੀ ਚਾਹ ਰਹੇ ਨੇ। ਆਮ ਤੌਰ ਤੇ ਕਾਲੇ ਸੁਭਾਅ ਦੇ ਕਰਕੇ ਜਾਣੇ ਜਾਂਦੇ ਨੇ ਪੰਜਾਬੀ ਜੀ, ਖਾਸ ਤੌਰ ਤੇ ਨੌਜਵਾਨੀ ਵਰਗ ਆ ਜਿਹੜਾ। ਬਿਲਕੁਲ ਜੀ। ਪੰਜਾਬ ਦੇ ਕੁਝ ਨੌਜਵਾਨ ਜਿਹੜੇ ਕਿਸਾਨ ਨੇ ਉਹ ਇਸ ਲੰਬੇ ਖਿੱਚੇ ਜਾ ਰਹੇ ਸੰਘਰਸ਼ ਤੋਂ ਥੋੜੇ ਜਿਹਾ ਹਤਾਸ਼ ਤੇ ਨਿਰਾਸ਼ ਨੇ। ਬਿਲਕੁਲ। ਉਹ ਥੋੜਾ ਜਿਹਾ ਦੇਖ ਰਿਹਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਗੱਲ ਇਸ ਤਰ੍ਹਾਂ ਮੁੱਕ ਜਾਣੀ ਹੈ ਜੀ, ਪਰ ਉਹ ਮੁੱਕੀ ਨਹੀਂ ਤੇ ਹੁਣ ਲੰਬੀ ਚੱਲ ਰਹੀ ਹੈ ਤੇ ਕੋਈ ਨਵੀਆਂ ਨੀਤੀਆਂ, ਨਵੇਂ ਤੌਰ ਤਰੀਕੇ, ਅੰਦੋਲਨ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਘੜਨੀਆਂ ਪੈ ਸਕਦੀਆਂ ਨੇ ਸਰਕਾਰਾਂ ਨੂੰ ਜੀ। ਬਿਜੌਲੀਆ ਰਾਜਸਥਾਨ ਦੇ ਵਿੱਚ ਇੱਕ ਅੰਗਰੇਜ਼ ਹਕੂਮਤ ਦੇ ਸਮੇਂ ਦੇ ਦੌਰਾਨ ਇੱਕ ਲੰਬਾ ਅੰਦੋਲਨ ਚੱਲਿਆ ਜੀ, ਜੋ ਤਕਰੀਬਨ ਜਿਹੜਾ ਸੀ 50 ਸਾਲ ਦੇ ਲਾਗੇ ਜਿਹੜਾ ਅੰਦੋਲਨ ਚੱਲਿਆ। ਅੱਛਾ ਜੀ। ਹਾਂਜੀ, 10,000 ਦੇ ਲਾਗੇ ਜਿਹੜੇ ਸੀ ਕਿਸਾਨ ਉਸ ਦੇ ਵਿੱਚ ਸ਼ਾਮਲ ਸਨ। ਮਾਫ ਕਰਨਾ, 50 ਨਹੀਂ, 44 ਸਾਲ, 44 years। ਅੱਛਾ ਜੀ। ਔਰ ਉਸ ਅੰਦੋਲਨ ਦੇ ਵਿੱਚ 1897 ਤੋਂ 1941 ਦੇ ਲਗਭਗ ਚੱਲਿਆ ਅੰਦੋਲਨ, ਜਿਸ ਵਿੱਚ ਕਿਸਾਨਾਂ ਤੋਂ ਕੁਝ ਖਾਸ ਕਿਸਮ ਦੇ ਜਿਹੜੇ ਕੋ ਵਸੂਲੀ ਕੀਤੀ ਜਾਂਦੀ ਸੀ
ਤੇ ਕੋਈ ਹੋਰ ਉਹਨਾਂ ਤੇ ਲਗਾਨ ਲਾ ਦਿੱਤੇ ਗਏ ਤੇ ਇਸ ਮੁੱਦਿਆਂ ਤੇ ਲੈ ਕੇ ਇੰਨਾ ਲੰਬਾ ਚੱਲਿਆ ਅੰਦੋਲਨ, ਅਖੀਰ ਫਿਰ ਸਰਕਾਰ ਨੂੰ ਇੱਕ ਜਿਹੜਾ ਸੀ ਅਧਿਕਾਰੀ ਵੱਡਾ ਨਿਯੁਕਤ ਕਰਨਾ ਪਿਆ। ਉਸਨੇ ਕੁਝ ਸਮਝੌਤਾ ਕਰਵਾ ਵੀ ਦਿੱਤਾ, ਪਰ ਉਸ ਸਮਝੌਤੇ ਦੀਆਂ ਕੁਝ ਸ਼ਰਤਾਂ ਬਾਅਦ ਵਿੱਚ, ਕਿਉਂਕਿ ਕਿਸਾਨ ਇੰਨੇ ਪੜ੍ਹੇ ਲਿਖੇ ਨਹੀਂ ਸਨ, ਉਹਨਾਂ ਤੱਕ ਜਦੋਂ ਆਈਆਂ ਸਾਹਮਣੇ ਤੇ ਫਿਰ ਉਸ ਦੇ ਵਿੱਚ ਕੁਝ ਨਾ ਨਿਕਲਿਆ। ਫਿਰ ਉਹ ਕਿਸਾਨ ਅੰਦੋਲਨ ਇਸ ਤਰ੍ਹਾਂ ਲੰਬਾ ਖਿੱਚਦਾ ਚਲਾ ਗਿਆ। ਹੁਣ ਇਸ ਤਰ੍ਹਾਂ ਦੀਆਂ ਉਦਾਹਰਨਾਂ ਹੋਰ ਵੀ ਕਈ ਨੇ। ਕੁਲਦੀਪ ਜੀ, ਮੈਂ ਇਹ ਗੱਲ ਇੱਕ ਵਾਰ ਦੁਬਾਰਾ ਦੱਸਣੀ ਚਾਹੁੰਦਾ ਦਰਸ਼ਕਾਂ ਨੂੰ ਕਿ ਇਤਿਹਾਸ 'ਚ ਅਜਿਹਾ ਸਮਾਂ ਵੀ ਆਇਆ ਜਦੋਂ 1897 ਤੋਂ ਲੈ ਕੇ 1941 ਤੱਕ, ਯਾਨੀ ਕਿ 44 ਸਾਲ ਇੱਕ ਅੰਦੋਲਨ ਚੱਲਦਾ ਰਿਹਾ। ਬਿਜੌਲੀਆ ਰਾਜਸਥਾਨ। ਬਿਲਕੁਲ ਜੀ। ਸੋ ਪੰਜਾਬ ਦੇ ਨੌਜਵਾਨਾਂ ਨੂੰ ਇਹ ਉਹਨਾਂ ਲਈ ਪਰਖ ਦੀ ਘੜੀ ਹੈ ਜੀ, ਪਰ ਲੱਗੇ ਵੀ ਹੋਏ ਨੇ। ਅਜਿਹੀ ਗੱਲ ਨਹੀਂ, ਕੰਮ ਵੀ ਨੌਜਵਾਨਾਂ ਨੇ ਕਰਨਾ ਹੈ। ਬਿਲਕੁਲ। ਕੰਮ ਦਾ ਜਿਹੜਾ ਕਿਸਾਨੀ ਦਾ ਕੰਮ ਹੈ, ਝੋਨੇ ਦੀ ਲਵਾਈ ਬਿਜਾਈ ਚੱਲ ਰਹੀ ਹੈ, ਇਸ ਦੀ ਸਾਂਭ ਸੰਭਾਲ ਵੀ ਹੋਣੀ ਹੈ। ਬਿਲਕੁਲ ਜੀ। ਤੇ ਮੌਸਮ ਨਾਲ, ਬਿਜਲੀ ਵਿਭਾਗ ਨਾਲ, ਸਰਕਾਰਾਂ ਨਾਲ, ਹਰ ਚੀਜ਼ ਨਾਲ ਮੱਥਾ ਲਾਉਣਾ ਹੈ ਤੇ ਉਹ ਨੌਜਵਾਨਾਂ ਨੇ ਕੰਮ ਕਰਨੇ ਨੇ ਖੇਤਾਂ ਵਿੱਚ। ਬਿਲਕੁਲ। ਤੇ ਉੱਥੇ ਸਿਆਣੇ ਜਿਹੜੇ ਨੇ, ਬਜ਼ੁਰਗ ਨੇ, ਉਹ ਵੀ ਬੈਠੇ ਹੋਏ ਨੇ ਤੇ ਨੌਜਵਾਨ ਤੇ ਨਾਲ ਹੈਗੇ ਹੀ ਨੇ। ਜੀ। ਹੁਣ ਸਮਾਂ ਸਾਰਿਆਂ ਨੇ ਕੱਢਣਾ ਹੈ ਤੇ ਉਹ ਕਿਵੇਂ ਨਿਕਲੇਗਾ ਇਹਦੇ ਕਿਸਾਨ ਜਾਣਦੇ ਨੇ ਜੀ। ਪਰ ਨਾਲ ਕਿਹੜੇ ਲੋਕ ਜਿਹੜੇ ਨੇ ਇਸ ਨੂੰ ਲਗਾਤਾਰ ਧੱਕਾ ਲਾਈ ਜਾ ਰਹੇ ਨੇ, ਸਾਡੇ ਕਿਸਾਨ ਆਗੂ ਨੇ, ਜਥੇਬੰਦੀਆਂ ਨੇ। ਇਸੇ ਤਰ੍ਹਾਂ ਸਿਰਸਾ ਦੇ ਵਿੱਚ ਦੁਸ਼ਯੰਤ ਚੌਟਾਲਾ ਜਿਹੜੇ ਸੀ, ਉਹ ਦੇਵੀ ਲਾਲ ਯੂਨੀਵਰਸਿਟੀ ਦੇ ਵਿੱਚ ਇੱਕ ਬੁੱਤ ਦਾ ਉਦਘਾਟਨ ਆਇਆ, ਜਿਹੜਾ ਕਿ ਤਾਊ ਦੇਵੀ ਲਾਲ ਦਾ, ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਦਾ ਬੁੱਤ ਸੀ। 18 ਫੁੱਟ ਉੱਚਾ ਬੁੱਤ ਜੀ। ਤਾਂਬੇ ਦਾ ਬੁੱਤ ਲੱਗਾ ਉਹ, ਉਸ ਦੀ ਘੁੰਡ ਚਕਾਈ ਉਹ ਕਰਨ ਵਾਸਤੇ ਆਏ ਹੋਏ ਸਨ ਜੀ। ਤੇ ਕਿਸਾਨਾਂ ਨੂੰ ਪਤਾ ਲੱਗ ਗਿਆ ਤੇ ਕਿਸਾਨਾਂ ਨੇ ਯੂਨੀਵਰਸਿਟੀ ਦੇ ਦੋਵੇਂ ਗੇਟ ਘੇਰ ਲਏ। ਜੀ। ਫਿਰ ਉੱਥੇ ਪੁਲਿਸ ਇੰਨੀ ਬੁਲਾ ਲਈ ਗਈ ਕਿ ਕਿਸਾਨਾਂ ਨੂੰ ਉੱਥੋਂ ਖਦੇੜ ਕੇ ਤੇ ਫਿਰ ਚੌਟਾਲਾ ਸਾਹਿਬ ਅੰਦਰ ਆਏ ਤੇ ਅੰਦਰ ਆ ਕੇ ਉਦਘਾਟਨ ਤਾਂ ਉਹਨਾਂ ਨੇ ਕੀਤਾ ਤੇ ਨਾਲ ਦੀ ਨਾਲ ਇਹ ਮੁੱਦਾ ਖੜਾ ਕਰ ਦਿੱਤਾ। ਕਹਿੰਦੇ ਜੀ, ਜਿਹੜੇ ਤਾਊ ਦੇਵੀ ਲਾਲ ਨੂੰ ਦੇ ਬੁੱਤ ਦੇ ਉਦਘਾਟਨ ਦੇ ਮੌਕੇ ਉਹਨਾਂ ਦੀ ਜਿਹੜੀ ਬੇਇੱਜ਼ਤੀ ਕਰ ਰਹੇ ਨੇ, ਕਿਸਾਨ ਨਹੀਂ ਹੋ ਸਕਦੇ, ਪਤਾ ਨਹੀਂ ਕੌਣ ਲੋਕ ਨੇ, ਰਾਜਨੀਤਿਕ ਲੋਕ ਨੇ। ਜੀ। ਫਿਰ ਬੋਲੀ ਹੋਈ। ਹੁਣ ਉੱਥੇ ਵੀ ਕਿਸਾਨ ਜਿਹੜੇ ਸੀ ਉਹ ਪਿੱਛੇ ਹਟੇ ਨਹੀਂ। ਕਿਸਾਨਾਂ ਨੇ ਪੂਰੀ ਵਾਹ ਲਾਈ ਆਪਣੀ ਤੇ ਇੱਕ ਪੁਲਿਸ ਅਧਿਕਾਰੀ ਤੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਸਾਨੂੰ ਗੰਦਮੰਦ ਬਕਿਆ, ਗਾਲਾਂ ਕੱਢੀਆਂ ਨੇ। ਉਸ ਪੁਲਿਸ ਅਧਿਕਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਤੇ ਕਿਸਾਨਾਂ ਨੇ ਮਿਨੀ ਸੈਕਟਰੀਏਟ ਦੇ ਅੱਗੇ ਧਰਨਾ ਲਾ ਦਿੱਤਾ ਕਿ ਜਿੰਨੀ ਦੇਰ ਤੱਕ ਉਹ ਸਾਡੇ ਤੋਂ ਆ ਕੇ ਮਾਫੀ ਨਹੀਂ ਮੰਗਦਾ ਸੀ, ਧਰਨਾ ਚੁੱਕਣ ਵਾਲੇ ਨਹੀਂ। ਜੀ। ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ। ਰਕੇਸ਼ ਟਕੈਤ ਆਖਦੇ ਨੇ, ਉਹਨਾਂ ਨੇ ਗੱਲ ਬੜੀ ਇੰਟਰਸਟਿੰਗ ਆਖੀ ਹੈ। ਉਹ ਕਹਿੰਦੇ ਨੇ ਕਿ ਸਰਕਾਰ ਛੇਤੀ ਮੰਨਣ ਵਾਲੀ ਨਹੀਂ ਜੀ। ਆਪਣੇ ਟਰੈਕਟਰ ਤਿਆਰ ਕਰ ਲਓ। ਅੱਛਾ ਜੀ। ਇਹ ਹੁਣ ਉਹਨਾਂ ਨੂੰ ਪਤਾ ਨਹੀਂ ਕੀ ਕਰਨਾ ਟਰੈਕਟਰਾਂ ਦੇ ਨਾਲ। ਉਹ ਥਾਂ ਜਾ ਰਹੇ ਨੇ, ਇਸ ਵੇਲੇ ਘੁੰਮ ਫਿਰ ਰਹੇ ਨੇ, ਯੂਪੀ ਦੇ ਵਿੱਚ, ਹਰਿਆਣੇ ਦੇ ਵਿੱਚ, ਹਰ ਜਗ੍ਹਾ ਜਾ ਰਹੇ ਨੇ। ਜੀ। ਉਹਨਾਂ ਨੇ ਗੱਲ ਆਖੀ ਹੈ ਕਿ ਇਹ ਮੰਨਣ ਵਾਲੇ ਨਹੀਂ ਤੇ ਅਸੀਂ ਇਹਨਾਂ ਨੂੰ ਕਿਸੇ ਨਾ ਕਿਸੇ ਗੱਲ ਤੇ ਲਿਆਉਣਾ ਹੈ ਤੇ ਸਰਕਾਰ, ਉਹਨਾਂ ਨੇ ਗੱਲ ਜਿਹੜੀ ਆਖੀ ਹੈ ਕਿ ਮੰਨਣ ਵਾਲੇ ਨਹੀਂ, ਉਹਨਾਂ ਨੂੰ ਵੀ ਲੱਗਦਾ ਕਿ ਲੰਬਾ ਖਿੱਚੇਗਾ ਅਜੇ ਵੀ। ਜੀ। ਕਿਸਾਨਾਂ ਨੇ ਪ੍ਰਬੰਧ ਲੰਬੇ ਕਰ ਲਏ ਨੇ। ਪੰਜਾਬ ਦੇ ਵਿੱਚ ਵੀ ਪੂਰੇ ਜ਼ੋਰ ਨਾਲ ਕਿਸਾਨ ਲੱਗੇ ਹੋਏ ਨੇ। ਹਰ ਪਾਰਟੀ ਦਾ ਵਿਰੋਧ ਹੋ ਰਿਹਾ, ਹਰ ਜਗ੍ਹਾ ਤੇ ਹੋ ਰਿਹਾ। ਔਰ ਇਹ ਪੰਜਾਬ ਦੇ ਵਿੱਚ ਜਿਉਂ-ਜਿਉਂ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ, ਕਿਸਾਨੀ ਦਾ ਮੁੱਦਾ ਜਿਹੜਾ ਹੈ, ਬੇਸ਼ੱਕ ਲੱਖ ਕੋਸ਼ਿਸ਼ਾਂ ਕੀਤੀਆਂ ਹੋਣ ਬੀਜੇਪੀ ਨੇ ਜਾਂ ਹੋਰਨਾਂ ਪਾਰਟੀਆਂ ਨੇ ਵੀ ਕਿਸੇ ਤਰ੍ਹਾਂ ਭੁੱਲ ਭੁਲਾ ਜਾਵੇ ਜਾਂ ਇਸ ਤੋਂ ਲੋਕ ਜਿਹੜਾ ਸੀ ਪਾਸਾ ਵੱਟ ਲੈਣ, ਪਾਸਾ ਮੋੜ ਲੈਣ, ਉਹ ਹੁੰਦਾ ਜਾਪਦਾ ਨਹੀਂ। ਕਿਸਾਨੀ ਅੰਦੋਲਨ ਚੱਲੇਗਾ ਤੇ ਕਿਸਾਨ ਜਿਗਰੇ ਨਾਲ ਲੱਗੇ ਹੋਏ ਨੇ ਤੇ ਕਿਸਾਨ ਦਾ ਜਿਗਰਾ ਜੇਰਾ ਬਹੁਤ ਵੱਡਾ ਹੁੰਦਾ, ਇਸ ਵਿੱਚ ਕੋਈ ਸ਼ੱਕ ਨਹੀਂ। ਸੋ ਸਰਕਾਰ ਨੂੰ ਆਪਣੀ ਤਿਆਰੀ ਕਰ ਲੈਣੀ ਚਾਹੀਦੀ ਹੈ। ਰਕੇਸ਼ ਟਕੈਤ ਨੇ ਟਰੈਕਟਰਾਂ ਦੀ ਗੱਲ ਕੀਤੀ ਹੈ ਤੇ ਅੱਗੇ ਤੇ ਲਾਲ ਕਿਲੇ ਤੱਕ ਸੀ ਤੇ ਹੁਣ ਪਤਾ ਨਹੀਂ ਕਿੱਥੇ ਤੱਕ ਇਹ ਗੱਲ ਜਾਵੇਗੀ। ਤੇ ਸਰਕਾਰ ਦੀਆਂ ਚਾਲਾਂ ਤੋਂ ਕਿਸਾਨ ਸਾਵਧਾਨ ਰਹਿਣ ਤੇ ਇੱਕ ਨਾ ਇੱਕ ਦਿਨ ਜ਼ਰੂਰ ਕਾਮਯਾਬੀ ਜਿਹੜੀ ਆ ਆਪਣੇ ਮਿਸ਼ਨ ਦੇ ਵਿੱਚ ਮਿਲੇਗੀ। ਬਿਲਕੁਲ। ਗੱਲਬਾਤ ਇਸ ਗੱਲ ਦੀ ਵੀ ਬਹੁਤ ਵਾਰ ਸੁਣੀ ਆ ਕਿ ਯੂਪੀ ਦੀਆਂ ਤੇ ਪੰਜਾਬ ਦੀਆਂ ਇਲੈਕਸ਼ਨ ਕਿਉਂਕਿ ਆ ਰਹੀਆਂ, ਇਸ ਕਰਕੇ ਸਰਕਾਰ ਇਸ ਇਲੈਕਸ਼ਨ ਨੂੰ, ਇਸ ਅੰਦੋਲਨ ਨੂੰ ਥੋੜਾ ਹੋਰ ਖਿੱਚ ਕੇ ਤੇ ਇਲੈਕਸ਼ਨ ਦੇ ਨੇੜੇ ਜਾ ਕੇ ਮੁਕਾਉਣਾ ਚਾਹੁੰਦੀ ਹੈ। ਇਹ ਵੀ ਗੱਲ ਹੈ ਕਮਰਤ ਜੀ ਕਿ ਰਕੇਸ਼ ਟਕੈਤ ਨੇ ਇੱਕ ਦੋ ਗੱਲਾਂ ਹੋਰ ਰੱਖੀਆਂ ਜੀ। ਉਹਨਾਂ ਕਿਹਾ ਕਿ ਕਈ ਸੂਬਾ ਸਰਕਾਰਾਂ ਸਾਨੂੰ ਅੰਦਰੂਨੀ ਤੌਰ ਤੇ ਸਹਿਯੋਗ ਦੇ ਰਹੀਆਂ ਨੇ ਜੀ। ਉਹ ਮਿਲੇ ਵੀ ਨੇ ਕਈਆਂ ਨੂੰ। ਬਿਲਕੁਲ। ਉਹਨਾਂ ਨੇ ਕਿਹਾ ਕਿ MK ਸਟਾਲਿਨ ਜਿਹੜਾ ਨਵਾਂ ਮੁੱਖ ਮੰਤਰੀ ਬਣਿਆ, ਉਹਨੇ ਮੋਦੀ ਨੂੰ ਚਿੱਠੀ ਲਿਖੀ ਕਿ ਕਾਨੂੰਨ ਖਤਮ ਕਰੋ ਭਾਈ। ਬਿਲਕੁਲ। ਮਹਾਰਾਸ਼ਟਰ ਸਰਕਾਰ ਕਹਿੰਦੇ ਆਪਣੇ ਤੌਰ ਤੇ ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਵਾਸਤੇ ਜਿਹੜਾ ਉਹ ਕੰਮ ਕਰ ਰਹੀ ਹੈ। ਬਿਲਕੁਲ। ਤੇ ਮਮਤਾ ਬੈਨਰਜੀ ਨੂੰ ਹੁਣ ਪਹਿਲਾਂ ਮਿਲ ਚੁੱਕੇ ਨੇ ਜੀ। ਪੰਜਾਬ ਸਰਕਾਰ ਆਪਣਾ ਇਰਾਦਾ ਪਹਿਲਾਂ ਜ਼ਾਹਰ ਕਰ ਚੁੱਕੀ ਹੈ। ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਨੌਨ BJP ਗਵਰਨਮੈਂਟਸ ਜਿੱਥੇ ਵੀ ਹਨ ਉਹ ਸਾਡਾ ਸਹਿਯੋਗ ਕਰੇ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਲੋਕਤੰਤਰਿਕ ਪ੍ਰਕਿਰਿਆਵਾਂ ਦਾ ਸਨਮਾਨ ਕਰਦੇ ਹੋਏ ਕਿਸਾਨਾਂ ਨਾਲ ਗੱਲਬਾਤ ਜਿਹੜੀ ਹੈ ਚੰਗੀ ਤਰ੍ਹਾਂ ਸ਼ੁਰੂ ਕੀਤੀ ਜਾਵੇ। ਇਹ ਸ਼ਰਤਾਂ ਰੱਖਣ ਦੀ ਕੋਈ ਲੋੜ ਨਹੀਂ। ਤੁਹਾਡੇ ਕਹਿਣ ਦਾ ਅਰਥ ਇਹ ਆ ਕਿ ਸਰਕਾਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕਿਸਾਨ ਜਿਹੜਾ ਅੰਦੋਲਨ ਜਿਹੜਾ ਮੱਠਾ ਪੈ ਗਿਆ ਉਹ ਸਿਰਫ ਇੱਕ ਪੈਰ ਪਿੱਛੇ ਨੂੰ ਪੱਟਿਆ, ਉਹਨਾਂ ਨੇ ਜਾਣੀ ਕਿ ਹੋਰ ਸਪੀਡ ਫੜਨਗੇ। ਬਿਲਕੁਲ ਫੜਨਗੇ ਜੀ। ਤੇ ਜਿੰਨਾ ਸਮਾਂ ਹੋ ਗਿਆ ਹੁਣ ਪਿੱਛੇ ਪੈਰ ਕਿਸੇ ਪਾਸੇ ਤੋਂ ਵੀ ਨਹੀਂ ਪੱਟਿਆ ਜਾਣਾ, ਇਹਦਾ ਇੱਕ ਸਨਮਾਨਜਨਕ ਹੱਲ ਹੀ ਨਿਕਲੇਗਾ। ਕੁਲਦੀਪ ਜੀ, ਜੇ ਅਸੀਂ ਅਗਲੇ ਗੱਲ ਦੀ ਗੱਲ ਕਰੀਏ, ਮੈਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਭਾਰਤ ਦੇ ਵਿੱਚ ਹਾਲਾਤ ਇਹੋ ਜਿਹੇ ਬਣ ਗਏ ਕਿ ਲੀਡਰਾਂ ਨਾਲੋਂ ਜ਼ਿਆਦਾ ਜਿਹੜੇ ਨੀਤੀ ਘਾੜੇ ਨੇ ਉਹ ਜ਼ਿਆਦਾ ਚਰਚਾ 'ਚ ਰਹਿੰਦੇ ਨੇ। ਬਿਲਕੁਲ। ਚਾਹੇ ਪ੍ਰਧਾਨ ਮੰਤਰੀ ਮੋਦੀ ਜਦੋਂ ਮੁੱਖ ਮੰਤਰੀ ਸੀਗੇ ਗੁਜਰਾਤ ਦੇ, ਉਦੋਂ ਤੋਂ ਲੈ ਕੇ ਹੁਣ ਤੱਕ ਪ੍ਰਸ਼ਾਂਤ ਕਿਸ਼ੋਰ ਦਾ ਨਾਮ ਹਮੇਸ਼ਾ ਚਰਚਾ 'ਚ ਰਹਿੰਦਾ।
ਤੇ ਹੁਣ ਤੇ ਪੰਜਾਬ ਦੇ ਵਿੱਚ ਅਕਾਲੀਆਂ ਨੇ ਕੋਈ ਹੋਰ ਲੀਡਰ ਲੱਭ ਕੇ ਲਿਆਂਦੇ, ਹੋਰ ਨੀਤੀ ਘਾੜੇ ਲੱਭ ਕੇ ਲਿਆਂਦੇ ਨੇ। ਪਰ ਹਾਲ ਦੀ ਘੜੀ ਆਪਾਂ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਕਰਦੇ ਹਾਂ, ਉਹ ਫਿਰ ਚਰਚਾ 'ਚ ਨੇ। ਹੁਣ ਕੀ ਹੋਇਆ ਜੀ? ਪ੍ਰਸ਼ਾਂਤ ਕਿਸ਼ੋਰ ਚਰਚਾ ਵਿੱਚ ਰਹਿਣਗੇ ਅਜੇ ਕੋਈ ਸਮਾਂ। ਜੀ, ਮੈਂ ਸ਼ਰਦ ਪਵਾਰ ਦੀ ਪਹਿਲਾਂ ਗੱਲ ਕਰਨੀ ਚਾਹੁੰਦਾ ਜੀ। 1999 ਦੇ ਵਿੱਚ ਜਦੋਂ ਖਾਲਸੇ ਦਾ 300 ਸਾਲਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਸੀ ਜੀ, ਤਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਜੋ ਵੱਡੀ ਸਟੇਜ ਲੱਗੀ ਹੋਈ ਸੀ, ਪੰਜਾਬ ਸਰਕਾਰ ਵੱਲੋਂ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰ ਘਾਗ ਸਿਆਸਤਦਾਨ ਜਿਹੜੇ ਸੀ, ਅਕਾਲੀ ਆਗੂ ਸੀ ਉਸ ਵੇਲੇ ਜਿਉਂਦੇ ਸਨ। ਜੀ, ਸੁਰਜੀਤ ਸਿੰਘ ਬਰਨਾਲਾ ਵੀ ਸਨ ਸਾਬਕਾ ਮੁੱਖ ਮੰਤਰੀ। ਜੀ, ਉਹਨਾਂ ਨੇ ਸਟੇਜ ਦੇ ਉੱਪਰੋਂ ਇੱਕ ਐਲਾਨ ਕੀਤਾ, ਸ਼ਰਦ ਪਵਾਰ ਨੂੰ ਉਹਨਾਂ ਨੇ ਇੰਟਰੋਡਿਊਸ ਕੀਤਾ ਤੇ ਨਾਲੇ ਗੱਲ ਆਖੀ ਕਿ ਮੈਂ ਉਹਨਾਂ ਨੂੰ ਬੋਲਣ ਦਾ ਵੀ ਸਮਾਂ ਦੇ ਰਿਹਾ, ਪਰ ਇਹ ਗੱਲ ਯਾਦ ਰੱਖਿਓ, ਇਹ ਆਗੂ ਕਿਸੇ ਦਿਨ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਨ ਦੇ ਕਾਬਿਲ ਹੈ ਜੀ, ਤੇ ਅਸੀਂ ਇਹਨੂੰ ਨੈਕਸਟ ਪ੍ਰਾਈਮ ਮਿਨਿਸਟਰ ਵਜੋਂ ਦੇਖ ਰਹੇ ਹਾਂ। ਬਿਲਕੁਲ। ਹੁਣ ਉਹ ਜਦੋਂ ਸਮਾਂ ਪਿਆ ਤੇ ਸ਼ਰਦ ਪਵਾਰ ਨੇ ਇਸ ਗੱਲ ਦੇ ਨਾਲ ਹੀ ਉਹਨਾਂ ਦਿਨਾਂ ਦੇ ਵਿੱਚ ਹੀ ਕਾਂਗਰਸ ਨਾਲ ਥੋੜੀ ਜਿਹੀ ਖਹਿਬਾਜੀ ਉਹਨਾਂ ਦੀ ਚੱਲ ਰਹੀ ਸੀ ਅੰਦਰ ਖਾਤੇ ਸੋਨੀਆ ਗਰੁੱਪ ਦੇ ਨਾਲ, ਸੋਨੀਆ ਗਾਂਧੀ ਦੇ ਪ੍ਰਧਾਨ ਨੂੰ ਵਿਦੇਸ਼ੀ ਮੂਲ ਦਾ ਮੁੱਦਾ ਉਦੋਂ ਛਾਇਆ ਹੋਇਆ ਸੀ। ਜੀ, ਵਿਦੇਸ਼ੀ ਮੂਲ ਦਾ ਮੁੱਦਾ ਵੀ ਸੀ, ਪਰ ਕਾਂਗਰਸ ਜਿਹੜਾ ਸੋਨੀਆ ਗਾਂਧੀ ਗਰੁੱਪ ਸੀ ਉਹ ਸ਼ਰਦ ਪਵਾਰ ਨੂੰ ਇੰਨੀ ਜਿਹੜੀ ਅਹਿਮੀਅਤ ਨਹੀਂ ਸੀ ਦੇ ਰਿਹਾ। ਬਿਲਕੁਲ। ਸ਼ਰਦ ਪਵਾਰ ਨੇ ਐਨਸੀਪੀ ਬਣਾ ਲਈ ਜੀ, ਨੈਸ਼ਨਲਿਸਟ ਕਾਂਗਰਸ ਪਾਰਟੀ। ਬਿਲਕੁਲ। ਜਿਵੇਂ ਬਿਲਕੁਲ ਇਸੇ ਤਰਜ਼ ਤੇ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਬਣਾਈ ਹੋਈ ਹੈ। ਜੀ, ਹੁਣ ਇੱਕ ਕਾਂਗਰਸ ਹੋਵੇ ਤੇ ਇਸ ਦੇ ਨਾਲ ਦੋ ਉਂਗਲਾਂ, ਆਹ ਜਿਹੜੀ ਹੈ ਸ਼ਰਦ ਪਵਾਰ ਵਾਲੀ ਹੋ ਗਈ ਤੇ ਆਹ ਨਾਲ ਜਿਹੜੀ ਹੈ ਮਮਤਾ ਬੈਨਰਜੀ ਦੀ ਹੋ ਗਈ। ਹਾਂ, ਸ਼ਰਦ ਪਵਾਰ ਭਾਵੇਂ ਆਪਣੇ ਤੌਰ ਤੇ ਮਹਾਰਾਸ਼ਟਰ ਦੇ ਵਿੱਚ ਉਹ ਇੱਕ ਘਾਗ ਸਿਆਸਤਦਾਨ ਵਜੋਂ ਉੱਭਰੇ ਹੋਣ, ਪਰ ਜਿਹੜੀ ਪ੍ਰਸਿੱਧੀ ਜਿਹੜੀ ਸਫਲਤਾ ਮਮਤਾ ਬੈਨਰਜੀ ਨੂੰ ਮਿਲੀ ਆ, ਉਨੀ ਸ਼ਰਦ ਪਵਾਰ ਨੂੰ ਨਹੀਂ ਮਿਲੀ। ਪਰ ਉਹਨਾਂ ਦੀ ਸਫਲਤਾ ਇੱਕ ਹੋਰ ਤਰੀਕੇ ਨਾਲ ਸਾਹਮਣੇ ਆਉਂਦੀ ਹੈ। ਜੀ, ਉਹ 2 ਵਾਰੀ ਮਨਮੋਹਨ ਸਿੰਘ ਦੀ ਸਰਕਾਰ ਦੇ ਅੰਡਰ ਜਿਹੜੇ ਸੀ ਖੇਤੀਬਾੜੀ ਮੰਤਰੀ ਰਹਿ ਗਏ। ਬਿਲਕੁਲ। ਜਦੋਂ ਉਹਨਾਂ ਨੇ ਕਾਂਗਰਸ ਨਾਲੋਂ ਅਲੱਗ ਹੋ ਕੇ ਵੀ, ਪਰ ਕਾਂਗਰਸ ਦੇ UPA ਦੇ ਪਾਰਟ ਹੋ ਕੇ ਵੀ, ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ ਦੇ, ਤੇ ਉਹਨਾਂ ਨੇ ਮਨਮੋਹਨ ਸਿੰਘ ਦੇ ਨਾਲ ਮੰਤਰੀ ਵਜੋਂ ਸੇਵਾ ਨਿਭਾਈ। ਜੀ। ਸੋ ਸ਼ਰਦ ਪਵਾਰ ਜਿਹੜੇ ਨੇ ਇਸ ਵੇਲੇ ਵੱਡੀਆਂ ਮੀਟਿੰਗਾਂ ਕਰ ਰਹੇ ਨੇ ਆਪਣੇ ਘਰ ਦੇ ਵਿੱਚ। ਕੁਲਦੀਪ ਜੀ, ਅਸੀਂ ਇੱਕ ਬ੍ਰੇਕ ਲੈ ਲਈਏ। ਸ਼ਰਦ ਪਵਾਰ ਨਾਲ ਸੰਬੰਧਿਤ ਕਾਫੀ ਇੰਟਰਸਟਿੰਗ ਗੱਲਾਂ ਨੇ ਤੇ ਉਹ ਇੱਕ ਅੱਧੀ ਗੱਲ ਤੁਹਾਨੂੰ ਮੈਂ ਵੀ ਦੱਸੂਗਾ ਤੇ ਤੁਸੀਂ ਵੀ ਹੋਰ ਗੱਲਾਂ ਦੱਸਣੀਆਂ ਨੇ। ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ। ਵਾਪਸ ਮੁੜਦੇ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ 'ਚ। ਅਸੀਂ ਸ਼ਰਦ ਪਵਾਰ ਦੀ ਗੱਲ ਕਰ ਰਹੇ ਸੀ ਤੇ ਭਾਰਤ ਦੀ ਰਾਜਨੀਤੀ ਦੀਆਂ ਗੱਲਾਂ ਹਮੇਸ਼ਾ ਹੀ ਬਹੁਤ ਰੌਚਕ ਹੁੰਦੀਆਂ ਨੇ। ਮੈਨੂੰ ਯਾਦ ਹੈ ਜਦੋਂ ਇਹ ਖੇਤੀ ਮੰਤਰੀ ਸੀ ਤੇ ਇਹਨਾਂ ਦਾ ਬਹੁਤ ਵੱਡਾ ਸ਼ੂਗਰ ਦਾ ਆਪਣਾ ਬਿਜ਼ਨਸ ਹੈ। ਸ਼ੂਗਰ ਇੰਡਸਟਰੀ ਦੇ ਉੱਤੇ ਇਹ ਬਹੁਤ ਰਾਜ ਕਰਦੇ ਆ, ਖਾਸ ਕਰਕੇ ਮਹਾਰਾਸ਼ਟਰ ਦੀ। ਬਿਲਕੁਲ। ਤੇ ਇਹਨਾਂ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਸੀ ਕਿ ਖੰਡ ਦੀਆਂ ਕੀਮਤਾਂ ਇੰਨੀਆਂ ਕਿਉਂ ਵੱਧ ਰਹੀਆਂ, ਤੇ ਉਹਨਾਂ ਨੇ ਕੋਈ ਗੋਲਮੋਲ ਜਿਹਾ ਜਵਾਬ ਦਿੱਤਾ ਸੀ। ਤੇ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਕੁਝ ਮਹੀਨੇ ਪੂਰੇ ਮੁਲਕ ਦੇ ਵਿੱਚ ਕੀਮਤਾਂ ਇੰਨੀਆਂ ਵਧੀਆਂ ਤੇ ਉਹਦੇ ਨਾਲ ਇਹਨਾਂ ਦਾ ਆਪਣਾ ਜਿਹੜਾ ਹੈ ਉਹ ਕਈ ਹਜ਼ਾਰ ਕਰੋੜ ਦਾ ਬੈਨੀਫਿਟ ਹੋਇਆ ਸੀ। ਬਿਲਕੁਲ ਜੀ। ਸੋ ਇਸ ਤਰ੍ਹਾਂ ਹੋ ਜਾਂਦਾ ਹੈ। ਸ਼ਰਦ ਪਵਾਰ ਹੁਣ ਪ੍ਰਸ਼ਾਂਤ ਕਿਸ਼ੋਰ ਦੇ ਨਾਲ 2 ਹਫ਼ਤਿਆਂ ਦੇ ਵਿੱਚ 2 ਮੀਟਿੰਗਾਂ ਉਹਨਾਂ ਦੀਆਂ ਹੋਈਆਂ ਨੇ ਉਹਨਾਂ ਦੇ ਘਰ 'ਚ। ਅੱਛਾ ਜੀ। 3-3 ਘੰਟੇ ਮੀਟਿੰਗਾਂ ਚੱਲਦੀਆਂ ਨੇ ਤੇ ਇਹ ਜਿਹੜੀ ਦੂਸਰੀ ਮੀਟਿੰਗ ਹੈ, ਇਸ ਦੇ ਵਿੱਚ ਗੱਲ ਨਿਕਲ ਕੇ ਹੁਣ ਸਾਹਮਣੇ ਆਉਂਦੀ ਹੈ ਕਿ ਇਹ ਸਾਬਕਾ ਭਾਜਪਾ ਦੇ ਮੰਤਰੀ ਤੇ ਇਸ ਵੇਲੇ ਤ੍ਰਿਣਮੂਲ ਕਾਂਗਰਸ ਦੇ ਵਿੱਚ ਆਗੂ ਜਸ਼ਵੰਤ ਸਿਨਹਾ ਜਿਹੜੇ ਨੇ, ਜਿਨ੍ਹਾਂ ਦੇ ਬੇਟੇ ਅਜੇ ਵੀ BJP ਵਿੱਚ ਨੇ, ਜਸ਼ਵੰਤ ਸਿਨਹਾ ਜਿਹੜੇ ਨੇ ਮੀਟਿੰਗਾਂ ਲੈ ਕੇ ਉਹਨਾਂ ਦਾ ਇੰਟਰਸਟ ਹੈ ਕਿ ਸ਼ਰਦ ਪਵਾਰ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਜਿਹੜੇ ਨੇ ਉਹ ਮੀਟਿੰਗਾਂ ਕਰਨ। ਜਦੋਂ ਪ੍ਰਸ਼ਾਂਤ ਕਿਸ਼ੋਰ ਨੂੰ ਪੁੱਛਿਆ ਜਾਂਦਾ ਉਹ ਕੋਈ ਜਾਣਕਾਰੀ ਦਿੰਦੇ ਨੇ ਤੇ ਉਹ ਇੰਨੇ ਕਹਿੰਦੇ ਨੇ ਕਿ ਮੈਂ ਸ਼ਰਦ ਪਵਾਰ ਨਾਲ ਮੇਰੀ ਮਾੜੀ ਮੋਟੀ ਜਾਣ ਪਛਾਣ ਸੀ, ਕਦੇ ਅਸੀਂ ਸੀਰੀਅਸ ਮੁੱਦਿਆਂ ਤੇ ਕੋਈ ਇੰਨੀ ਲੰਬੀ ਚੌੜੀ ਕਦੇ ਗੱਲਬਾਤ ਨਹੀਂ ਕੀਤੀ ਤੇ ਹੁਣ ਅਸੀਂ ਕਰ ਰਹੇ ਹਾਂ। ਪਰ NCP ਪਾਰਟੀ ਦੇ ਇੱਕ ਹੋਰ ਆਗੂ ਕਹਿੰਦੇ ਨੇ ਕਿ ਅਸੀਂ ਤੀਸਰੇ ਬਦਲ ਬਾਰੇ ਜਿਹੜਾ ਇੱਕ ਫਰੰਟ ਹੈ ਨਵਾਂ ਕੇਂਦਰ ਦੇ ਵਿੱਚ, ਉਹ ਕਿਵੇਂ ਬਣ ਸਕਦਾ ਹੈ ਤੇ ਕੌਣ ਉਸ ਦਾ ਆਗੂ ਹੋ ਸਕਦਾ ਹੈ ਤੇ ਉਸ ਨੂੰ ਕਿਵੇਂ ਰੂਪਰੇਖਾ ਦਿੱਤੀ ਜਾ ਸਕਦੀ ਹੈ, ਉਸ ਬਾਰੇ ਪ੍ਰਸ਼ਾਂਤ ਕਿਸ਼ੋਰ ਨਾਲ ਸਾਰੀ ਗੱਲਬਾਤ ਕਰ ਰਹੇ ਹਾਂ। ਪਰ ਪ੍ਰਸ਼ਾਂਤ ਕਿਸ਼ੋਰ ਨੂੰ ਜਦੋਂ ਇੱਕ ਪ੍ਰਾਈਵੇਟ ਚੈਨਲ ਨਾਲ ਇੰਟਰਵਿਊ ਦਾ ਮੌਕਾ ਮਿਲਦਾ ਤੇ ਉਹ ਗੱਲ ਕਹਿੰਦੇ ਨੇ ਕਿ ਮੈਨੂੰ ਲੱਗਦਾ ਨਹੀਂ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਭਾਜਪਾ ਨੂੰ ਕੋਈ ਤੀਜਾ ਜਾਂ ਚੌਥਾ ਜਿਹੜਾ ਫਰੰਟ ਹੈ ਉਹ ਮੁਕਾਬਲਾ ਦੇਣ ਦੇ ਕਾਬਿਲ ਹੋਵੇਗਾ। ਸੋ ਇਸ ਗੱਲ ਤੋਂ ਇਨਕਾਰ ਕਰਦੇ ਨੇ, ਪਰ ਉਹਨਾਂ ਨੇ ਇਹ ਨਹੀਂ ਆਖਿਆ ਕਿ ਤੀਜਾ ਜਾਂ ਚੌਥਾ ਫਰੰਟ ਬਣਾਉਣਾ ਨਹੀਂ ਚਾਹੀਦਾ। ਪਰ ਉਹ ਇੰਨੀ ਗੱਲ ਆਖ ਜਾਂਦੇ ਨੇ ਕਿ ਕਾਂਗਰਸ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾ ਰਹੀ, ਕਾਂਗਰਸ ਨੂੰ ਕੋਈ ਸਖਤ ਫੈਸਲੇ ਲੈਣੇ ਪੈਣੇ ਨੇ ਜਿਹੜੇ ਉਹ ਨਹੀਂ ਲੈ ਰਿਹਾ। ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਹੋਇਆ ਪਹਿਲਾਂ, ਪਰ ਉਹ ਇਸ ਪਾਸੇ ਵੱਲ ਸੋਚ ਨਹੀਂ ਰਹੇ ਤੇ ਫੈਸਲੇ ਨਹੀਂ ਲੈ ਰਿਹਾ। ਦੱਸਣ ਭਾਵੇਂ ਨਾ, ਫੈਸਲਾ ਤਾਂ ਇਹੋ ਹੀ ਹੈ ਕਿ ਰਾਹੁਲ ਗਾਂਧੀ ਦੀ ਜਗ੍ਹਾ ਤੇ ਕੋਈ ਹੋਰ ਹੋਣਾ ਚਾਹੀਦਾ, ਜਿਸ ਨੂੰ ਸਿਆਸਤ ਦੀ ਸਮਝ ਹੋਵੇ ਤੇ ਉਹ ਕਾਂਗਰਸ ਦਾ ਲੀਡਰ ਅਖਵਾਉਣ ਦੇ ਹੱਕਦਾਰ ਹੋਵੇ। ਅਸਲ ਗੱਲ ਇਹ ਹੈ ਕਿ ਉਹ ਇਸ ਗਾਂਧੀ ਪਰਿਵਾਰ ਦੇ ਕਾਂਗਰਸ ਦੇ ਉੱਪਰ ਗਲਵੇ ਤੋਂ ਨਾਰਾਜ਼ ਹੈ ਤੇ ਇਹਨਾਂ ਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਹੁਣ ਜਿਹੜਾ ਫਰੰਟ ਹੈ ਇਸ ਵਿੱਚ ਕੌਣ ਕਿਵੇਂ ਕੀ ਹੋ ਸਕਦਾ ਹੈ, ਸ਼ਰਦ ਪਵਾਰ ਵੀ ਮਾਸਟਰ ਨੇ ਇਹਨਾਂ ਗੱਲਾਂ ਦੇ। ਸ਼ਰਦ ਪਵਾਰ ਕਿੰਗ ਮੇਕਰ ਜਿਹੜੇ ਨੇ ਰਹੇ ਨੇ,
ਤੇ ਹੁਣ ਮਹਾਰਾਸ਼ਟਰ ਦੇ ਵਿੱਚ ਜਿਹੜਾ ਉਹਨਾਂ ਨੇ ਪਾਸਾ ਪਲਟਿਆ, ਮਹਾਰਾਸ਼ਟਰ ਦੇ ਵਿੱਚ ਜਿਹੜੀ ਵਿਧਾਨ ਸਭਾ ਚੋਣ ਹੁੰਦੀ ਹੈ ਤਕਰੀਬਨ ਲੋਕ ਸਭਾ ਦੇ ਨਾਲ ਹੀ ਹੋ ਜਾਂਦੀ ਹੈ ਜੀ। ਮਹਾਰਾਸ਼ਟਰ ਦੇ ਵਿੱਚ ਹੁਣ ਜਦੋਂ ਪਾਰਟੀਆਂ ਦੀ ਪੋਜੀਸ਼ਨ ਆਈ ਤੇ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਪਿਛਲੀ ਸਰਕਾਰ ਬਣਾਈ ਹੋਈ ਸੀ ਉਹ ਇੱਕ ਵਾਰੀ ਫੇਰ ਵੱਧ ਸੀਟਾਂ ਲੈ ਗਏ, ਬਿਲਕੁਲ, ਔਰ ਉਹਨਾਂ ਨੇ 100 ਤੋਂ ਲਾਗੇ ਸੀਟਾਂ ਲੈ ਗਏ, ਪਰ ਸਰਕਾਰ ਉਹਨਾਂ ਦੀ ਬਣੀ ਨਾ। ਉਹਨਾਂ ਦੀ ਸਹਿਯੋਗੀ ਪਾਰਟੀ ਜਿਸ ਨੇ ਉਹਨਾਂ ਨਾਲ ਰਲ ਕੇ ਜਿਹੜਾ ਸੀ ਇਲੈਕਸ਼ਨ ਲੜੀ ਹੋਈ ਸੀ ਸ਼ਿਵ ਸੈਨਾ ਜੀ, ਉਹਨਾਂ ਨਾਲ ਉਹਦੇ ਕੁਝ ਮੁੱਦਿਆਂ ਨੂੰ ਲੈ ਕੇ ਤੇ ਕੋਈ ਸੀਟਾਂ ਨੂੰ ਜਾਂ ਕੋਈ ਅਹੁਦਿਆਂ ਨੂੰ ਲੈ ਕੇ ਮਤਭੇਦ ਹੋ ਗਏ ਤੇ ਉੱਥੇ ਐਨਸੀਪੀ ਤੇ ਕਾਂਗਰਸ ਤੇ ਸ਼ਿਵ ਸੈਨਾ ਇਹ ਲਾਗੇ ਵੱਡੀਆਂ ਪਾਰਟੀਆਂ ਨਹੀਂ ਸੀ, ਇਹਨਾਂ ਨਾਲ ਰਲ ਕੇ ਜਿਹੜਾ ਇੱਕ ਡਰਾਮਾ ਹੋਇਆ ਉੱਥੇ, ਬਿਲਕੁਲ, ਦੇਵੇਂਦਰ ਫੜਨਵੀਸ ਨੂੰ ਕੀਤਾ ਪਾਸੇ ਤੇ ਉਧਵ ਠਾਕਰੇ ਜਿਹੜੇ ਸੀ ਉਹ ਮੁੱਖ ਮੰਤਰੀ ਬਣ ਗਏ ਨੇ ਜੀ। ਹੁਣ ਇਹਨਾਂ ਦੀ ਇਸ ਮੀਟਿੰਗ ਦੇ ਨਾਲ ਸ਼ਿਵ ਸੈਨਾ ਵਾਲੇ ਥੋੜਾ ਜਿਹਾ ਔਖਾ ਹੋ ਰਹੇ ਨੇ ਜੀ। ਸ਼ਿਵ ਸੈਨਾ ਅਸਲ ਵਿੱਚ ਤਾਂ ਬੀਜੇਪੀ ਦਾ ਹੀ ਇੱਕ ਹਿੱਸਾ ਹੈ, ਬਿਲਕੁਲ, ਜਾਂ ਬੀਜੇਪੀ ਦਾ ਹੀ ਉਹ ਹਿੱਸਾ ਰਹੇ ਨੇ ਜਾਂ ਉਹਨਾਂ ਦੇ ਹਮਖਿਆਲੀ ਪਾਰਟੀ ਹੈ, ਜਾਂ ਬਿਲਕੁਲ ਇਦਾਂ ਕਹਿ ਲਓ ਕਿ ਉਹਨਾਂ ਦੀ ਵਿਚਾਰਧਾਰਾ ਜਿਹੜੀ ਉਹਨਾਂ ਦੀ ਵੀ ਹਿੰਦੂਵਾਦੀ ਹੈ। ਹਾਂ। ਉਹ ਜਿਹੜੀ ਸ਼ਿਵ ਸੈਨਾ ਹੈ, ਸ਼ਿਵ ਸੈਨਾ ਦੇ ਕੁਝ ਮੰਤਰੀ ਬੋਲੇ ਨੇ ਕਿ ਅਸੀਂ ਇਹਨਾਂ ਨੂੰ ਪਹਿਲਾਂ ਹੀ ਆਖ ਰਹੇ ਹਾਂ ਆਪਣੀ ਲੀਡਰਸ਼ਿਪ ਨੂੰ ਕਿ ਸਾਡੀ ਅਸਲ ਵਿੱਚ ਬੀਜੇਪੀ ਨਾਲ ਹੀ ਦਾਲ ਗੜਨੀ ਹੈ ਤੇ ਉਧਰ ਨੂੰ ਚਲੀਏ ਜੀ। ਤੇ ਹੁਣ ਉਹਨਾਂ ਦੀ ਸਰਕਾਰ ਤੇ ਜਿਹੜਾ ਖਤਰਾ ਮੰਡਰਾ ਰਿਹਾ ਉਧਵ ਠਾਕਰੇ ਤੇ ਜੀ। ਹਾਲਾਂਕਿ ਗੱਲ ਕਿਸੇ ਨੇ ਮੰਨੀ ਨਹੀਂ ਤੇ ਨਾ ਸ਼ਰਦ ਪਵਾਰ ਨੇ ਗੱਲ ਆਖੀ ਕਿ ਅਸੀਂ ਹਮਾਇਤ ਵਾਪਸ ਵੀ ਲੈ ਸਕਦੇ ਹਾਂ ਜਾਂ ਅਸੀਂ ਹੋਰ ਕਿਸੇ ਨਾਲ ਕੁੰਡੀ ਪਾ ਸਕਦੇ ਹਾਂ ਜਾਂ ਕਿਸੇ ਹੋਰ ਨੂੰ ਹਮਾਇਤ ਦੇ ਸਕਦੇ ਹਾਂ, ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨਹੀਂ। ਪਰ ਜਿਵੇਂ ਰਾਜਨੀਤੀ ਦੇ ਵਿੱਚ ਹੁੰਦਾ ਹੈ ਕਿ ਅਖੀਰਲੇ ਮੌਕੇ ਤੇ ਤੱਕ ਕੋਈ ਮੰਨਦਾ ਨਹੀਂ, ਬਿਲਕੁਲ, ਪਰ ਇੱਥੇ ਸ਼ਰਦ ਪਵਾਰ ਜਿਹੜੇ ਨੇ ਉਹ ਵਾਕਿਆ ਤੀਜਾ ਜਾਂ ਚੌਥਾ ਫਰੰਟ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਇਹਨਾਂ ਦੇ ਨਾਲ ਕੌਣ ਹੋਵੇਗਾ? ਪ੍ਰਸ਼ਾਂਤ ਕਿਸ਼ੋਰ। ਕੀ ਉਹਨਾਂ ਨਾਲ ਨੇ ਸਲਾਹ ਮਸ਼ਵਰਾ ਕੀਤਾ ਜਾਂ ਉਹਨਾਂ ਨੂੰ ਪੱਕੀ ਪਲੈਨਿੰਗ ਜਾਂ ਬਲੂਪ੍ਰਿੰਟ ਇਸ ਚੀਜ਼ ਦਾ ਪ੍ਰਸ਼ਾਂਤ ਕਿਸ਼ੋਰ ਨੇ ਸੌਂਪ ਦਿੱਤਾ ਹੈ ਕਿ ਜੇ ਕੁਝ ਕਰਨਾ ਹੈ ਤੇ ਇਸ ਤਰ੍ਹਾਂ ਕਰੋ ਜੀ। ਹੁਣ ਜੇ ਇੰਟਰਸਟਿੰਗ ਹਾਲਾਤ ਬਣਦੇ ਨੇ, ਜੇ ਜਿਹੜੀ ਉਧਵ ਠਾਕਰੇ ਦੀ ਸਰਕਾਰ ਖਤਮ ਹੁੰਦੀ ਹੈ ਤੇ ਫਿਰ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਇੱਕਮਿਕ ਹੁੰਦੇ ਨੇ ਜੀ, ਤੇ ਫਿਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਹੋਵੇਗਾ ਕਿ ਉਧਵ ਠਾਕਰੇ ਹੁੰਦੇ ਨੇ, ਕਿਉਂਕਿ ਨੰਬਰ 1 ਪਾਰਟੀ ਤਾਂ ਭਾਰਤੀ ਜਨਤਾ ਪਾਰਟੀ ਆ, ਸੀਟਾਂ ਉਹਨਾਂ ਕੋਲ ਵੱਧ ਨੇ ਤੇ ਜਿਹੜੀ ਆਪਣੇ ਉਧਵ ਠਾਕਰੇ ਦੀ ਸ਼ਿਵ ਸੈਨਾ ਉਹ ਉਹਨਾਂ ਕੋਲ ਤਾਂ ਸੀਟਾਂ ਘੱਟ ਨੇ, ਅੱਧੀਆਂ ਸੀਟਾਂ ਨੇ ਭਾਜਪਾ ਤੋਂ ਜੀ। ਸੋ ਮੁੱਖ ਮੰਤਰੀ ਤੇ ਯਕੀਨਨ ਤੌਰ ਤੇ ਭਾਜਪਾ ਦਾ ਹੀ ਬਣੇਗਾ ਜੇ ਇਹ ਇਕੱਠੇ ਹੁੰਦੇ ਨੇ, ਪਰ ਭਾਜਪਾ ਲਈ ਇਹ ਕੋਈ ਵੱਡੀ ਗੱਲ ਨਹੀਂ। ਜਦੋਂ ਵਿਰੋਧੀ ਨੂੰ ਜਿਹੜਾ ਥੱਲੇ ਲਾਉਣਾ ਹੋਵੇ ਤੇ ਬਿਹਾਰ ਦੇ ਵਿੱਚ ਭਾਵੇਂ ਨਿਤਿਸ਼ ਕੁਮਾਰ ਦੀਆਂ ਸੀਟਾਂ ਇਹਨਾਂ ਤੋਂ ਘੱਟ ਨੇ, ਭਾਜਪਾ ਦੀਆਂ ਵੱਧ ਨੇ, ਮੁੱਖ ਮੰਤਰੀ ਫਿਰ ਵੀ ਨਿਤਿਸ਼ ਕੁਮਾਰ ਨੇ। ਇਹਨਾਂ ਦੇ ਦਿਮਾਗ ਦੇ ਵਿੱਚ, ਬੀਜੇਪੀ ਦੇ ਦਿਮਾਗ 'ਚ ਖਾਸ ਤੌਰ ਤੇ ਬੈਕ ਐਂਡ ਤੇ ਇਹ ਗੱਲ ਜ਼ਰੂਰ ਚੱਲਦੀ ਹੈ ਕਿ ਇੱਕ ਵਾਰ ਜਿਹੜਾ ਕਮਲ ਆ ਉਹ ਸਾਰੇ ਭਾਰਤ 'ਚ ਖਿਲਣਾ ਚਾਹੀਦਾ ਜੀ। ਤੇ ਇੱਕ ਦੂਸਰੀ ਗੱਲ ਹੋ ਰਿਹਾ, ਇੱਕ ਛੋਟੀ ਜੀ ਸੁਰਖੀ ਇੱਕ ਅਖਬਾਰ 'ਚ ਇਹ ਵੀ ਲੱਗੀ ਸੀ, ਤੁਸੀਂ ਜਸ਼ਵੰਤ ਸਿਨਹਾ ਦਾ ਜ਼ਿਕਰ ਕੀਤਾ, ਪਰ ਕਿਹਾ ਇਹ ਵੀ ਜਾ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਵੀ ਚਾਹੁੰਦਾ ਆ ਕਿ ਮੋਦੀ ਦਾ ਇੱਕ ਬਦਲ ਜਿਹੜਾ ਆ ਉਹ ਭਾਰਤ ਵਿੱਚ ਖੜਾ ਕੀਤਾ ਜਾਵੇ। ਪ੍ਰਸ਼ਾਂਤ ਕਿਸ਼ੋਰ ਚਾਹੁੰਦਾ ਹੈ, ਪਰ ਕੀ ਪ੍ਰਸ਼ਾਂਤ ਕਿਸ਼ੋਰ ਖੁਦ ਚਾਹੁੰਦਾ? ਇਹ ਵੀ ਸੋਚ ਬਣ ਸਕਦੀ ਹੈ। ਜੇ ਡਾਕਟਰ ਮਨਮੋਹਨ ਸਿੰਘ ਸਾਰੀ ਜ਼ਿੰਦਗੀ ਵਿੱਚ ਉਹਨਾਂ ਨੇ ਇੱਕ ਇਲੈਕਸ਼ਨ ਜਿਹੜੀ ਹੈ ਉਹਨਾਂ ਨੇ ਫਾਈਟ ਕੀਤੀ ਹੈ ਤੇ ਉਹੀ ਹਾਰ ਗਏ ਸੀ ਉਹ, ਬਿਲਕੁਲ, ਤੇ ਉਹਨਾਂ ਨੇ 10 ਸਾਲ ਉਹ ਪ੍ਰਧਾਨ ਮੰਤਰੀ ਰਹੇ ਨੇ, ਕਦੀ ਕੋਈ ਗੱਲ ਤਾਂ ਨਹੀਂ ਹੋਈ ਇਸ ਤਰ੍ਹਾਂ ਦੀ। ਜਿਸ ਤਰ੍ਹਾਂ ਦੇ ਨੀਤੀਵਾਨ ਨੇ, ਪੜ੍ਹੇ ਲਿਖੇ ਨੇ ਪ੍ਰਸ਼ਾਂਤ ਕਿਸ਼ੋਰ, ਇਸ ਤਰ੍ਹਾਂ ਦੀ ਸਮਝ ਰੱਖਦੇ ਨੇ ਮੁੱਦਿਆਂ ਦੀ, ਤੇ ਕੁਝ ਵੀ ਹੋ ਸਕਦਾ ਬਿਲਕੁਲ। ਜੇ ਉਹ ਆਪਣੀ ਦੇਖੋ, ਉਹਨਾਂ ਨੇ ਇਹ ਤਾਂ ਕਹਿ ਦਿੱਤਾ ਕਿ ਚੋਣ ਰਣਨੀਤੀਕਾਰ ਵਜੋਂ ਮੇਰੀ ਜਿਹੜੀ ਪਾਰੀ ਹੈ ਉਹ ਖਤਮ ਹੈ। ਜਦੋਂ ਮੈਂ ਬੰਗਾਲ ਦੇ ਵਿੱਚ ਹੈ ਤੇ ਪਾਰੀ ਤਾਂ ਉਹਨਾਂ ਨੇ ਨਾਲ ਹੀ ਸ਼ੁਰੂ ਕਰ ਲਈ ਸੀ ਪੰਜਾਬ ਦੇ ਵਿੱਚ, ਤੇ ਹੁਣ ਹੋਰ ਜਗ੍ਹਾ ਤੇ ਉਹ ਨਾਲ ਹੀ ਅਪਾਇੰਟਮੈਂਟਾਂ ਲੈ ਰਹੇ ਨੇ ਤੇ ਗੱਲਬਾਤ ਕਰ ਰਹੇ ਨੇ। ਇੱਥੇ ਨੂੰ ਮਹਾਰਾਸ਼ਟਰ ਨੂੰ ਜਾਣਾ ਤੇ ਬਾਰ-ਬਾਰ ਗੱਲ ਕਰਕੇ ਆਉਣਾ, ਇਹ ਕੋਈ ਛੋਟੀ-ਮੋਟੀ ਗੱਲ ਨਹੀਂ, ਇਹਦੇ ਵਿੱਚ ਕੁਝ ਨਾ ਕੁਝ ਹੈ। ਅਗਲੀ ਪਾਰੀ ਜ਼ਿਆਦਾ ਮਹੱਤਵਪੂਰਨ ਲੱਗਦੀ ਹੈ, ਪਰ ਅਸੀਂ ਇਹਨੂੰ ਛੱਡੀਏ, ਫਿਰ ਜਦੋਂ ਕੋਈ ਨਵੀਂ ਗੱਲ ਹੋਊਗੀ ਫਿਰ ਆਪਾਂ ਚਰਚਾ ਕਰਦੇ ਹਾਂ। ਜੇ ਅਸੀਂ ਕੁਲਦੀਪ ਜੀ ਵਾਪਸ ਪੰਜਾਬ ਤੇ ਆਈਏ ਤੇ ਇੱਕ ਵੱਡਾ ਅਫਸਰ ਬਹੁਤ ਲੰਬਾ ਸਮਾਂ ਚਰਚਾ 'ਚ ਰਿਹਾ, ਉਹਨਾਂ ਨੇ ਅਸਤੀਫਾ ਦਿੱਤਾ, ਉਹ ਵੀ ਚਰਚਾ ਬਣਿਆ, ਜਿਹੜੀ ਉਹਨਾਂ ਨੇ ਜਾਂਚ ਕੀਤੀ ਉਹ ਵੀ ਚਰਚਾ 'ਚ ਰਹੀ। ਉਸ ਤੋਂ ਬਾਅਦ ਉਹ ਜਾਂਚ ਨਕਾਰੀ ਗਈ ਤੇ ਫਿਰ ਉਹਨਾਂ ਨੇ ਇੱਕ ਪੋਲੀਟੀਕਲ ਪਾਰਟੀ ਦਾ ਪੱਲਾ ਫੜ ਲਿਆ ਤੇ ਉਹ ਪੋਲੀਟੀਕਲ ਪਾਰਟੀ ਵੀ ਪੰਜਾਬ ਦੇ ਵਿੱਚ ਐਕਟਿਵ ਆ ਤੇ ਉਹ ਆਫੀਸਰ ਵੀ ਐਕਟਿਵ ਰਹੇ। ਤੇ ਅਗਰ ਆਉਣ ਵਾਲੇ ਦਿਨਾਂ ਵਿੱਚ ਕੀ ਬਣੇਗਾ ਇਸ ਸਾਰੇ ਦ੍ਰਿਸ਼? ਜਿਹੜੀ ਉਹਨਾਂ ਦੀ ਜਾਂਚ ਨਕਾਰੀ ਗਈ ਹੈ ਕੋਰਟ ਵੱਲੋਂ ਜੀ, ਉਹ ਕੱਲੀ ਨਕਾਰੀ ਨਹੀਂ ਗਈ, ਉਹ ਕੁੰਵਰ ਵਿਜੇ ਪ੍ਰਤਾਪ ਤੇ ਵੀ ਸੀਰੀਅਸ ਦੋਸ਼ ਜਿਹੜੇ ਸੀ ਉਹ ਅਦਾਲਤ ਨੇ ਲਾਏ ਨੇ। ਬਿਲਕੁਲ, ਭਾਵੇਂ ਕੋਈ ਰਿਟਾਇਰਮੈਂਟ ਲੈ ਗਏ ਨੇ ਜੀ, ਪਰ ਫਿਰ ਵੀ ਕੋਈ ਉਹਨਾਂ ਤੇ ਕੋਈ ਇਸ ਤਰ੍ਹਾਂ ਦਾ ਕੇਸ ਨਹੀਂ ਬਣਦਾ। ਇਹ ਤੇ ਬਿਕਰਮਜੀਤ ਸਿੰਘ ਮਜੀਠੀਆ ਭਾਵੇਂ ਕਹਿ ਰਹੇ ਨੇ ਕਿ ਇਸ ਤੇ ਕੇਸ ਪਰਚਾ ਹੋਣਾ ਚਾਹੀਦਾ ਜੀ, ਤੇ ਪਰਚੇ ਤੇ ਪਤਾ ਨਹੀਂ ਕਿਹਦੇ ਤੇ ਹੋਣੇ ਚਾਹੀਦੇ ਜਿਹੜੇ ਅਜੇ ਤੱਕ ਹੋਏ ਨਹੀਂ ਜੀ। ਹੁਣ ਕੁੰਵਰ ਵਿਜੇ ਪ੍ਰਤਾਪ ਇਹ ਕਹਿੰਦੇ ਨੇ ਕਿ ਜਿਹੜੀ ਮੈਂ ਜਾਂਚ ਕੀਤੀ ਹੋਈ ਸੀ ਉਹ 2.5 ਸਾਲ ਜਿਹੜੀ ਹੈ ਉਹ ਸਰਕਾਰੀ ਅਧਿਕਾਰੀਆਂ ਦੇ ਟੇਬਲ ਤੇ ਪਈ ਰਹੀ ਹੈ, ਕੋਰਟ ਵਿੱਚ ਦਾਖਲ ਕੀਤੀ ਹੋਈ, ਤੇ ਸਰਕਾਰੀ ਅਧਿਕਾਰੀਆਂ ਨੇ ਉਸ ਦੇ ਜਵਾਬ ਜਿਹੜੇ ਸੀ ਅਦਾਲਤ ਵਿੱਚ ਜਾ ਕੇ ਦੇਣੇ ਸੀ, ਉਸ ਗੱਲ ਤੇ ਬਹਿਸ ਕਰਨੀ ਸੀ। ਬਿਲਕੁਲ, ਤੇ ਐਡਵੋਕੇਟ ਜਨਰਲ ਜਿਹੜੇ ਨੇ ਉਹ ਬੋਲੇ ਤੱਕ ਨਹੀਂ, ਤੇ ਉਹ ਕਹਿੰਦੇ ਛੁੱਟੀਆਂ ਤੇ ਗਏ ਹੋਏ ਸੀ, ਉਹਨਾਂ ਦੀ ਸਿਹਤ ਠੀਕ ਨਹੀਂ ਸੀ। ਤੇ ਜਿਹੜੇ ਦੂਜੇ ਵਕੀਲ ਪਹੁੰਚੇ ਉਹਨਾਂ ਨੇ ਕਹਿੰਦੇ ਜਿੱਦਣ ਹਾਈ ਕੋਰਟ ਨੇ ਇਸ ਤੇ ਕਿੰਤੂ ਪਰੰਤੂ ਕੀਤਾ, ਉਹਨੇ ਇੱਕ ਵਾਰੀ ਵੀ ਕੋਸ਼ਿਸ਼ ਨਹੀਂ ਕੀਤੀ ਕਿ ਤੁਸੀਂ ਇਸ ਤੇ ਕੋਈ ਬਹਿਸ ਕਰੋ ਜਾਂ ਇਸ ਤੇ ਕੋਈ ਅਗਲੀ ਡੇਟ ਲੈ ਲਵੋ ਜਦੋਂ ਤੱਕ ਐਡਵੋਕੇਟ ਜਨਰਲ ਜਿਹੜੇ ਨੇ ਉਹ ਆ ਕੇ ਬਹਿਸ ਕਰਨ ਜਾਂ ਸਰਕਾਰ ਦਾ ਪੱਖ ਰੱਖਣ। ਉਹਨਾਂ ਕਿਹਾ ਕਿ ਜੋ ਅਦਾਲਤ ਕਰਦੀ ਹੈ ਠੀਕ ਹੈ ਜੀ, ਸਰਕਾਰ ਨੇ ਅਦਾਲਤ ਨੇ ਜੋ ਕਰਨਾ ਸੀ ਕੀਤਾ। ਉਹਨਾਂ ਨੇ ਬਹੁਤ ਗੱਲਾਂ ਕੀਤੀਆਂ, ਉਹਨਾਂ ਨੇ ਇਹ ਇੱਥੋਂ ਤੱਕ ਵੀ ਆਖ ਦਿੱਤਾ ਕਿ ਇਸ ਅਫਸਰ ਨੇ
ਇਸ ਨੇ ਇੱਕ ਪਾਸੜ ਜਾਂਚ ਜਿਹੜੀ ਹੈ ਇਸ ਕੇਸ ਦੀ ਕੀਤੀ ਹੈ ਜੀ ਤੇ ਇਸ ਕੇਸ ਦੇ ਵਿੱਚ ਉਹ ਇੱਕ ਮੋਹਰਾ ਬਣ ਕੇ ਸਾਬਤ ਹੋਇਆ ਤੇ ਇੱਕ ਪਾਰਟੀ ਨੂੰ ਜਾਂ ਕੁਝ ਵਿਅਕਤੀਆਂ ਨੂੰ ਥੱਲੇ ਲਾਉਣ ਦਾ ਯਤਨ ਕਰਦਾ ਹੋਇਆ ਜਾਪਿਆ। ਜੀ ਹੁਣ ਇਸ ਮਾਮਲੇ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਭਾਵੇਂ ਜੋ ਮਰਜ਼ੀ ਆਖ ਦੇਣ, ਪਰ ਬਿਆਨ ਬੜੇ ਇੰਟਰਸਟਿੰਗ ਆ ਰਹੇ ਨੇ ਹੁਣ। ਬਿਲਕੁਲ। ਇੱਕ ਪਾਸੇ ਤੇ ਅਕਾਲੀ ਕਹਿ ਰਹੇ ਨੇ ਦੇਖੋ ਜੀ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ, ਅਸੀਂ ਤਾਂ ਮਹੀਨਾ ਪਹਿਲਾਂ ਕਹਿਤਾ ਸੀ ਕਿ ਜਾਊ ਹੁਣ ਆਮ ਆਦਮੀ ਪਾਰਟੀ 'ਚ। ਫਿਰ ਤੁਹਾਨੂੰ ਸੁਪਨਾ ਆਇਆ ਸੀ? ਨਹੀਂ, ਜੋਤਿਸ਼ ਕਰਦੇ ਜੀ, ਜੋਤਿਸ਼ ਕਰਦੇ ਨੇ। ਫਿਰ ਠੀਕ ਹੈ, ਤੁਸੀਂ ਕਹਿ ਦਿੱਤਾ ਕਿ ਜਾਊਗਾ ਆਮ ਆਦਮੀ, ਕੀ ਗੱਲ ਜਾਣਾ ਗੁਨਾਹ ਹੈ ਕੋਈ? ਲੋਕਤੰਤਰਿਕ ਅਧਿਕਾਰ ਨਹੀਂ, ਅਸਤੀਫਾ ਨਹੀਂ ਦਿੱਤਾ ਉਸ ਅਧਿਕਾਰੀ ਨੇ। ਬਿਲਕੁਲ। ਤੁਸੀਂ ਵੀ ਤਾਂ ਅਫਸਰਾਂ ਨੂੰ ਲਿਆ ਕੇ ਸ਼ਾਮਲ ਕਰਦੇ ਹੋ, ਕਦੀ ਕਿਸੇ ਨੂੰ ਕਦੀ ਸਿੰਗਰਾਂ ਨੂੰ ਲਿਆਉਂਦੇ ਹੋ ਤੇ ਬਾਅਦ 'ਚ ਹੱਥ ਜੋੜਦਾ ਕਿ ਮੇਰਾ ਸਾਰਾ ਕੁਝ ਹੀ ਖੋਹ ਲਿਆ ਜੀ ਜੋ ਮੈਂ ਕਮਾਇਆ ਸੀ ਅਕਾਲੀ ਦਲ ਵਿੱਚ ਮੈਨੂੰ ਵਾੜ ਕੇ। ਹਾਂਜੀ, ਇਸ ਤਰ੍ਹਾਂ ਦੀ ਬਹੁਤ ਘਟਨਾਵਾਂ ਨੇ। ਬਿਲਕੁਲ। ਹੁਣ ਇਹ ਜਿਹੜੀ ਗੱਲ ਹੈ, ਅਕਾਲੀ ਦਲ ਦਾ ਆਪਣਾ ਮੌਕਫ ਹੈ, ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਰਲੇ ਹੋਏ ਸਨ ਅਕਾਲੀ ਦਲ ਨੂੰ ਥੱਲੇ ਲਾਉਣ ਲਈ। ਜੀ ਇਹ ਸਮੀਕਰਨ ਮੈਂ ਪਹਿਲੀ ਵਾਰੀ ਵੈਸੇ ਸੁਣਿਆ। ਬਿਲਕੁਲ। ਜਦ ਕਿ ਇਸ ਤੋਂ ਜ਼ਿਆਦਾ ਜਿਹੜਾ ਬਿਹਤਰ ਸਮੀਕਰਨ ਜਾਪਦਾ ਉਹ ਇਹ ਹੈ ਜਿਸ ਦੀ ਗੱਲ ਜਿਹੜੀ ਹੈ ਉਹ ਦੂਸਰਿਆਂ ਨੇ, ਉਹ ਜਿਹੜੀ ਆਮ ਆਦਮੀ ਪਾਰਟੀ ਵਾਲੇ ਕਰਦੇ ਨੇ ਕਿ ਕਾਂਗਰਸ ਜਿਹੜੇ ਨੇ, ਕਾਂਗਰਸ ਦੇ ਅਧਿਕਾਰੀ ਜਿਹੜੇ ਨੇ ਜਾਂ ਸਰਕਾਰ ਦੇ ਉਹ ਸਰਕਾਰੀ ਜਿਨ੍ਹਾਂ ਨੇ ਕੇਸ ਦੀ ਪੈਰਵਾਈ ਕਰਨੀ ਸੀ, ਬਹਿਬਲ ਕਲਾਂ ਗੋਲੀ ਕਾਂਡ ਜਾਂ ਕੋਟਕਪੂਰਾ ਗੋਲੀ ਕਾਂਡ ਜਾਂ ਬੇਅਦਬੀ ਕਾਂਡ ਦੀ ਓਵਰਆਲ ਜਿਹੜੀ ਜਾਂਚ ਜਿਨ੍ਹਾਂ ਨੇ ਕਰਨੀ ਸੀ ਜਾਂ ਕੇਸਾਂ ਦੀ ਪੈਰਵਾਈ ਕਰਨੀ ਸੀ, ਉਹ ਸੁੱਤੇ ਰਹੇ ਤੇ ਇੱਕ ਧਿਰ ਨੂੰ ਬਚਾਉਣ ਖਾਤਰ ਜਿਹੜਾ ਸੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਜੀ ਇਸ ਗੱਲ ਦਾ ਇਲਜ਼ਾਮ ਤੇ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਪਾਰਟੀ ਵਾਲੇ ਅੱਜ ਵੀ ਲਾ ਰਹੇ ਨੇ। ਬਿਲਕੁਲ। ਜਿਸ ਦੀ ਅਸੀਂ ਗੱਲ ਬਾਅਦ ਚ ਕਰਾਂਗੇ। ਇਹਨਾਂ ਗੱਲਾਂ ਕਰਕੇ ਤਾਂ ਉਹ ਜਿਹੜੇ ਨੇ ਉਹ ਜਿਹੜੇ ਨਾਰਾਜ਼ ਹੋ ਕੇ ਬੈਠੇ ਨੇ ਦਿੱਲੀ ਵਿੱਚ ਸਾਰਿਆਂ ਦੀ ਪੇਸ਼ੀ ਹੋ ਰਹੀ ਆ। ਹੁਣ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਛਵੀ ਆ ਸ਼ਾਮਲ ਹੋਏ ਨੇ ਜ਼ਾਹਿਰਾ ਤੌਰ ਤੇ, ਪਰ ਮੈਨੂੰ ਲੱਗਦਾ ਕਿ ਆਪਣੇ ਵਿਅਕਤੀਗਤ ਮੇਰੇ ਵਿਚਾਰ ਨੇ ਕਿ ਥੋੜੀ ਜਿਹੀ ਕਾਹਲੀ ਕਰ ਗਏ ਨੇ ਉਹ। ਬਿਲਕੁਲ। ਪਰ ਇਸ ਮੌਕੇ ਤੇ ਸਿਆਸਤ ਕਿਸ ਤਰ੍ਹਾਂ ਕਿਸੇ ਤੇ ਰੰਗ ਚਾੜ ਦਿੰਦੀ ਹੈ, ਇਸ ਗੱਲ ਦੇ ਵੀ ਕੋਈ ਸਬੂਤ ਸਾਨੂੰ ਮਿਲੇ ਨੇ ਕੱਲ। ਅੱਛਾ ਜੀ। ਕੇਜਰੀਵਾਲ ਜਿਹੜੇ ਨੇ ਉਹ ਆਉਂਦੇ ਨੇ ਅੰਮ੍ਰਿਤਸਰ, ਆਮ ਤੌਰ ਤੇ ਸ਼ਾਮਲ ਕਰਾਉਣ ਵਾਸਤੇ ਚੰਡੀਗੜ੍ਹ ਪਹੁੰਚਦੇ ਨੇ ਬਹੁਤੇ ਜੀ, ਕਿ ਚੰਡੀਗੜ੍ਹ ਸਭ ਕੁਝ ਹੈ ਠੀਕ ਆ, ਜਾਂ ਹੋਰ ਕਿੰਨਾ ਸ਼ਹਿਰਾਂ ਵਿੱਚ ਜਾਓ ਜਿੱਥੇ ਵੱਡੇ ਵੱਡੇ ਪ੍ਰੈਸ ਕਲੱਬ ਨੇ ਤੇ ਰਾਜਧਾਨੀ ਹੈ, ਹੋਰ ਗੱਲਾਂ, ਉੱਥੇ ਸਾਰੇ ਆਗੂ ਹੁੰਦੇ ਨੇ ਸਾਰੇ ਇਕੱਠੇ ਹੋ ਕੇ ਤੇ ਸਾਰਾ ਇੰਡੀਆ ਫਿਰ ਦੇਖਦਾ। ਪਰ ਕੇਜਰੀਵਾਲ ਆਏ ਨੇ ਅੰਮ੍ਰਿਤਸਰ, ਦਰਬਾਰ ਸਾਹਿਬ ਮੱਥਾ ਵੀ ਟੇਕਿਆ ਜੀ, ਤੇ ਲక్ష్ਮੀ ਕਾਂਤਾ ਚਾਵਲਾ ਨੂੰ ਵੀ ਮਿਲੇ ਨੇ, ਉਹਨਾਂ ਤੇ ਵੀ ਗੋਡੀਆਂ ਹੱਥ ਲਾਇਆ। ਉਹ ਵੀ ਕਨਸੋਆਂ ਨੇ ਕਿ ਸ਼ਾਇਦ ਬੀਬੀ ਜੀ ਵੀ ਆਮ ਆਦਮੀ ਪਾਰਟੀ ਚਾਹਣ ਜੀ। ਤੇ ਦੂਜੇ ਪਾਸੇ ਮੁੱਖ ਮੰਤਰੀ ਚਿਹਰੇ ਬਾਰੇ ਉਹਨਾਂ ਨੇ ਇੱਕ ਸ਼ੋਸ਼ਾ ਜਿਹਾ ਛੱਡ ਦਿੱਤਾ ਜੀ। ਉਹਨਾਂ ਨੇ ਆਖ ਦਿੱਤਾ ਕਿ ਇਹ ਗੱਲ ਕੌਣ ਹੋਵੇਗੀ, ਇਹ ਤੇ ਉਹਨਾਂ ਨੇ ਪਹਿਲਾਂ ਵੀ ਆਖਿਆ ਸੀ ਕਿ ਅਜਿਹਾ ਮੁੱਖ ਮੰਤਰੀ ਦੇਵਾਂਗੇ ਜਿਸ ਤੇ ਪੰਜਾਬ ਵਾਸੀਆਂ ਨੂੰ ਮਾਣ ਹੋਵੇਗਾ, ਨਾਜ਼ ਹੋਵੇਗਾ ਜੀ। ਪਰ ਇੰਨੀ ਗੱਲ ਕਹਿੰਦੇ ਮੈਂ ਦੱਸ ਦਊਂਗਾ ਵੀ ਛੇਤੀ ਦੇਵਾਂਗੇ ਤੁਹਾਨੂੰ ਮੁੱਖ ਮੰਤਰੀ ਜੀ, ਤੇ ਨਾਲ ਦੀ ਨਾਲ ਇਹ ਕਰਾਂਗੇ ਵੀ ਉਹ ਮੁੱਖ ਮੰਤਰੀ ਜਿਹੜਾ ਸਿੱਖ ਸਮਾਜ 'ਚੋਂ ਹੋਏਗਾ। ਇਹਦੇ ਕਹਿਣ ਦਾ ਇਹ ਅਰਥ ਤਾਂ ਨਹੀਂ ਕਿ ਉਹ ਇਹ ਕਹਿਣਾ ਚਾਹੁੰਦੇ ਹੁਣ ਕਿ ਮੈਂ ਮੁੱਖ ਮੰਤਰੀ ਨਹੀਂ ਬਣਨਾ, ਜਿਹਦੀ ਬਹੁਤ ਪੰਜਾਬੀ ਰੌਲਾ ਪਾਉਂਦੇ ਨੇ। ਹੁਣ ਮੈਨੂੰ ਜੇ ਆਪਾਂ ਇੱਕ ਤਰੀਕੇ ਨਾਲ ਸੋਚ ਲਈਏ ਵੀ ਸਿੱਖ ਸਮਾਜ 'ਚੋਂ ਕੌਣ ਹੋ ਸਕਦਾ ਹੈ ਜੀ, ਤੇ ਸਿੱਖ ਸਮਾਜ ਵਿੱਚ ਤੇ ਚਿਹਰੇ ਹੀ ਬੜੇ ਗਿਣਵੇਂ ਚੁਣਵੇਂ ਨੇ, ਕੀ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਹੋਣਗੇ ਆਮ ਆਦਮੀ ਪਾਰਟੀ ਵੱਲੋਂ ਜੀ? ਨਵਜੋਤ ਸਿੰਘ ਸਿੱਧੂ ਵਾਲਾ ਸਵਾਲ ਵੀ ਉਹਨਾਂ ਨੂੰ ਪੁੱਛਿਆ ਗਿਆ ਜੀ, ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜੀ। ਔਰ ਨਵਜੋਤ ਸਿੰਘ ਸਿੱਧੂ ਪਰ ਅਜੇ ਤੱਕ ਇਹੋ ਹੀ ਕਹਿ ਰਹੇ ਨੇ ਕਿ ਮੈਂ ਕਿਤੇ ਨਹੀਂ ਜਾਣਾ, ਮੈਂ ਕਾਂਗਰਸ ਦੇ ਵਿੱਚ ਹੀ ਹਾਂ ਜੀ, ਤੇ ਮੈਂ ਇੱਥੇ ਰਹਿ ਕੇ ਫਾਈਟ ਕਰਨਾ ਹੈ। ਇਹ ਹੁਣ ਸਾਰੀ ਇੰਟਰਸਟਿੰਗ ਜਿਹੜੀ ਗੱਲਬਾਤ ਆ ਨਾ ਉਹ ਬਣ ਰਹੀ ਆ। ਕੁੰਵਰ ਵਿਜੇ ਪ੍ਰਤਾਪ ਨੇ ਵੀ ਥੋੜੀ ਜਿਹੀ ਰਾਜਨੀਤੀ ਸਿੱਖ ਲਈ ਹੈ। ਪਰਸੋਂ ਤੱਕ ਉਹਨਾਂ ਨੂੰ ਪੱਤਰਕਾਰ ਸਾਰੇ ਪੁੱਛਦੇ ਰਹੇ, ਜਦੋਂ ਕਿ ਮੀਡੀਆ ਵਿੱਚ ਰੌਲੀ ਪੈ ਚੁੱਕੀ ਸੀ ਕਿ ਆਮ ਆਦਮੀ ਪਾਰਟੀ 'ਚ ਜਾ ਰਹੇ ਨੇ, ਉਹ ਕਹਿੰਦੇ ਨੇ ਕਿ ਅਜੇ ਤੱਕ ਇਹੋ ਜਿਹਾ ਕੋਈ ਵਿਚਾਰ ਨਹੀਂ ਜੀ, ਪਰ ਹੋਇਆ ਉਹੀ ਜੋ ਇਸ ਗੱਲ ਦਾ ਸਾਰਿਆਂ ਨੂੰ ਪਤਾ ਸੀ। ਔਰ ਕੁੰਵਰ ਵਿਜੇ ਪ੍ਰਤਾਪ ਸ਼ਾਮਲ ਹੋ ਗਏ ਨੇ। ਰਾਜਨੀਤੀ ਗਰਮ ਰਹੇਗੀ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਮੇਲਾ ਜਿਹੜਾ ਚੋਣਾਂ ਦਾ ਲੱਗ ਗਿਆ ਤੇ ਦੁਕਾਨਾਂ ਸਜਣ ਲੱਗ ਗਈਆਂ ਨੇ। ਮੁੱਖ ਮੰਤਰੀ ਦੇ ਅਹੁਦੇ ਲਈ ਜਿਹੜਾ ਨਾ ਜੀ ਸਾਰੀਆਂ ਪਾਰਟੀਆਂ ਨੇ ਤੇ ਉਪ ਮੁੱਖ ਮੰਤਰੀ ਲਈ ਅਕਾਲੀ ਦਲ ਵੱਲੋਂ ਕੋਈ ਫਰਕ ਨਹੀਂ ਹੈ ਜੀ। ਸੁਖਬੀਰ ਬਾਦਲ ਨੇ ਬੜੀ ਇੰਟਰਸਟਿੰਗ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਉਪ ਮੁੱਖ ਮੰਤਰੀ ਜਿਹੜਾ ਦਲਿਤ ਭਾਈਚਾਰੇ 'ਚ ਹੋਵੇਗਾ, ਪਰ ਮੁੱਖ ਮੰਤਰੀ ਨਹੀਂ। ਮੁੱਖ ਮੰਤਰੀ ਮੈਂ ਹੀ ਹੋਵਾਂਗਾ। ਹਾਂਜੀ, ਭਾਜਪਾ ਵਾਲੇ ਵੀ ਕੁਝ ਕਹਿੰਦੇ ਨੇ ਕਿ ਦਲਿਤ ਭਾਈਚਾਰੇ 'ਚ ਮੁੱਖ ਮੰਤਰੀ ਬਣਾਵਾਂਗੇ ਜੀ। ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਚੱਲ ਪਈਆਂ ਨੇ। ਕਮਿਊਨਿਟੀ ਨੂੰ, ਭਾਈਚਾਰੇ ਨੂੰ ਵੰਡ ਕੇ ਵੋਟਾਂ ਉਸ ਹਿਸਾਬ ਨਾਲ ਹਾਸਲ ਕਰਨ ਦੇ ਸਾਰੇ ਯਤਨ ਕਰ ਰਹੇ। ਤੇ ਕੇਜਰੀਵਾਲ ਨੇ ਜਿਹੜੇ ਕੱਲ ਬਿਆਨ ਦਿੱਤੇ ਨੇ ਜਾਂ ਜਿਹੜੇ ਤੌਰ ਤਰੀਕੇ ਬਣਾਏ ਨੇ, ਉੱਥੋਂ ਵੀ ਕੁਝ ਨਾ ਕੁਝ ਇਹੋ ਹੀ ਸਾਬਤ ਹੁੰਦਾ ਹੈ। ਬਿਲਕੁਲ। ਆਮ ਲੋਕਾਂ ਨੂੰ ਇਹ ਸਮਝਣਾ ਪਵੇਗਾ ਕਿ ਇਹ ਲੋਕ ਤੁਹਾਨੂੰ ਜਾਤੀ ਦਾ, ਧਰਮ ਦਾ ਤੇ ਪਤਾ ਨਹੀਂ ਕੀ ਛਲਾਵਾ ਦੇ ਕੇ ਵੋਟਾਂ ਲੈਂਦੇ ਨੇ ਤੇ ਬਾਅਦ ਵਿੱਚ ਤੁਹਾਡੀ ਗੱਲ ਨਹੀਂ ਜੇ ਸੁਣਦੇ। ਮਿਲਦੇ ਹਾਂ ਇਸੇ ਪ੍ਰੋਗਰਾਮ ਵਿੱਚ ਤੇ ਕਰਦੇ ਹਾਂ ਕੁਝ ਹੋਰ ਮੁੱਦਿਆਂ ਤੇ ਚਰਚਾ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਕੁਲਦੀਪ ਜੀ, ਅਸੀਂ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਵੀ ਕੀਤੀ ਤੇ ਪਾਰਟੀਆਂ ਦਾ ਚਰਚਾ ਵੀ ਕੀਤਾ ਤੇ ਪੰਜਾਬ ਕਾਂਗਰਸ ਲਈ ਅੱਜ ਦਾ ਦਿਨ ਬਹੁਤ ਖਾਸ ਆ। ਬੜੀਆਂ ਮੀਟਿੰਗਾਂ ਹੋ ਰਹੀਆਂ, ਬਹੁਤ ਦਿਨਾਂ ਤੋਂ ਰੌਲਾ ਪਿਆ ਹੋਇਆ। ਕਿੱਥੇ ਕੁ ਪਹੁੰਚੂਗੀ ਗੱਲ ਤੇ ਕੀ ਅਸਾਰ ਲੱਗਦੇ ਨੇ? ਕੁੱਲ ਭਾਰਤ ਦੇ 1-2 ਸੂਬੇ ਨੇ
ਜਿੱਥੇ ਕਾਂਗਰਸ ਕੋਲ ਜਿਹੜੀ ਬਹੁਮਤ ਵਾਲੀ ਸਰਕਾਰ ਹੈ। ਚਲੋ ਇਹ ਗੱਲ ਨਾ ਬਾਕੀ ਬਹੁਤੀਆਂ ਲੰਗੜੀਆਂ ਸਰਕਾਰਾਂ ਨੇ ਜੀ ਤੇ ਪੰਜਾਬ ਵਾਸੀਆਂ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਮੌਕਾ ਦਿੱਤਾ ਬਿਲਕੁਲ ਤੇ 4.5 ਸਾਲ ਗੁਜ਼ਰ ਗਏ ਨੇ ਅਮਰਤ ਜੀ। ਜੀ ਤੇ ਵਾਅਦਿਆਂ ਦੀ ਜੇ ਗੱਲ ਕਰੀਏ ਤੇ ਵਾਅਦੇ ਤੇ ਇਦਾਂ ਹੀ ਕਰਦੇ ਨੇ ਸਾਰੇ ਹੀ। ਜੀ ਨਰਿੰਦਰ ਮੋਦੀ ਦੇ ਵਾਅਦੇ ਜਰਾ ਕੁ ਜ਼ਿਆਦਾ ਮਸ਼ਹੂਰ ਹੋ ਗਏ ਜੀ ਤੇ ਉਹਨਾਂ ਨੂੰ ਵੱਖਰੇ ਵੱਖਰੇ ਨਾਮਾਂ ਨਾਲ ਨਵਾਜਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ। ਜੀ ਤੇ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦਾ ਵੀ ਕੁਝ ਨਾ ਬਣਿਆ। ਜੀ ਇਹ ਗੱਲ ਅਸੀਂ ਨਹੀਂ ਕਰ ਰਹੇ, ਇਹ ਗੱਲ ਉਹਨਾਂ ਦੇ ਪਾਰਟੀ ਦੇ ਲੋਕ ਹੀ ਕਰ ਰਹੇ ਨੇ। ਬਿਲਕੁਲ ਉਹਨਾਂ ਦੇ ਸਿਰ ਕੱਢ ਆਗੂ ਜਿਨ੍ਹਾਂ ਨੂੰ ਮੰਤਰੀਆਂ ਦੇ ਅਹੁਦੇ ਦਿੱਤੇ ਗਏ ਤੇ ਉਹ ਛੱਡ ਕੇ ਆ ਗਿਆ ਹੱਥ ਜੋੜ ਕੇ। ਜੀ ਨਵਜੋਤ ਸਿੰਘ ਸਿੱਧੂ ਕ੍ਰਿਕਟਰ ਨੇ ਤੇ ਜਿਹੜਾ ਕ੍ਰਿਕਟ ਖੇਡਦਾ ਹੋਵੇ ਐਜ਼ ਏ ਬੈਟਸਮੈਨ ਘੱਟੋ ਘੱਟ, ਜੀ ਵੈਸੇ ਤਾਂ ਬੋਲਰ ਵੀ ਜਾਂ ਹਰ ਗੇਮ ਦਾ ਪਲੇਅਰ ਵੀ, ਉਸ ਦੀ ਜ਼ਿੰਦਗੀ ਦੇ ਵਿੱਚ ਫਾਰਮ ਬੜੀ ਮਾਇਨੇ ਰੱਖਦੀ ਆ। ਜੀ ਜਦੋਂ ਫਾਰਮ ਵਿੱਚ ਹੋਵੇ ਤੇ ਨਵਜੋਤ ਸਿੰਘ ਸਿੱਧੂ ਜਦੋਂ ਫਾਰਮ ਵਿੱਚ ਹੁੰਦੇ ਤੇ ਖੂਬ ਚੌਕੇ ਛੱਕੇ ਜੜਦੇ ਸਨ ਤੇ ਮਾਰਦੇ ਸਨ। ਜੀ ਤੇ ਉਸੇ ਤਰ੍ਹਾਂ ਹੀ ਕੁਝ ਉਹ ਕਾਂਗਰਸ ਦੇ ਵਿੱਚ ਵਿਚਰ ਰਹੇ ਨੇ। ਜੀ ਹੁਣ ਉਹਨਾਂ ਨੇ ਫੇਰ ਥੋੜੇ ਦਿਨ ਪਹਿਲਾਂ ਆਊਟ ਆਫ ਫਾਰਮ ਰਹਿ ਕੇ ਜਿਹੜਾ ਉਹਨਾਂ ਨੇ ਚੁੱਪ ਧਾਰੀ ਹੋਈ ਸੀ ਉਹ ਛੱਡ ਦਿੱਤੀ ਹੈ ਤੇ ਹੁਣ ਧੜਾ ਤੜ ਜਿਹੜੀ ਉਹਨਾਂ ਨੇ ਨਾ ਬਿਆਨਬਾਜ਼ੀ ਆ ਜੀ ਉਹ ਸ਼ੁਰੂ ਕੀਤੀ ਤੇ ਇਸ ਵਾਰੀ ਸਿੱਧੀ ਖੁੱਲ੍ਹ ਕੇ ਸ਼ੁਰੂ ਕੀਤੀ ਹੈ। ਜੀ ਕੁਝ ਪ੍ਰਾਈਵੇਟ ਮੀਡੀਆ ਸੰਸਥਾਨ ਨਾਲ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਜਿਸ ਵਿੱਚ ਉਹ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕੋ ਰੱਸੇ ਨਾਲ ਬੰਨ੍ਹਦੇ ਨੇ ਜੀ ਤੇ ਇਹਨਾਂ ਨੂੰ ਹੋਰ ਕੋਈ ਨਾਮ ਨਹੀਂ ਦਿੰਦੇ, ਸਿਸਟਮ ਆਖਦੇ ਨੇ। ਜੀ ਤੇ ਇਹਨਾਂ ਦੀ ਹਰ ਗੱਲ ਨੂੰ ਇਸੇ ਤਰ੍ਹਾਂ ਹੀ ਨਾਪਦੇ ਨੇ, ਤੋਲਦੇ ਨੇ ਤੇ ਇਹਨਾਂ ਦੀ ਗੱਲ ਕਰਦੇ ਨੇ ਕਿ ਮੈਂ ਆਹ ਕਰਨਾ ਚਾਹੁੰਦਾ ਸੀ ਤੇ ਸਿਸਟਮ ਨੇ ਮੇਰੇ ਖਿਲਾਫ ਆਹ ਕੀਤਾ। ਜੀ ਅੰਮ੍ਰਿਤਸਰ ਦੇ ਵਿੱਚ ਕੁਝ ਲੋਕਲ ਮੁੱਦਿਆਂ ਨੂੰ ਲੈ ਕੇ ਪੁਲ ਬਣਾਉਣ ਦੀ ਗੱਲ ਹੈ ਤੇ ਇਸ ਤੋਂ ਇਲਾਵਾ ਰੇਤ ਬਾਰੇ ਕੋਈ ਬਲੂ ਪ੍ਰਿੰਟ ਹੈ ਜਾਂ ਕੋਈ ਸਟੇਟ ਨੂੰ ਜਿੱਥੋਂ ਆਮਦਨ ਆਉਣੀ ਹੈ। ਇੱਕ ਸਟੇਟ ਦਾ ਹਵਾਲਾ ਦਿੰਦੇ ਨੇ ਕਿ ਉੱਥੇ ਦੀ ਸਰਕਾਰ ਜਿਹੜੀ ਹੈ ਇੱਕ ਦਰਿਆ ਤੋਂ 2000 ਕਰੋੜ ਦੀ ਰੇਤਾ ਜਿਹੜੀ ਵੇਚਦੀ ਹੈ ਤੇ ਆਮਦਨ ਹਾਸਲ ਕਰਦੀ ਤੇ ਸਾਡੇ 3-4 ਦਰਿਆ ਨੇ ਤੇ ਚੋ ਕਿੰਨੇ ਨੇ ਜਿੱਥੋਂ ਰੇਤਾ ਨਿਕਲਦੀ ਹੈ ਤੇ ਅਸੀਂ ਕੁਝ ਵੀ ਨਹੀਂ। 100-150 ਕਰੋੜ ਇਹ ਕੀ ਹੁੰਦਾ? ਉਹਨੇ ਕਿਹਾ ਸੀ ਸਰਕਾਰ ਦਾ ਕੰਮ ਸੀ ਕਿ ਰੇਤਾ ਜਿਹੜੀ ਹੈ ਵੇਚਦੀ ਆਪ ਤੇ ਸਰਕਾਰੀ ਖਾਤੇ ਦੇ ਵਿੱਚ ਆਮਦਨ ਜਾਂਦੀ, ਜਦ ਕਿ ਸਰਕਾਰ ਦੇ ਕੁਝ ਮੈਂਬਰ ਪ੍ਰਾਈਵੇਟ ਤੌਰ ਤੇ ਜੇਬਾਂ ਭਰ ਰਹੇ ਨੇ ਤੇ ਸਰਕਾਰ ਸੁੱਤੀ ਪਈ ਆ। ਬਿਲਕੁਲ ਕਰਜ਼ਾ ਮਾਫੀ ਦੀ ਵੀ ਗੱਲ ਕਰਦੇ ਨੇ ਕਿ ਕਰਜ਼ਾ ਮਾਫੀ ਇਦਾਂ ਕਿੱਦਾਂ ਹੋ ਜੂ, ਤੁਸੀਂ ਗੱਲ ਕੀ ਕੀਤੀ ਸੀ ਤੇ ਕੀਤਾ ਕੀ ਤੁਸੀਂ? ਬਿਲਕੁਲ ਸਮਾਰਟਫੋਨ ਦੀਆਂ ਗੱਲਾਂ ਨੇ, ਰੋਜ਼ਗਾਰ ਦਾ ਵਾਅਦਾ ਹੈ, ਰੋਜ਼ਗਾਰ ਦਾ ਵਾਅਦੇ ਬਾਰੇ ਵੀ ਉਹ ਗੱਲਾਂ ਕਰਦੇ ਨੇ। ਨਵਜੋਤ ਸਿੰਘ ਸਿੱਧੂ ਨੇ ਬਹੁਤ ਤਕੜਾ ਫਰੰਟ ਹੁਣ ਖੋਲ ਦਿੱਤਾ ਹੈ ਜੀ। ਉੱਥੋਂ ਜੇ ਉਹ ਪਿਛਾਂਹ ਨੂੰ ਮੁੜਦੇ ਨੇ ਉਹ ਹੁਣ ਜਾਪਦਾ ਨਹੀਂ। ਅਸੀਂ ਵੀ ਜਿਹੜੇ 2-3 ਦਿਨ ਪਹਿਲਾਂ ਦੀ ਗੱਲ ਜਿਹੜੀ ਆ ਉਸ ਨੂੰ ਥੋੜਾ ਜਿਹਾ ਮੈਂ ਹੁਣ ਤਾਜ਼ਾ ਸੰਦਰਭ ਦੇ ਵਿੱਚ ਮੈਂ ਇਸ ਨਾਲ ਗੱਲ ਕਰਨੀ ਹੋਵੇ ਤੇ ਉਸ ਵਿੱਚ ਫਰਕ ਇੰਨਾ ਕੁ ਹੈ ਕਿ ਨਵਜੋਤ ਸਿੱਧੂ ਕੁਝ ਦਿਨ ਪਹਿਲਾਂ ਤੱਕ ਲੱਗਦਾ ਸੀ ਕਿ ਕੋਈ ਨਾ ਕੋਈ ਅਹੁਦਾ ਲੈ ਕੇ ਚੁੱਪ ਕਰ ਜਾਣਗੇ ਜੀ, ਪਰ ਉਹਨਾਂ ਨੇ ਅਹੁਦੇ ਤੇ ਹੁਣ ਲੱਗਦਾ ਹੈ ਕਿ ਚੁੱਪ ਨਹੀਂ ਕਰਨਾ। ਉਹ ਕੋਈ ਨਾ ਕੋਈ ਠੋਸ ਗੱਲ ਲੈ ਕੇ ਮੁੜਨਗੇ ਤੇ ਜਾਂ ਕਾਂਗਰਸ ਵਿੱਚ ਉਹਨਾਂ ਦੀ ਛੁੱਟੀ ਹੋਵੇਗੀ ਜੀ। ਹੁਣ ਅੱਗੇ ਤੇ ਕਾਂਗਰਸ ਦੇ ਪੁਰਾਣੇ ਸਮਿਆਂ ਦੇ ਵਿੱਚ ਉਹ ਗਏ ਵਕਤ ਦੀਆਂ ਗੱਲਾਂ ਜਦੋਂ ਸੁਣਦੇ ਹੁੰਦੇ ਸੀ ਕਿ ਹਾਈ ਕਮਾਂਡ ਨੇ ਕਾਰਨ ਦੱਸੋ ਨੋਟਿਸ ਭੇਜਿਆ ਤੇ ਜਦੋਂ ਕੋਈ ਜਵਾਬ ਨਹੀਂ ਸੀ ਆਉਂਦਾ ਜਾਂ ਜਵਾਬ ਆ ਵੀ ਜਾਂਦਾ ਸੀ ਤੇ ਉਹਦੀ ਛੁੱਟੀ ਕਰ ਦਿੱਤੀ ਜਾਂਦੀ, ਬੰਦਾ ਬਦਲ ਦਿੱਤਾ ਜਾਂਦਾ ਸੀ। ਬਿਲਕੁਲ। ਤੇ ਬੰਦਾ ਲੱਭਦਾ ਵੀ ਨਹੀਂ ਸੀ ਮੁੜ ਕੇ ਜੀ। ਉਹ ਹੁਣ ਸਮਾਂ ਗਿਆ ਕਾਂਗਰਸ ਵਿੱਚ। ਬਿਲਕੁਲ। ਕਾਂਗਰਸ ਨੇ ਇਹੋ ਜਿਹੇ ਵਿਅਕਤੀਆਂ ਨੂੰ ਵੀ ਸ਼ਾਮਲ ਕਰ ਲਿਆ ਜਿਨ੍ਹਾਂ ਦੇ ਬਾਰੇ ਉਹ ਕਦੀ ਸੋਚ ਵੀ ਨਹੀਂ ਸਕਦੇ। ਹੁਣ ਇਹ ਰਾਜਨੀਤੀ ਖੇਡ ਹੀ ਇਸੇ ਤਰ੍ਹਾਂ ਦੀ ਬਣ ਗਈ ਆ। ਹੁਣ ਹਾਈ ਕਮਾਂਡ ਜਿਹੜੀ ਆ ਖਿਲਰੀ ਫਿਰਦੀ ਆ। ਹਾਈ ਕਮਾਂਡ ਦੇ ਵਿੱਚ ਉਹ ਦਮਖਮ ਨਹੀਂ ਹੈ ਜੋ ਕਦੇ ਹੋਇਆ ਕਰਦਾ ਸੀ। ਬਿਲਕੁਲ। ਉਹ ਸੁਭਾਵਿਕ ਹੈ ਕਿਉਂਕਿ ਉਹਨਾਂ ਦੀ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ, ਵਿਧਾਨ ਸਭਾਵਾਂ ਦੇ ਵਿੱਚ ਜਿੰਨੀ ਕੁ ਉਹਨਾਂ ਕੋਲ ਤਾਕਤ ਹੈ ਉਸ ਹਿਸਾਬ ਨਾਲ ਹੀ ਉਹਨਾਂ ਨੇ ਗੱਲਬਾਤ ਕਰਨੀ ਹੁੰਦੀ ਹੈ। ਬਿਲਕੁਲ। ਪਰ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਪ੍ਰਗਟ ਸਿੰਘ, ਤ੍ਰਿਪਤ ਬਾਜਵਾ, ਸੁਖਜਿੰਦਰ ਰੰਧਾਵਾ ਸਾਰੇ ਜਿਹੜੇ ਨੇ ਹੁਣ ਇਹ ਧਿਰਾਂ ਬਣ ਗਏ ਨੇ। ਪਰ ਬਾਕੀ ਸਾਰੀਆਂ ਧਿਰਾਂ ਇੱਕ ਪਾਸੇ, ਨੰਬਰ 1 ਤੇ ਕੈਪਟਨ, ਨੰਬਰ 2 ਤੇ ਨਵਜੋਤ ਸਿੱਧੂ ਦੀ ਆਪਸੀ ਖਹਿਬਾਜੀ ਤੇ ਤੀਸਰੇ ਨੰਬਰ ਤੇ ਪ੍ਰਗਟ ਸਿੰਘ ਜੀ। 2 ਖਿਡਾਰੀ ਤੇ ਇੱਕ ਸਿਆਸਤਦਾਨ ਤੇ ਕੈਪਟਨ ਸਾਬਕਾ ਫੌਜੀ ਅਫਸਰ ਜੀ ਤੇ ਮਹਾਰਾਜਾ ਪਟਿਆਲਾ ਦਾ ਵਾਰਿਸ। ਇਹ ਸਾਰਿਆਂ ਦੇ ਵਿੱਚ ਇਸ ਵੇਲੇ ਖਹਿਬਾਜੀ ਪੂਰੀ ਜ਼ੋਰ ਸ਼ੋਰ ਨਾਲ ਚੱਲ ਰਹੀ ਆ ਜੀ। ਪ੍ਰਗਟ ਸਿੰਘ ਕੋਲ ਬਹੁਤਾ ਕੁਝ ਗਾਉਣ ਨੂੰ ਨਹੀਂ ਹੈ। ਬਿਲਕੁਲ। ਪ੍ਰਗਟ ਸਿੰਘ ਨੇ ਜਿੰਨੀਆਂ ਵੀ ਜਦੋਂ ਵੀ ਗੱਲਾਂ ਕੀਤੀਆਂ ਨੇ, ਚਾਹੇ ਉਹ ਅਕਾਲੀ ਸਰਕਾਰ ਦੇ ਵਿੱਚ ਸਨ, ਚਾਹੇ ਉਹ ਕਾਂਗਰਸ ਵਿੱਚ ਸਨ, ਉਹਨਾਂ ਨੇ ਗੱਲਾਂ ਸੌਲਿਡ ਕੀਤੀਆਂ ਨੇ ਤੇ ਹਮੇਸ਼ਾ ਉਹਨਾਂ ਤੇ ਖਲੋਏ ਨੇ। ਬਿਲਕੁਲ। ਤੇ ਅੱਜ ਫੇਰ ਸਾਰਿਆਂ ਦੀ ਪੇਸ਼ੀ ਹੈ ਜੀ। ਕਿਤੇ ਰਾਹੁਲ ਗਾਂਧੀ, ਕਿਤੇ ਸੋਨੀਆ ਗਾਂਧੀ, ਕਿਤੇ ਹਰੀਸ਼ ਰਾਵਤ, ਮਲਕਰਜਨ ਖੜਗੇ ਤੇ ਜੇਪੀ ਅਗਰਵਾਲ ਜੀ ਤੇ ਰਾਹੁਲ ਗਾਂਧੀ, ਇਹ ਸਾਰੇ ਜਿਹੜੇ ਨੇ ਇਸ ਵੇਲੇ ਸਾਰਿਆਂ ਨੂੰ ਮਿਲ ਰਹੇ ਨੇ। ਜਦੋਂ ਸਾਡਾ ਪ੍ਰੋਗਰਾਮ ਰਿਕਾਰਡ ਹੋ ਰਿਹਾ ਹੈ ਤੇ ਜਦੋਂ ਤੱਕ ਦਰਸ਼ਕਾਂ ਤੱਕ ਪਹੁੰਚੇਗਾ ਹੋ ਸਕਦਾ ਕੋਈ ਨਾ ਕੋਈ ਰਿਜ਼ਲਟ ਆਵੇ। ਅੱਜ ਦਾ ਦਿਨ ਬਹੁਤ ਅਹਿਮ ਹੈ ਇਸ ਕਰਕੇ ਜੀ। ਹੁਣ ਪ੍ਰਸ਼ਾਂਤ ਕਿਸ਼ੋਰ ਜਿਹੜੇ ਨੇ ਫਿਰ ਇਸੇ ਚਰਚਾ ਚਾਹੁੰਦੇ ਨੇ ਜੀ। ਪ੍ਰਸ਼ਾਂਤ ਕਿਸ਼ੋਰ ਨੂੰ ਹਾਇਰ ਕੀਤਾ ਹੋਇਆ ਕੈਪਟਨ ਅਮਰਿੰਦਰ ਸਿੰਘ ਨੇ ਜੀ ਤੇ ਕਹਿੰਦੇ ਨੇ ਉਹਨਾਂ ਨੇ ਵੀ ਕੋਈ ਸ਼ਰਤਾਂ ਰੱਖੀਆਂ ਸੀ ਕੈਪਟਨ ਦੇ ਅੱਗੇ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਹੋਏ ਸੀ ਉਹਨਾਂ ਨੂੰ ਛੇਤੀ ਪੂਰਾ ਕਰਨ ਦਾ ਯਤਨ ਕਰੋ। ਬਿਲਕੁਲ।
ਤੇ ਦਿਨ ਗਿਆ ਬਨੇਰੇ ਸ਼ਰਮਿੰਦੀ ਚਰਖਾ ਫੇਰੇ। ਇਹ ਹੁਣ ਵਾਅਦੇ ਕਿੱਥੋਂ ਪੂਰੇ ਹੋਣੇ ਨੇ? ਬਿਲਕੁਲ, ਇਹ ਵਾਅਦੇ ਤੇ ਐਵੇਂ ਹੀ ਹੁੰਦੇ ਨੇ। ਕੈਪਟਨ ਸਾਹਿਬ ਨੇ ਤਾਂ ਇਹ ਵੀ ਆਖਿਆ ਸੀ ਕਿ ਮੈਂ ਆਖਰੀ ਵਾਰੀ ਚੋਣ ਲੜਨੀ ਹੈ, ਬਿਲਕੁਲ, ਤੇ ਫਿਰ ਸਾਲ ਬਾਅਦ ਹੀ ਉਹਨਾਂ ਨੇ ਕਹਿਤਾ ਸੀ ਕਿ ਜੇ ਮੈਨੂੰ ਲੋਕ ਦੁਬਾਰਾ ਚਾਹਣਗੇ ਤਾਂ ਮੈਂ ਫੇਰ ਬਣਨੇ ਨੂੰ ਤਿਆਰ ਹਾਂ। ਬਿਲਕੁਲ। ਇਹ ਪਤਾ ਨਹੀਂ ਉਹਨਾਂ ਨੇ ਪਹਿਲੀ ਗੱਲ ਕਿਉਂ ਕੀਤੀ ਸੀ, ਇਮੋਸ਼ਨਲ ਲੋਕਾਂ ਨੂੰ ਕੀਤਾ ਸੀ। ਪ੍ਰਸ਼ਾਂਤ ਕਿਸ਼ੋਰ ਇਹੀ ਵਾਅਦਾ ਤਾਂ ਨਹੀਂ ਯਾਦ ਕਰਵਾ ਰਹੇ? ਪਤਾ ਨਹੀਂ ਜੀ। ਇਹ ਹੁਣ ਪਰ ਇਸ ਵੇਲੇ ਜੇ ਮੌਜੂਦਾ ਸਥਿਤੀ ਜੋ ਕੈਪਟਨ ਦੇ ਉੱਪਰ ਸਿੱਧਾ ਸਿੱਧੂ ਇਸ ਤਰ੍ਹਾਂ ਹਮਲਾਵਰ ਹੋਇਆ ਜੀ, ਇਸ ਦੇ ਚਲਦਿਆਂ ਮੈਂ ਅੱਜ ਦੀ ਡੇਟ ਦੇ ਵਿੱਚ ਇਹ ਕਹਿ ਸਕਦਾ ਕਿ ਜੋ ਕੁਝ ਦਿਨ ਪਹਿਲਾਂ ਇੱਕ ਪਾਰਟੀ ਜਿਹੜੀ ਸੀ ਮਾਰਨ ਦੀ ਯਤਨ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ, ਸੁਖਪਾਲ ਸਿੰਘ ਖਹਿਰਾ ਐਂਡ ਕੰਪਨੀ ਨੂੰ ਲਿਆਉਣ ਦਾ ਜੀ, ਉਹ ਚਾਲਾਂ ਪਿੱਛੇ ਪੈਂਦੀਆਂ ਜਾਪ ਰਹੀਆਂ ਨੇ। ਬਿਲਕੁਲ। ਤੇ ਨਵਜੋਤ ਸਿੰਘ ਸਿੱਧੂ ਖੇਮਾ ਇਸ ਵੇਲੇ ਭਾਰੀ ਹੈ ਤੇ ਕੈਪਟਨ ਨੂੰ ਜਵਾਬ ਦੇਣੇ ਜਿਹੜੇ ਨੇ ਔਖੇ ਹੋਏ ਪਏ ਨੇ। ਤੇ ਕੈਪਟਨ ਜਿਹੜੇ ਮਹੀਨਾ ਆਪਣੇ ਫਾਰਮ ਹਾਊਸ ਤੋਂ ਨਹੀਂ ਨਿਕਲਦੇ ਜੀ, ਉਹਨਾਂ ਨੂੰ 1.5 ਹਫ਼ਤੇ ਦੇ ਵਿੱਚ 2 ਵਾਰੀ ਦਿੱਲੀ ਜਾਣਾ ਪੈ ਗਿਆ ਤੇ ਇਸ ਗੱਲ ਤੋਂ ਵੀ ਕਹਿੰਦੇ ਖਿਜੇ ਹੋਏ ਨੇ ਜੀ। ਤੇ ਕੈਪਟਨ ਸਾਹਿਬ ਇਸ ਵੇਲੇ ਦਿੱਲੀ ਨੇ, ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਤੇ ਨਵਜੋਤ ਸਿੱਧੂ ਦਿੱਲੀ ਪਹੁੰਚਣ ਦੀ ਉਮੀਦ ਹੈ। ਹੋ ਸਕਦਾ ਉਹ ਨਾ ਜਾਣ, ਇਹ ਵੀ ਨਾਲ ਦੀ ਗੱਲ ਹੈ, ਤੇ ਪਰ ਪਹੁੰਚ ਜਾਣਗੇ ਸ਼ਾਇਦ, ਮੈਂ ਹੋ ਸਕਦਾ ਆਖਿਆ। ਪਰ ਨਵਜੋਤ ਸਿੱਧੂ, ਪ੍ਰਗਟ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਇਹ ਤਿੱਕੜੀ ਹੈ। ਜ਼ਿਆਦਾ ਕਰਕੇ ਨਵਜੋਤ ਸਿੰਘ ਸਿੱਧੂ ਜੋ ਕੁਝ ਦਿਨ ਪਹਿਲਾਂ ਲੱਗਦਾ ਸੀ ਕਿ ਸ਼ਾਇਦ ਪ੍ਰਧਾਨਗੀ ਦਾ ਅਹੁਦਾ ਲੈ ਕੇ ਚੁੱਪ ਕਰ ਜਾਣ ਜੀ, ਪਰ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਰ ਰਹੇ ਨੇ ਉਹ ਵੀ ਸੁਣਨ ਵਾਲੀ ਆ। ਬਿਲਕੁਲ। ਉਹ ਕਹਿੰਦੇ ਨੇ ਕਿ ਮੈਂ ਕੋਈ ਅਹੁਦੇ ਦੀ ਗੱਲ ਹੀ ਨਹੀਂ ਕਰ ਰਿਹਾ, ਮੈਂ ਮੁੱਦਿਆਂ ਦੀ ਗੱਲ ਕਰ ਰਿਹਾ, ਮੁੱਦਿਆਂ ਤੇ ਮੇਰੇ ਨਾਲ ਗੱਲ ਕਰੋ। ਬਿਲਕੁਲ। ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਨੂੰ ਬਿਲਕੁਲ ਬਲੂਪ੍ਰਿੰਟ ਦਿੱਤਾ ਸੀ ਕਿ ਰੇਤ ਕਿਵੇਂ ਵੇਚਣੀ ਹੈ, ਕੇਵਲ ਮਾਫੀਆ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ, ਤੇ ਜਿਹੜੇ ਪਰਮਿਟ ਨੇ ਉਹ ਤੋਂ ਕਈ ਗੁਣਾ ਜ਼ਿਆਦਾ ਬੱਸਾਂ ਚੱਲ ਰਹੀਆਂ ਨੇ, ਉਹ ਕਿਹੜੀਆਂ ਚੱਲ ਰਹੀਆਂ ਨੇ, ਉਹ ਰੁਕੀਆਂ ਜਾਣ, ਸਰਕਾਰੀ ਖਜ਼ਾਨੇ ਦਾ ਨੁਕਸਾਨ ਹੋ ਰਿਹਾ, ਉਸ ਵਿੱਚ ਪੈਸੇ ਆਉਣ। ਇਹ ਸਾਰੀਆਂ ਗੱਲਾਂ ਵੱਲ ਸਰਕਾਰ ਨੇ ਧਿਆਨ ਨਹੀਂ ਦਿੱਤਾ। ਕੋਟਕਪੂਰਾ ਗੋਲੀकांड ਦੀ ਜਾਂਚ ਵੀ ਦੀ ਗੱਲ ਕਰਦੇ ਨੇ ਕਿ ਵਿਜੇ ਪ੍ਰਤਾਪ ਨੇ ਜਿਹੜੀ ਰਿਪੋਰਟ ਦਾਖਲ ਕੀਤੀ ਹੋਈ ਸੀ, ਸਰਕਾਰ ਨੇ ਉਸ ਤੇ ਕੰਮ ਹੀ ਕੋਈ ਨਾ ਕੀਤਾ। 2.5 ਸਾਲ ਰਿਪੋਰਟ ਉਂਝ ਹੀ ਪਈ ਰਹੀ। ਬਿਲਕੁਲ। ਤੇ ਇਸ ਕਰਕੇ ਉਹਨਾਂ ਦੇ ਜਿਹੜੇ ਕਿੰਤੂ ਪ੍ਰੰਤੂ ਨੇ ਬਿਲਕੁਲ ਜਾਇਜ਼ ਨੇ, ਪਰ ਕਾਂਗਰਸ ਦੇ ਵਿੱਚ ਰਹਿ ਕੇ ਤੇ ਇਸ ਸਾਰੇ ਮੁੱਦੇ ਨੂੰ ਕਿਵੇਂ ਸੁਲਝਾਉਣਗੇ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਇਸ ਬਾਰੇ ਕੋਈ ਬਲੂਪ੍ਰਿੰਟ ਸ਼ਾਇਦ ਉਹਨਾਂ ਕੋਲ ਵੀ ਕੋਈ ਨਾ ਹੋਵੇ ਜੀ, ਕਿਉਂਕਿ ਜਿਸ ਲੈਵਲ ਦੀ ਗੱਲ ਉਹ ਕਰ ਰਹੇ ਨੇ, ਜਿਸ ਤਰੀਕੇ ਦੀ, ਜਿਸ ਸਿਸਟਮ ਦੀ, ਉਹਨਾਂ ਨੇ ਕਿਹਾ ਕਿ ਮੈਂ ਹੁਣ 1.5 ਮਹੀਨਾ ਬੈਠ ਕੇ ਮੰਥਨ ਕੀਤਾ, ਚਿੰਤਨ ਕੀਤਾ, ਤੇ ਨਾ ਸਾਨੂੰ ਗੁਜਰਾਤ ਮਾਡਲ ਦੀ ਲੋੜ ਹੈ, ਉਹ ਵੀ ਫੇਲ ਹੈ, ਤੇ ਦਿੱਲੀ ਵਾਲੇ ਮਾਡਲ ਦੀ ਵੀ ਸਾਨੂੰ ਲੋੜ ਨਹੀਂ, ਉਹ ਵੀ ਫੇਲ ਹੈ, ਸਾਨੂੰ ਪੰਜਾਬ ਮਾਡਲ ਦੀ ਲੋੜ ਹੈ। ਬਿਲਕੁਲ। ਇਹ ਗੱਲ ਉਹਨਾਂ ਦੀ ਠੀਕ ਹੈ ਕਿ ਪੰਜਾਬ ਮਾਡਲ ਦੀ ਲੋੜ ਹੈ। ਫਸਲਾਂ ਦੀ ਖਰੀਦ ਸੰਬੰਧੀ ਪਿੰਡਾਂ ਦੇ ਵਿੱਚ ਉਹ ਕਿਵੇਂ ਲੋਕਾਂ ਨੂੰ ਡਾਇਵਰਸੀਫਿਕੇਸ਼ਨ ਵੱਲ ਲੈ ਕੇ ਜਾਣਾ, ਕਿਸਾਨਾਂ ਨੂੰ, ਸਾਰੀਆਂ ਗੱਲਾਂ ਦੇ ਉਹ ਕਹਿੰਦੇ ਨੇ ਕਿ ਮੈਂ ਇੱਕ ਬਲੂਪ੍ਰਿੰਟ ਤਿਆਰ ਕੀਤਾ, 13 ਨੁਕਤੇ ਤਿਆਰ ਕਰਕੇ ਸਰਕਾਰ ਨੂੰ ਦੇ ਦਿੱਤੇ ਨੇ, ਤੇ ਸਰਕਾਰ ਇਹਨਾਂ ਤੇ ਕੁਝ ਬੋਲ ਨਹੀਂ ਰਹੀ। ਮੇਰੇ ਨਾਲ ਉਹਨਾਂ ਮੁੱਦਿਆਂ ਤੇ ਗੱਲਬਾਤ ਕਰੋ। ਬਿਲਕੁਲ। ਪਰ ਨਵਜੋਤ ਸਿੰਘ ਸਿੱਧੂ ਕਈ ਵਾਰੀ ਮੈਨੂੰ ਲੱਗਦਾ ਕਿ ਭੁੱਲ ਜਾਂਦੇ ਨੇ ਕਿ ਉਹ ਭਾਰਤ ਦੇ ਸਿਆਸਤਦਾਨ ਨੇ ਤੇ ਪੰਜਾਬ ਦੇ ਇੱਕ ਸਿਆਸਤਦਾਨ ਨੇ। ਜਿਹੜੀਆਂ ਉਹ ਗੱਲਾਂ ਕਰਦੇ ਨੇ ਸ਼ਾਇਦ ਦੁਨੀਆ ਦੇ ਕਿਸੇ ਲੋਕਤੰਤਰ ਦੇ ਵਿੱਚ ਹੋਣ। ਬਿਲਕੁਲ। ਤੇ ਜੇ ਉਹ ਇਸੇ ਸਿਸਟਮ ਨਾਲ ਕਹਿੰਦੇ ਨੇ ਕਿ 5 ਵਾਰੀ ਮੈਂ ਇਲੈਕਸ਼ਨ ਜਿੱਤਿਆ, MP ਬਣਿਆ, ML, ਠੀਕ ਹੈ, ਸਾਰਾ ਕੁਝ ਉਹਨਾਂ ਨੇ ਕੀਤੀ ਹੈ ਗੱਲ। ਨੌਕਰੀਆਂ ਦੀ ਉਹਨਾਂ ਨੇ ਫਿਰ ਗੱਲ ਕੀਤੀ ਹੈ ਕਿ ਤੁਸੀਂ ਆਪਣੇ ਨੂੰ ਤਾਂ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜੀ, ਤਰਸ ਦੇ ਆਧਾਰ ਤੇ। ਜਿਹੜੇ ਪਰਿਵਾਰ ਪਹਿਲਾਂ ਹੀ ਇੰਨੇ ਉੱਪਰ ਪਹੁੰਚੇ ਹੋਏ ਨੇ ਤੇ ਜਿਹੜੇ ਗਰੀਬ ਆ ਉਹਨਾਂ ਨੂੰ ਕੋਣ ਨੌਕਰੀ ਦੇਗਾ? ਜਿਹੜੇ ਬੇਰੁਜ਼ਗਾਰ ਨੇ ਉਹਨਾਂ ਦਾ ਤੁਸੀਂ ਕੀ ਕੀਤਾ? ਇਹ ਸਾਰੀਆਂ ਗੱਲਾਂ ਤੇ ਉਹ ਸੱਚੇ ਨੇ। ਪਰ ਕੀ ਕਾਂਗਰਸ ਪਾਰਟੀ ਤੇ ਮੌਜੂਦਾ ਲੋਕਤੰਤਰਿਕ ਢਾਂਚੇ ਦੇ ਵਿੱਚ ਰਹਿ ਕੇ ਇਹਨਾਂ ਗੱਲਾਂ ਤੇ ਉਹ ਅਮਲ ਕਰ ਸਕਣਗੇ, ਕਰਵਾ ਸਕਣਗੇ? ਕੀ ਉਹਨਾਂ ਕੋਲ ਇੰਨੀ ਤਾਕਤ ਹੈ, ਇੰਨਾ ਸਮਾਂ ਹੈ? ਇਹ ਸਾਰੀਆਂ ਗੱਲਾਂ ਦਾ ਜਵਾਬ ਉਹੀ ਜਾਣਦੇ ਨੇ। ਪਰ ਇੰਟਰਸਟਿੰਗ ਹੈ, ਮੈਨੂੰ ਲੱਗਦਾ ਹੈ ਕਿ ਅੱਜ ਵੱਡਾ ਐਲਾਨ ਕਾਂਗਰਸ ਦੇ ਵਿੱਚ ਕੋਈ ਨਾ ਕੋਈ ਸ਼ਾਮ ਤੱਕ ਹੋ ਸਕਦਾ। ਇਸੇ ਤਾਕਤ ਦੀ ਸ਼ਾਇਦ ਉਹ ਹਾਈ ਕਮਾਂਡ ਤੋਂ ਡਿਮਾਂਡ ਕਰ ਰਹੇ ਨੇ। ਇਸੇ ਤਾਕਤ ਦੀ ਡਿਮਾਂਡ ਉਹ ਭਾਵੇਂ ਕਰ ਰਹੇ ਨੇ, ਪਰ ਮੈਂ ਪੁਰਾਣੇ ਜਿਹੜੇ ਇਤਿਹਾਸਿਕ ਕਾਂਗਰਸ ਦੇ ਜਿਹੜੇ ਤੱਥ ਰਹੇ ਨੇ ਜੀ, ਇਹ ਤਾਕਤ ਉਹਨਾਂ ਨੂੰ ਕਦੇ ਮਿਲਣ ਵਾਲੀ ਨਹੀਂ ਮੌਜੂਦਾ ਢਾਂਚੇ ਦੇ ਵਿੱਚੋਂ, ਕਿਸੇ ਪਾਰਟੀ ਵੱਲੋਂ ਵੀ ਜੀ ਇਹ ਨਹੀਂ ਮਿਲਣੀ। ਇਹ ਭਾਰਤ ਦੇ ਵਿੱਚ ਸਿਸਟਮ ਹੈ ਹੀ ਨਹੀਂ ਕਿ ਉਹ ਆਪਣੇ ਸਿਰ ਖੁਦ ਹੋ ਕੇ ਇਸ ਤਰ੍ਹਾਂ ਦੇ ਕੋਈ ਡਿਸੀਜਨ ਲੈ ਲੈਣ ਜਿਸ ਤੋਂ ਉਹਨਾਂ ਦੀ ਹਾਈ ਕਮਾਂਡ ਰਾਜ ਨਾ ਹੋਵੇ। ਕੈਪਟਨ ਅਮਰਿੰਦਰ ਸਿੰਘ ਨੇ ਸਿਰਫ ਇੱਕ ਫੈਸਲੇ ਦੀ ਖੱਟੀ ਜਿਹੜੀ ਆ ਖਾਧੀ ਆ ਕਾਫੀ ਲੰਬਾ ਸਮਾਂ, ਕਿ ਮੈਂ ਸਤਲੁਜ ਯਮੁਨਾ ਲਿੰਕ ਤੇ ਜਿਹੜਾ ਕਾਨੂੰਨ ਜਿਹੜਾ ਸਮਝੌਤਾ ਕੀਤਾ ਹੋਇਆ ਸੀ ਰੱਦ ਕਰ ਦਿੱਤਾ ਵਿਧਾਨ ਸਭਾ ਦੇ ਵਿੱਚ। ਬਿਲਕੁਲ। ਤੇ ਹੋਇਆ ਕੀ ਉਸ ਤੋਂ ਬਾਅਦ? ਕੁਝ ਵੀ ਨਹੀਂ। ਹਾਈ ਕਮਾਂਡ ਵੀ ਨਾਰਾਜ਼ ਹੋ ਗਈ ਸੀ ਜੀ। ਕਹਿੰਦੇ ਨੇ ਕਿ ਕੁਝ ਘੰਟੇ ਵਾਸਤੇ ਸਿਰਫ ਮਨਮੋਹਨ ਸਿੰਘ ਦਾ ਤੇ ਸੋਨੀਆ ਦਾ ਫੋਨ ਨਹੀਂ ਚੱਕਿਆ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਰੱਦ ਕਰਨੇ ਸੀ ਕਾਨੂੰਨ, ਤੇ ਵਿਧਾਨ ਸਭਾ 'ਚ ਮਤਾ ਪਾਸ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਬੜੀਆਂ ਡਿੰਗਾ ਮਾਰ ਕੇ ਕਹਿੰਦੇ ਨੇ ਕਿ ਮੈਂ ਕਾਨੂੰਨ ਜਿਹੜਾ ਸੀ ਰੱਦ ਕੀਤਾ ਤੇ ਸਮਝੌਤਾ ਜਿਹੜਾ ਬਰਖਾਸਤ ਕਰ ਦਿੱਤਾ ਜੀ। ਤੇ ਪਰ ਗੱਲ ਇਹ ਹੈ ਕਿ ਹਾਈ ਕਮਾਂਡ ਤੇ ਉਨੀਆਂ ਗੱਲਾਂ ਤੋਂ ਨਾਰਾਜ਼ ਹੋ ਜਾਂਦੀ ਹੈ ਜੀ। ਤੇ ਨਵਜੋਤ ਸਿੰਘ ਸਿੱਧੂ ਕੀ ਕਰਨਗੇ? ਕਿਹਦਾ ਮੂੰਹ ਫੜਨਗੇ? ਜਿਹੜੀ ਹਾਈ ਕਮਾਂਡ ਅੱਜ ਤੱਕ ਜਿਹੜੀ ਆ ਕੋਈ ਠੋਸ ਫੈਸਲਾ ਨਹੀਂ ਲੈ ਸਕੀ, ਗਾਂ ਕਿੱਦਾਂ ਲਵੇਗੀ? ਬਿਲਕੁਲ। ਸੋ ਇਹ ਗੱਲਾਂ ਦੇ ਜਵਾਬ ਜਿਹੜੇ ਨੇ ਬਣੇ ਰਹਿਣਗੇ, ਪਰ ਅੱਜ ਕੋਈ ਨਾ ਕੁਝ ਵੱਡਾ ਹੋਵੇਗਾ। ਅਕਸਰ ਅਸੀਂ ਗੱਲ ਕਰਦੇ ਹਾਂ ਕਿ ਸੰਵਾਦ ਜਿਹੜਾ ਹੋਣਾ ਚਾਹੀਦਾ, ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਮੁੱਦਿਆਂ ਦਾ ਕੁਝ ਹੱਲ ਨਿਕਲਣਾ ਚਾਹੀਦਾ। ਪਰ ਜਦੋਂ ਪਾਰਟੀ ਸਿਸਟਮ ਦੀ ਗੱਲ ਕਰਦੇ ਹਾਂ, ਫਿਰ ਪਾਰਟੀ ਦੇ ਵਿੱਚ ਜਿਹੜਾ ਬੰਦਾ ਗੱਲ ਉਠਾਉਂਦਾ ਆ ਉਹਨੂੰ ਵਿਰੋਧੀ ਮੰਨ ਲਿਆ ਜਾਂਦਾ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਧਾਰਨੀ ਮੰਨ ਲਿਆ ਜਾਂਦਾ। ਬਿਲਕੁਲ ਇਸੇ ਕਰਕੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਚੀਜ਼ਾਂ ਦਾ ਹੱਲ ਨਹੀਂ ਹੋ ਸਕਦਾ।
ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਜੀ, ਕੱਲ ਤੱਕ ਪਤਾ ਲੱਗੇਗਾ ਜਾਂ ਸ਼ਾਮ ਨੂੰ ਕੀ ਰਿਜ਼ਲਟ ਆਉਂਦੇ ਨੇ, ਸਿੱਧੂ ਨੂੰ ਪਾਵਰ ਮਿਲਦੀ ਹੈ ਜਾਂ ਕੈਪਟਨ ਕੋਲ ਰਹਿੰਦੀ ਹੈ, ਪੰਜਾਬ ਦਾ ਕੁਝ ਚੰਗਾ ਹੁੰਦਾ ਕਿ ਨਹੀਂ ਹੁੰਦਾ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਵਿਚਾਰ ਚਰਚਾ ਦੇ ਆਖਰੀ ਹਿੱਸੇ ਵਿੱਚ ਕੁਲਦੀਪ ਸਿੰਘ ਹੀਰ ਜੀ ਪਾਸੋਂ ਪੁੱਛਦੇ ਹਾਂ ਕਿ ਗੈਂਗਸਟਰ ਦਾ ਇੱਕ ਐਨਕਾਊਂਟਰ ਹੋਇਆ ਸੀ, ਉਹਦੇ ਵਿੱਚ ਪਰਿਵਾਰ ਨੇ ਕੁਝ ਪਟੀਸ਼ਨਸ ਦਾਇਰ ਕੀਤੀ ਆ, ਤੇ ਉਹ ਗੱਲ ਕਿੱਥੇ ਪਹੁੰਚੀ ਹੈ ਜੀ? ਇਹ ਦੋ ਗੈਂਗਸਟਰ ਜਿਹੜੇ ਸੀ ਭਗੌੜੇ ਸਨ ਜੀ, ਇਹਨਾਂ ਤੇ ਕਥਿਤ ਤੌਰ ਤੇ ਇਹ ਇਲਜ਼ਾਮ ਸੀ ਕਿ ਇਹਨਾਂ ਨੇ 2 ASIਆਂ ਦੀ ਜਿਹੜੀ ਹੈ ਜਗਰਾਵਾਂ ਮੰਡੀ ਦੇ ਵਿੱਚ ਹੱਤਿਆ ਕਰ ਦਿੱਤੀ ਹੈ। ਬਿਲਕੁਲ। ਉਸ ਤੋਂ ਬਾਅਦ ਇਹ ਘੁੰਮਦੇ ਘੁਮਾਉਂਦੇ ਕਿਸੇ ਤਰ੍ਹਾਂ ਕਲਕੱਤੇ ਪਹੁੰਚ ਗਏ ਤੇ ਉੱਥੇ ਇੱਕ ਸਪੈਸ਼ਲ ਜਿਹੜਾ ਯੂਨਿਟ ਹੈ ਪੁਲਿਸ ਦਾ, ਉਸ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਨੇ ਆਪਰੇਸ਼ਨ ਚਲਾਇਆ। ਇੱਕ ਵਿਅਕਤੀ ਫੜਿਆ ਸੀ ਜਿਸ ਨੇ ਦੱਸ ਦਿੱਤਾ ਕਿ ਉਹ ਕਲਕੱਤੇ ਇੱਕ ਫਲਾਣੇ ਅਪਾਰਟਮੈਂਟ ਦੇ ਵਿੱਚ ਜਿਹੜੇ ਨੇ ਲੁਕੇ ਹੋਏ ਨੇ। ਜੀ, ਐਨਕਾਊਂਟਰ ਹੋਇਆ। ਐਨਕਾਊਂਟਰ ਦੀ ਬੜੀ ਹੈਰਾਨੀ ਗੱਲ ਹੋਈ ਕਿ ਜਦੋਂ ਐਨਕਾਊਂਟਰ ਹੁੰਦਾ ਹੈ ਦਿਨ ਵੇਲੇ ਤੇ ਲੌਡੇ ਵੇਲੇ ਤੱਕ ਜਿਹੜੀ ਸੀ ਉਹ ਮੀਡੀਆ ਦੇ ਵਿੱਚ ਉਹ ਬਿਲਕੁਲ ਫੋਟੋਆਂ ਜਿਹੜੀਆਂ ਸੀ ਜਿਸ ਵਿੱਚ ਉਹ ਜੋ ਗੋਲੀਆਂ ਲੱਗੀਆਂ ਹੋਈਆਂ ਵਿਅਕਤੀਆਂ ਦੀਆਂ, ਆਮ ਤੌਰ ਤੇ ਜਿਹੜੀਆਂ ਇਸ ਤਰ੍ਹਾਂ ਫੋਟੋਆਂ ਦਿਖਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਹਾਂਜੀ, ਵਾਇਲੈਂਸ ਹੈ ਜਾਂ ਕੁਝ ਵੀ ਜਿਵੇਂ ਵੀ, ਪਰ ਉਹ ਫੋਟੋਆਂ ਛਾਇਆ ਹੋਈਆਂ ਤੇ ਬਾਅਦ ਵਿੱਚ ਫਿਰ ਉਹਨਾਂ ਨੂੰ ਸਿਆਣੇ ਲੋਕਾਂ ਨੇ ਹਟਾਇਆ ਕਿ ਨਾ ਇਸ ਤਰ੍ਹਾਂ ਨਾ ਦਿਖਾਓ, ਜਾਂ ਬਲਰ ਕੀਤਾ ਗਿਆ ਉਹਨਾਂ ਨੂੰ। ਜੀ, ਉਹ ਫੋਟੋਆਂ ਆ ਗਈਆਂ ਤੇ ਸਾਰਿਆਂ ਨੇ ਦੇਖੀਆਂ ਤੇ ਕਈ ਫੋਟੋਆਂ ਆਈਆਂ। ਹੁਣ ਇਹ ਪੰਜਾਬ ਪੁਲਿਸ ਨੇ ਇੱਕ ਕਿਸਮ ਦੀ ਵਾਹਵਾ ਖੱਟਣ ਦਾ ਯਤਨ ਕੀਤਾ। ਜੀ, ਜਦੋਂ ਵਿੱਕੀ ਕਾਊਂਟਰ ਨਾਲ ਮੁਕਾਬਲਾ ਹੋਇਆ ਸੀ ਤੇ ਉਸ ਦੀ ਮੌਤ ਹੋਈ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਜਿਹੜੀ ਸੀ ਪੰਜਾਬ ਪੁਲਿਸ ਨੂੰ ਵਧਾਈ ਦਿੱਤੀ ਸੀ ਕਿ ਤੁਸੀਂ ਇੱਕ ਗੈਂਗਸਟਰ ਦਾ ਖਾਤਮਾ ਕੀਤਾ। ਜੀ, ਤੇ ਲੋਕਾਂ ਨੇ ਇਸ ਗੱਲ ਤੇ ਵੀ ਇਤਰਾਜ਼ ਪ੍ਰਗਟ ਕੀਤਾ ਸੀ ਕਿ ਇਹ ਕਿਹੜਾ ਤਰੀਕਾ ਹੋਇਆ, ਕਿਸ ਗੱਲ ਦੀ ਵਧਾਈ ਆ? ਤੁਸੀਂ ਕਿਸੇ ਚੀਜ਼ ਦੇ ਜਦੋਂ ਕੋਈ ਵੱਡੀ ਘਟਨਾ ਹੁੰਦੀ ਹੈ ਤਾਂ ਫਿਰ ਭੱਜ ਪੈਂਦੇ ਹੋ ਉਹਨਾਂ ਨੂੰ ਮਾਰਨ। ਬਿਲਕੁਲ। ਹੁਣ ਜੈਪਾਲ ਭੁੱਲਰ ਜਿਹੜਾ ਇੱਕ ਨੌਜਵਾਨ ਮਾਰਿਆ ਗਿਆ ਸੀ, ਜੀ, ਉਸ ਵਾਸਤੇ ਗੈਂਗਸਟਰ ਲਫ਼ਜ਼ ਵਰਤਿਆ ਜਾਂਦਾ। ਜੀ, ਹੁਣ ਗੈਂਗਸਟਰ ਕਿਉਂ ਸੀ? ਕੇਸ ਦਰਜ ਨੇ, ਕੇਸ ਤੇ ਇੱਥੇ ਸਾਡੇ MLA ਕਈ ਇਦਾਂ ਦੇ ਨੇ ਭਾਰਤ ਵਿੱਚ ਜਿਨ੍ਹਾਂ ਦੇ ਕਿੰਨੇ ਕੇਸ ਨੇ। ਜੀ, ਉਹ ਫੇਅਰ ਇਲੈਕਸ਼ਨ ਜਿੱਤ ਜਾਂਦੇ ਨੇ, ਜੇਲ੍ਹ ਦੇ ਵਿੱਚ ਬੈਠੇ ਜਿੱਤ ਜਾਂਦੇ ਨੇ। ਬਿਲਕੁਲ। ਔਰ ਉਹਨਾਂ ਦੇ ਇੰਨੇ ਭਿਆਨਕ ਇੰਨੇ ਖਤਰਨਾਕ ਕੇਸ ਨੇ, ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਫਿਰ ਕਿਸੇ ਇੱਕ ਅੱਧੇ ਕੇਸ ਦੇ ਵਿੱਚ ਕਿਤੇ ਜਾ ਕੇ 25-30 ਸਾਲਾਂ ਬਾਅਦ ਸਜ਼ਾ ਹੁੰਦੀ ਹੈ ਤੇ ਫਿਰ ਉਸ ਨੂੰ ਅਸਤੀਫਾ ਦੇਣਾ ਪੈਂਦਾ। ਉਦੋਂ ਤੱਕ ਉਹ ਵਾਹਵਾ ਖੱਟ ਚੁੱਕਾ ਹੁੰਦਾ, ਜਦ ਤੱਕ ਵੇਲਾ ਬਹਿ ਜਾਂਦਾ ਵੇਲਾ। ਹਾਂਜੀ, ਤੇ ਹੁਣ ਇਹ ਜੈਪਾਲ ਭੁੱਲਰ ਦਾ ਜਿਹੜਾ ਪਿਤਾ ਹੈ ਉਹ ਸਾਬਕਾ ਪੁਲਿਸ ਅਫਸਰ ਹੈ। ਜੀ, ਪੁਲਿਸ ਦੇ ਵਿੱਚ ਉਹ ਰਿਟਾਇਰ ਹੋਏ ਨੇ ਤੇ ਉਹਨਾਂ ਨੇ ਜਦੋਂ ਉਹਨਾਂ ਦੇ ਲੜਕੇ ਦੀ ਲਾਸ਼ ਉਹਨਾਂ ਨੂੰ ਦਿੱਤੀ ਗਈ ਐਨਕਾਊਂਟਰ ਤੋਂ ਬਾਅਦ, ਤੇ ਉਹਨਾਂ ਨੇ ਕਿਹਾ ਕਿ ਭਾਵੇਂ ਇਹਦਾ ਪੋਸਟਮਾਰਟਮ ਜਿਹੜਾ ਕਲਕੱਤੇ ਹੋਇਆ ਸੀ ਪਰ ਅਸੀਂ ਦੂਸਰੀ ਵਾਰੀ ਕਰਵਾਉਣਾ ਚਾਹੁੰਦੇ ਹਾਂ। ਜੀ, ਕਿਉਂਕਿ ਇਸ ਤੇ ਸਾਨੂੰ ਇਸ ਤਰ੍ਹਾਂ ਦੀਆਂ ਸ਼ੱਕ ਹੈ ਕੁਝ ਗੱਲ ਤੇ ਕਿ ਇਸ ਦਾ ਐਨਕਾਊਂਟਰ ਨਹੀਂ ਹੋਇਆ, ਇਸ ਦੀ ਮਾਰਕੁੱਟ ਹੋਈ ਤਾਂ ਉਸਦੇ ਸਰੀਰ ਤੇ ਇਹੋ ਜਿਹਾ ਨਿਸ਼ਾਨ ਨੇ ਜਿਸ ਤੋਂ ਹੋਰ ਕਈ ਗੱਲਾਂ ਸਾਬਤ ਹੁੰਦੀਆਂ ਨੇ। ਜੀ, ਹੁਣ ਉਹ ਉਸ ਦੀ ਲਾਸ਼ ਜਿਹੜੀ ਸੀ ਇੰਨੇ ਦਿਨ ਉਹਨੂੰ ਰੱਖ ਛੱਡੀ, ਕਦੇ ਇੱਕ ਕੋਰਟ, ਕਦੇ ਦੂਸਰੀ, ਕਦੇ ਤੀਸਰੀ, ਮੀਡੀਆ ਸਾਹਮਣੇ ਵੀ ਇਹ ਬੋਲੇ ਨੇ। ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਕੋਲ ਜਦੋਂ ਕੇਸ ਲੈ ਕੇ ਗਏ ਨੇ ਤੇ ਹਾਈ ਕੋਰਟ ਨੇ ਵੀ ਕਹਿ ਦਿੱਤਾ ਕਿ ਨਹੀਂ। ਉਹਨਾਂ ਨੇ ਦਲੀਲ ਇਹ ਦਿੱਤੀ ਸੀ ਹਾਈ ਕੋਰਟ ਨੇ ਕਿ ਜਦੋਂ ਤੁਹਾਨੂੰ ਇੱਕ ਵਾਰੀ ਬੋਡੀ ਅਸੀਂ ਸੌਂਪ ਦਿੱਤੀ ਹੈ, ਹੁਣ ਤੁਹਾਡੇ ਹਵਾਲੇ ਹੈ, ਤੇ ਕੁਝ ਸਮੇਂ ਬਾਅਦ ਤੁਸੀਂ ਕਹਿ ਰਹੇ ਹੋ ਕਿ ਇਸ ਦਾ ਦੁਬਾਰਾ ਪੋਸਟਮਾਰਟਮ ਜਿਹੜਾ ਕੀਤਾ ਜਾਵੇ, ਉਸ ਕਰਕੇ ਉਹ ਦੁਬਾਰਾ ਪੋਸਟਮਾਰਟਮ ਕਰਨਾ ਬਣਦਾ ਨਹੀਂ, ਕਿਉਂਕਿ ਬੋਡੀ ਸਾਡੇ ਅਧਿਕਾਰ ਖੇਤਰ ਵਿੱਚੋਂ ਨਿਕਲ ਚੁੱਕੀ ਤੇ ਇਸ ਸਮੇਂ ਦੌਰਾਨ ਇਸ ਨਾਲ ਕੁਝ ਵੀ ਹੋ ਸਕਦਾ। ਜੀ, ਸੰਸਕਾਰ ਉਸ ਦਾ ਨਹੀਂ ਕੀਤਾ ਗਿਆ, ਪਰ ਉਹ ਸੁਪਰੀਮ ਕੋਰਟ ਪਹੁੰਚ ਗਏ ਨੇ। ਸੁਪਰੀਮ ਕੋਰਟ ਨੇ ਹੁਣ ਦੁਬਾਰਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਕਹਿਤਾ ਕਿ ਤੁਸੀਂ ਆਪਣੇ ਫੈਸਲੇ ਤੇ ਗੌਰ ਕਰੋ ਤੇ ਇਸ ਦਾ ਪੋਸਟਮਾਰਟਮ ਜਿਹੜਾ ਆਪਣੇ ਫੈਸਲੇ ਤੇ ਜਿਹੜਾ ਤੁਹਾਨੂੰ ਕਰਵਾਉਣਾ ਚਾਹੀਦਾ। ਜੀ, ਹੁਣ ਕੋਰਟ ਨੇ ਕਹਿਤਾ ਕਿ ਕਰਵਾ ਦਿਓ। ਅੱਜ ਅਸੀਂ ਇੱਥੇ ਗੱਲ ਕਰ ਰਹੇ ਤੇ ਚੰਡੀਗੜ੍ਹ ਦੇ PGI ਦੇ ਵਿੱਚ ਉਸ ਦਾ ਪੋਸਟਮਾਰਟਮ ਹੋ ਰਿਹਾ। ਜੀ, ਪੋਸਟਮਾਰਟਮ ਦੀ ਰਿਪੋਰਟ ਕੀ ਆਵੇਗੀ, ਇਸ ਦੇ ਨਾਲ ਸਵਾਲ ਤੇ ਖੜੇ ਹੋਣਗੇ। ਬਿਲਕੁਲ। ਜ਼ਾਹਿਰ ਤੌਰ ਤੇ ਸਰਕਾਰ ਹੈ, ਸਰਕਾਰ ਦੇ ਨਾਲ ਮੱਥਾ ਲਾਉਣਾ ਬੜਾ ਔਖਾ ਹੁੰਦਾ ਹੈ, ਤੰਤਰ ਹੈ। ਪਰ ਗੱਲ ਥੋੜੀ ਜਿਹੀ ਝੂਠੇ ਮੁਕਾਬਲਿਆਂ ਦੀ ਕਰਦੇ ਹਾਂ, ਸਮਾਂ ਸਾਡੇ ਕੋਲ ਘੱਟ ਹੈ। ਜੀ, ਝੂਠੇ ਮੁਕਾਬਲਿਆਂ ਦਾ ਤਾਂ ਬੜਾ ਰਿਵਾਜ ਹੈ ਕਈ ਮੁਲਕਾਂ ਦੇ ਵਿੱਚ। ਬਿਲਕੁਲ। ਸਾਡੇ ਭਾਰਤ ਵਿੱਚ ਵੀ ਹੈ, ਪਾਕਿਸਤਾਨ ਵਿੱਚ ਵੀ ਹੈ। ਜੀ, ਭਾਰਤ ਵਿੱਚ ਪੰਜਾਬ ਨੇ ਕਾਫੀ ਕੁਝ ਇਸ ਤਰ੍ਹਾਂ ਦਾ ਵੇਖਿਆ। ਬਹੁਤ। ਵਿਕਾਸ ਦੁਬੇ ਦਾ ਨਾਮ ਤੁਹਾਨੂੰ ਯਾਦ ਹੋਵੇਗਾ, ਗੱਡੀ ਕਿਵੇਂ ਪਲਟ ਗਈ, ਉਹਦੀ ਤਾਜ਼ੀ ਘਟਨਾ। ਸਾਰੇ ਮੀਡੀਆ ਦੇ ਵਿੱਚ ਗੱਲ ਚੱਲਦੀ ਰਹੀ ਕਿ ਗੱਡੀ ਪਲਟ ਗਈ, ਗੱਡੀ ਪਲਟ ਗਈ। ਕਿਸੇ ਨੇ ਗੱਲ ਮੂੰਹੋਂ ਕੱਢੀ ਨਹੀਂ ਜੀ ਕਿ ਕੀ ਹੋਇਆ। ਉਹ ਹੋਰ ਵੀ ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਨੇ। ਮੈਂ ਕਈ ਪੁਲਿਸ ਅਧਿਕਾਰੀਆਂ ਬਾਰੇ ਅੰਮ੍ਰਿਤ ਜੀ ਮੈਂ ਜਾਣਦਾ। ਜੀ, ਇਹ ਜੀ ਐਨਕਾਊਂਟਰ ਸਪੈਸ਼ਲਿਸਟ ਹੈ। ਐਨਕਾਊਂਟਰ ਸਪੈਸ਼ਲਿਸਟ ਕੀ ਹੁੰਦਾ, ਮੈਨੂੰ ਇਸ ਦੀ ਡੈਫੀਨੇਸ਼ਨ ਨਹੀਂ ਅੱਜ ਤੇ ਪਤਾ ਲੱਗੀ। ਜੀ, ਕੀ ਉਹ ਐਨਕਾਊਂਟਰ ਤੇ ਕੀ ਗੱਲ, ਕਿ ਖਾਸ ਦਾ ਨਿਸ਼ਾਨਾ ਬਹੁਤ ਹੁੰਦਾ ਜਾਂ ਕੋਈ ਉੱਥੇ ਪਲੈਨਿੰਗ ਕਰਨੀ ਹੁੰਦੀ ਹੈ, ਉੱਥੇ ਜਾਂ ਟੈਂਕ ਲੈ ਕੇ ਜਾਂਦਾ ਹੈ ਕੋਈ। ਬਿਲਕੁਲ। ਐਨਕਾਊਂਟਰ ਸਪੈਸ਼ਲਿਸਟ ਕੀ ਹੁੰਦਾ? ਕਈ ਐਨਕਾਊਂਟਰ ਸਪੈਸ਼ਲਿਸਟ ਇਸ ਤਰ੍ਹਾਂ ਦੇ ਵੀ ਹੋਏ ਨੇ ਪੁਲਿਸ ਅਧਿਕਾਰੀ ਜਿਨ੍ਹਾਂ ਦੇ ਗੁੰਡਿਆਂ ਨਾਲ ਸੰਬੰਧ ਸਨ ਤੇ ਬਾਅਦ ਵਿੱਚ ਗੁੰਡਿਆਂ ਦੇ ਹੱਥੋਂ ਹੀ ਮਾਰੇ ਗਏ ਉਹ। ਬਿਲਕੁਲ। ਇਹ ਜਿਹੜਾ ਐਨਕਾਊਂਟਰ ਸਪੈਸ਼ਲਿਸਟ ਦਾ ਇੱਕ ਖਿਤਾਬ ਭਾਰਤ ਦੇ ਵਿੱਚ ਖਾਮ-ਖਾ ਦਾ ਦੇ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦਾ ਅਧਿਕਾਰੀ ਇੱਕ ਜੰਮੂ ਕਸ਼ਮੀਰ ਦੇ ਵਿੱਚ ਅੱਜ ਕੱਲ੍ਹ ਜਿਹੜਾ ਗ੍ਰਿਫਤ 'ਚ ਆਇਆ ਹੋਇਆ ਸਰਦਾਰ ਅੰਟੇਲੀਆ ਕੇਸ 'ਚ ਵੀ ਪ੍ਰਦੀਪ ਕੁਮਾਰ ਚੱਕਿਆ ਹੋਇਆ ਐਨਕਾਊਂਟਰ ਸਪੈਸ਼ਲਿਸਟ। ਸੋ ਇਸ ਤਰ੍ਹਾਂ ਦੇ ਐਨਕਾਊਂਟਰ ਸਪੈਸ਼ਲਿਸਟ ਕਾਫੀ ਨੇ ਭਾਰਤ ਵਿੱਚ। ਮੁਕਾਬਲਿਆਂ ਦੀ ਕਹਾਣੀ ਜਿਹੜੀ ਹੈ ਚੱਲਦੀ ਰਹਿੰਦੀ ਹੈ। ਇੱਕ ਵਾਰੀ ਇੱਕ ਅਧਿਕਾਰੀ ਨੇ
ਇਹ ਜਿਹੜਾ ਸੌਸ ਹੈ, ਟੋਮੈਟੋ ਸੌਸ ਹੈ, ਡੋਲ ਕੇ ਜਿਹੜਾ ਸੀ ਖੂਨ ਜਿਹੜਾ ਦਿਖਾ ਕੇ ਫੋਟੋਆਂ ਖਿਚਵਾਤੀਆਂ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਇੱਥੇ ਹੁੰਦੀਆਂ ਰਹਿੰਦੀਆਂ ਨੇ। ਪਰ ਜੈਪਾਲ ਭੁੱਲਰ ਵਾਲਾ ਕੇਸ ਜਿਹੜਾ ਹੈ, ਮੈਂ ਸਮਝਦਾ ਕਿ ਇਹ ਬੱਚੇ ਅਗਰ ਕਿਸੇ ਹਾਲਾਤਾਂ ਕਰਕੇ ਜਿਹੜੇ ਨੇ ਪਰਿਵਾਰ ਤੋਂ ਜਾਂ ਸਮਾਜ ਤੋਂ ਬਾਗੀ ਹੋ ਜਾਂਦੇ ਨੇ, ਇਹਨਾਂ ਬਾਰੇ ਪਰਿਵਾਰਾਂ ਨੂੰ ਵੀ ਸੋਚਣ ਦੀ ਲੋੜ ਹੈ। ਸਰਕਾਰਾਂ ਨੇ ਇਸ ਵਿੱਚ ਬਹੁਤਾ ਕੁਝ ਕਰਨਾ ਨਹੀਂ। ਜੀ, ਪੰਜਾਬ ਸਰਕਾਰ ਨੇ ਆਪ ਦੱਸਿਆ ਵੀ ਸਾਡੇ ਕੋਲ 20 ਤੋਂ 21 ਜਿਹੜੇ ਹਾਲੇ ਵੀ ਏ ਕਲਾਸ ਜਿਹੜੇ ਗੈਂਗਸਟਰ ਨੇ ਉਹ ਸ਼ਾਮਿਲ ਨੇ, ਤੇ ਇਹ ਫੜਦੇ ਵੀ ਉਦੋਂ ਹੀ ਨੇ ਜਦੋਂ ਕੋਈ ਵੱਡੀ ਘਟਨਾ ਹੋ ਜਾਂਦੀ। ਜੇ ਇਹਨਾਂ ਦਾ ਤੰਤਰ ਮਜ਼ਬੂਤ ਹੈ ਇੰਨਾ, ਇਹ ਹੁਣ ਵੀ ਜਦੋਂ ਚਾਹਣ ਉਦੋਂ ਬੰਦਿਆਂ ਨੂੰ ਫੜ ਸਕਦੇ ਨੇ। ਬਿਲਕੁਲ ਜੀ। ਕੁਲਦੀਪ ਜੀ, ਤੁਸੀਂ ਦੱਸਿਆ ਕਿ ਸਮਾਂ ਬਹੁਤ ਘੱਟ ਆ, ਤੇ ਚੱਲਦੇ ਚੱਲਦੇ ਕਰੋਨਾ ਦੀ ਗੱਲ ਥੋੜੀ ਜਿਹੀ ਦੱਸ ਦਿਓ। ਕਰੋਨਾ ਦੀ ਸਥਿਤੀ ਬਿਹਤਰ ਹੋ ਰਹੀ ਹੈ ਜੀ, ਇਹ ਖੁਸ਼ੀ ਦੀ ਗੱਲ ਹੈ। ਤੇ ਭਾਰਤ ਵਿੱਚ ਪਹਿਲੀ ਵਾਰੀ ਕੇਸ ਜਿਹੜੇ ਨੇ ਦਿੱਲੀ ਦੇ ਪਿਛਲੇ 24 ਘੰਟੇ 'ਚ 50,000 ਤੋਂ ਘੱਟ ਆਏ ਨੇ, ਤੇ ਠੀਕ ਹੋਣ ਵਾਲੇ 77-78,000 ਨੇ ਜੀ। ਮਹਾਰਾਸ਼ਟਰ 'ਚ ਥੋੜੀ ਜਿਹੀ ਸਥਿਤੀ ਜਿਹੜੀ ਹੈ ਉਹ ਚਿੰਤਾ ਵਾਲੀ ਹੈ ਜੀ। ਉੱਥੇ ਬਲੈਕ ਫੰਗਸ ਦੇ ਕੇਸ ਬਹੁਤ ਨੇ, ਔਰ ਅੱਖਾਂ ਤੇ ਬਹੁਤ ਬੁਰਾ ਅਸਰ ਪਾ ਰਿਹਾ, ਔਰ ਕਈਆਂ ਦੀ ਮੌਤ ਵੀ ਹੋਈ ਹੈ ਜੀ। ਹੁਣ ਇਸ ਤਰ੍ਹਾਂ ਦੇ ਕੇਸ ਜਿਹੜੇ ਨੇ ਉਹ ਕੁਝ ਦੱਸਿਆ ਜਾਂਦਾ ਕਿ ਸਟੀਰੋਇਡ ਜਿਹੜੇ ਨੇ ਡਾਇਬੈਟਿਕ ਪੇਸ਼ੈਂਟਸ ਨੂੰ ਜਿਹੜੇ ਹਨ ਕਰੋਨਾ ਦੇ ਇਲਾਜ ਵਾਸਤੇ ਦਿੱਤੇ ਜਾਂਦੇ ਨੇ, ਉਸ ਤੋਂ ਬਾਅਦ ਇਹ ਸਥਿਤੀ ਉਤਪੰਨ ਹੋ ਰਹੀ ਹੈ ਜੀ। ਟੀਕਾਕਰਨ ਨੇ ਤੇਜ਼ੀ ਫੜ ਲਈ ਹੈ ਜੀ, ਤੇ ਰਿਕਾਰਡ ਬਣਾਤਾ ਤੁਸੀਂ। ਭਾਜਪਾ ਦੇ ਕੌਮੀ ਆਗੂ ਜਗਤ ਪ੍ਰਕਾਸ਼ ਨੱਡਾ ਜੀ ਨੇ ਗੱਲ ਆਖ ਦਿੱਤੀ ਹੈ ਕਿ 200 ਕਰੋੜ ਡੋਜ਼ ਜਿਹੜੀ ਹੈ ਦਸੰਬਰ ਤੱਕ ਸਾਡੇ ਕੋਲ ਹੋਵੇਗੀ ਜੀ। ਉਹਨਾਂ ਦੇ ਮੂੰਹ ਵਿੱਚ ਘਿਓ ਸ਼ੱਕਰ, ਜੇ ਵਾਕਈ ਗੱਲ ਸੱਚ ਹੈ। ਪਰ ਉਹਨਾਂ ਨੇ ਜਿਹੜੀ ਗੱਲ ਹੈ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ ਇੱਕ ਕੈਂਪ ਦੇ ਮੌਕੇ ਤੇ ਉਹਨਾਂ ਨੇ ਕੀਤੀ ਹੈ ਕਿ 200 ਕਰੋੜ ਡੋਜ਼ ਜਿਹੜੀ ਆ ਹੋ ਜਾਵੇਗੀ, ਤੇ ਡਬਲ ਡੋਜ਼ ਜਿਹੜੀ ਹੈ ਪੂਰੇ ਭਾਰਤ ਦੇ ਉਦੋਂ ਤੱਕ ਲੱਗ ਜਾਵੇਗੀ ਜੀ। ਇਹ ਚੰਗੀ ਗੱਲ ਹੈ, ਪਰ ਉਹ ਰਾਜਨੀਤੀ ਦਾ ਖੜਾ ਨਹੀਂ ਛੱਡਦੇ। ਰਾਜਨੀਤਿਕ ਲੋਕ ਜਿਹੜੇ ਨੇ, ਜਿਹੜੇ ਸਾਇੰਸਦਾਨ ਸਾਡੇ, ਜਿਹੜੇ ਕਾਮੇ ਹੈਲਥ ਵਰਕਰ, ਜਿਨ੍ਹਾਂ ਨੂੰ ਸਾਡਾ ਸਲੂਟ ਕਰਨਾ ਬਣਦਾ, ਸਾਰੀ ਗੱਲ ਦਾ ਕ੍ਰੈਡਿਟ ਜਿਹੜਾ ਹੈ ਉਹ ਲੈਣ ਦਾ ਯਤਨ ਕਰਦੇ ਨੇ। ਤੇ ਜਦੋਂ ਕੋਈ ਕੁਤਾਹੀ ਹੋ ਜਾਂਦੀ ਹੈ ਤੇ ਫਿਰ ਉਹ ਉਸ ਦਾ ਕ੍ਰੈਡਿਟ ਨਹੀਂ ਲੈਂਦੇ। ਬਿਲਕੁਲ ਕੁਤਾਹੀ ਵੱਲ ਨੂੰ ਨਹੀਂ ਕਹਿੰਦੇ ਕਿ ਸਾਡੇ ਕੋਲ ਕੁਤਾਹੀ ਹੋਈ ਹੈ ਜੀ। ਉੱਥੇ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ, ਉਹਨੇ ਕਿਹਾ ਜੀ ਦੇਖੋ ਟੀਕਾਕਰਨ ਬਹੁਤ ਤੇਜ਼ੀ ਨਾਲ ਚੱਲ ਰਿਹਾ, ਠੀਕ ਹੈ ਮੰਨਦੇ ਹਾਂ, ਅੱਜ ਚੱਲ ਰਿਹਾ ਜੀ। ਟੀਕਾਕਰਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਰ ਕੁਛ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਵਿਰੋਧੀ ਜਿਹੜੇ ਆਗੂ ਨੇ, ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜੀ। ਮੇਰਾ ਖਿਆਲ ਹੈ ਕਿ ਇੱਕ ਵਿਅਕਤੀ ਤੋਂ ਵੱਧ ਗੁੰਮਰਾਹ ਕਿਸੇ ਨੇ ਨਹੀਂ ਕੀਤਾ। ਬਿਲਕੁਲ ਜੀ। ਬਾਬਾ ਰਾਮਦੇਵ, ਬਿਲਕੁਲ ਬਾਬਾ ਰਾਮਦੇਵ ਨੇ ਜਿੰਨਾ ਗੁੰਮਰਾਹਕੁਨ ਪ੍ਰਚਾਰ ਕੀਤਾ, ਉਸ ਦਾ ਨਾਮ ਕਿਉਂ ਨਹੀਂ ਲੈਂਦੇ? ਉਹ ਤਾਂ ਫਿਰ ਆਪਣਾ ਬੰਦਾ ਨਾ ਜੀ, ਉਹਦਾ ਨਾਮ ਕਿਉਂ ਲਈਏ ਅਸੀਂ? ਉਹ ਤੇ ਹੁਣ ਫੇਰ ਉਹ ਬਾਂਹ ਨੰਗੀ ਕਰੀ ਫਿਰਦਾ ਹੈ ਕਿ ਮੇਰੇ ਵੀ ਟੀਕਾ ਲਾਓ ਹੁਣ। ਤੇ ਕੱਲ ਯੋਗਾ ਕਰ ਕਰਕੇ ਸਾਰੀ ਦੁਨੀਆ ਨੂੰ ਦਿਖਾ ਰਿਹਾ ਸੀ, ਤੇ ਇਹ ਯੋਗਾ ਦੇ ਉੱਪਰ ਯੋਗਾ ਡੇ ਠੀਕ ਹੈ, ਇੰਟਰਨੈਸ਼ਨਲ ਅੰਤਰਰਾਸ਼ਟਰੀ ਪੱਧਰ ਤੇ ਰਿਕੋਗਨਾਈਜ਼ ਹੋ ਚੁੱਕਾ ਹੈ। ਭਾਰਤ ਦੀ ਇੱਕ ਪ੍ਰਾਪਤੀ ਮੈਂ ਇਸ ਨੂੰ ਸਮਝਦਾ ਕਿ ਭਾਰਤ ਦਾ ਆਪਣਾ ਸਿਸਟਮ ਸੀ ਤੇ ਸਾਰੀ ਦੁਨੀਆ ਇਹਨੂੰ ਮੰਨ ਰਹੀ ਹੈ। ਪਰ ਅਸੀਂ ਕਿਸ ਕੰਮ ਲਈ ਹੈ? ਅਸੀਂ ਤੇ ਵੋਟਾਂ ਦੇ ਕੰਮ ਲਈ ਤੇ ਸਟੇਜਾਂ ਲਾ ਕੇ ਫੰਕਸ਼ਨ ਕਰਵਾ ਕੇ, ਸਟੇਜਾਂ ਤੇ ਚੜ੍ਹ ਕੇ ਫੋਟੋਆਂ ਕਰਵਾ ਕੇ ਕਿ ਫਲਾਨਾ ਆਗੂ ਵੀ ਯੋਗਾ ਕਰ ਰਿਹਾ ਹੈ, ਮਨੋਹਰ ਲਾਲ ਖੱਟਰ ਜੀ ਵੀ ਕਰ ਰਹੇ ਨੇ ਸਾਡੇ, ਜਿਨ੍ਹਾਂ ਨੇ ਕਦੇ ਯੋਗਾ ਦਾ ਨਾਂ ਵੀ ਸਪੈਲਿੰਗ ਵੀ ਨਾ ਆਉਂਦੇ ਹੁਣ ਸ਼ਾਇਦ ਉਹ ਯੋਗਾ ਕਰਨ ਲੱਗ ਪਏ ਨੇ ਜੀ। ਸੋ ਇਸ ਤਰ੍ਹਾਂ ਇਹ ਜਿਹੜਾ ਹੈ ਸਾਰਾ ਪੋਲੀਟੀਸਾਈਜ਼ ਕੀਤਾ ਜਾ ਰਿਹਾ। ਪਰ ਇਹ ਚੰਗੀ ਗੱਲ ਹੈ ਕਿ ਟੀਕਾਕਰਨ ਜਿਹੜਾ ਉਹ ਤੇਜ਼ੀ ਨਾਲ ਚੱਲ ਰਿਹਾ ਜੀ। ਆਸ ਕਰਦੇ ਹਾਂ ਕਿ ਇਸ ਸਾਲ ਦੇ ਵਿੱਚ ਸਾਰੇ ਮੁਲਕ ਨੂੰ ਟੀਕੇ ਲਾ ਦੇਣਗੇ ਜਿੱਦਾਂ ਲੀਡਰ ਕਹਿ ਰਹੇ ਨੇ। ਤੇ ਜੇ ਅਸੀਂ ਗਵਾਂਢੀ ਮੁਲਕ ਦੀ ਗੱਲ ਕਰੀਏ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕੁਝ ਬੋਲ ਰਹੇ ਨੇ, ਉਹਨਾਂ ਨੇ ਕੀ ਕਿਹਾ ਜੀ? ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਿਹੜੇ ਨੇ, ਉਹਨਾਂ ਦੇ ਬਾਰੇ ਇਹ ਹੈ ਕਿ ਉਹਨਾਂ ਦੇ ਜਿਹੜੇ ਸੀ ਫੌਜ ਨਾਲ ਤੇ ਕੱਟੜਪੰਥੀ ਲੋਕਾਂ ਦੇ ਨਾਲ ਚੰਗੇ ਸੰਬੰਧ ਰਹੇ ਨੇ, ਪਹਿਲਾਂ ਵੀ ਮੁਸ਼ਰਫ ਦੇ ਦੌਰ ਵਿੱਚ ਵੀ, ਜ਼ਰਦਾਰੀ ਦੇ ਦੌਰ ਵਿੱਚ ਵੀ, ਯੂਸਫ ਰਜ਼ਾ ਗਿਲਾਨੀ ਦੇ ਦੌਰ ਵਿੱਚ ਵੀ, ਤੇ ਨਵਾਜ਼ ਸ਼ਰੀਫ ਦੇ ਦੌਰ ਵਿੱਚ ਵੀ ਜੀ। ਹੁਣ ਉਹ ਬੜੇ ਲੰਬੇ ਸਮੇਂ ਤੋਂ ਲੱਗੇ ਹੋਏ ਨੇ। ਤਹਿਰੀਕ ਇਨਸਾਫ ਪਾਰਟੀ ਜਿਹੜੀ ਹੈ ਇੱਕ ਦਿਨ ਵਿੱਚ ਨਹੀਂ ਖੜੀ ਹੋਈ ਜੀ। ਤਹਿਰੀਕ ਇਨਸਾਫ ਦੇ ਵਿੱਚ ਜਦੋਂ ਪਹਿਲੀ ਵਾਰੀ ਇਹਨਾਂ ਨੇ ਲਾਂਚ ਕੀਤੀ ਹੈ ਪਾਰਟੀ, ਤੇ 5-6 ਸੀਟਾਂ ਤੋਂ ਖੜੇ ਸਨ, ਸਾਰੀਆਂ ਹਾਰ ਗਏ ਸੀ ਇਮਰਾਨ ਖਾਨ, ਇੱਕ ਵੀ ਸੀਟ ਨਹੀਂ ਸੀ ਮਿਲੀ। ਅੱਜ ਪ੍ਰਧਾਨ ਮੰਤਰੀ ਨੇ ਤੇ ਪਰ ਇਹ ਉੱਥੇ ਜਿਵੇਂ ਨਵਜੋਤ ਸਿੱਧੂ ਲਫ਼ਜ਼ ਵਰਤੇ ਨੇ ਕਿ ਸਿਸਟਮ, ਬਿਲਕੁਲ ਉੱਥੇ ਸਟੈਬਲਿਸ਼ਮੈਂਟ ਕਹਿੰਦੇ ਨੇ। ਹੁਣ ਫੌਜ ਨੂੰ ਸਟੈਬਲਿਸ਼ਮੈਂਟ ਦੇ ਨਾਲ ਜੋੜਿਆ ਜਾਂਦਾ ਹੈ ਕਿ ਫੌਜ ਨੇ ਚੁੱਕ ਕੇ ਜਿਹੜਾ ਸੀ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਠਾ ਦਿੱਤਾ ਜੀ। ਪਾਕਿਸਤਾਨ ਦੇ ਵਿੱਚ ਜੇ ਤੁਸੀਂ ਬਣੇ ਰਹਿਣਾ ਆਪਣੀ ਕੁਰਸੀ ਤੇ ਗਾਂ ਵੀ ਵੋਟਾਂ ਲੈਣੀਆਂ ਨੇ, ਤੇ ਤੁਹਾਨੂੰ ਇੱਕ ਕੰਮ ਪੱਕੇ ਤੌਰ ਤੇ ਕਰਨਾ ਪੈਂਦਾ ਕਿ ਤੁਹਾਨੂੰ ਕਸ਼ਮੀਰ ਦੀ ਗੱਲ ਜਿਹੜੀ ਆ ਵਾਰ-ਵਾਰ ਕਰਨੀ ਪੈਂਦੀ ਹੈ। ਸੋ ਉਹ ਕਰਨ ਤੋਂ ਭੁੱਲਦੇ ਨਹੀਂ। ਜੋ ਬਾਈਡਨ ਤੋਂ ਬੜੇ ਨਾਰਾਜ਼ ਨੇ ਕਿ ਤੁਸੀਂ ਅੱਜ ਤੱਕ ਕਸ਼ਮੀਰ ਦੀ ਗੱਲ ਕਿਉਂ ਨਾ ਕੀਤੀ। ਹਾਲਾਂਕਿ ਆਪਣੇ ਹਾਲਾਤ ਉਹਨਾਂ ਦੇ ਜਿਵੇਂ ਮਰਜ਼ੀ ਹੋਣ। ਹੁਣ ਇਮਰਾਨ ਖਾਨ ਜਿਹੜੇ ਨੇ ਆਪਣੇ ਖੇਡ ਦੇ ਸਮੇਂ ਦੇ ਦੌਰਾਨ, ਮੈਂ ਗੱਲ ਜਿਹੜੀ ਹੋਈ ਹੈ ਮੈਂ ਉਧਰੋਂ ਲੈ ਕੇ ਚੱਲਾਂ, ਪਲੇ ਬॉय ਦੇ ਤੌਰ ਤੇ ਇਹਨਾਂ ਨੂੰ ਜਿਹੜਾ ਸੀ ਨਾਮ ਨਾਲ ਜਾਣਿਆ ਜਾਂਦਾ ਸੀ ਕਿ ਜਿਵੇਂ ਸੁਨੱਖੇ ਵੀ ਸਨ ਦੇ ਚੰਗੇ ਕਪਤਾਨ ਸਨ। ਤੇ ਜਦੋਂ ਰਿਟਾਇਰਮੈਂਟ ਹੋਈ ਹੈ ਤੇ ਫਿਰ ਉਸ ਤੋਂ ਕੁਝ ਸਾਲਾਂ ਬਾਅਦ ਜਦੋਂ ਇਹਨਾਂ ਦੀ ਉਮਰ ਤਕਰੀਬਨ 44 ਈਅਰ ਸੀ ਤੇ ਆਪਣੇ ਤੋਂ ਅੱਧੀ ਉਮਰ ਦੀ ਲੜਕੀ ਨਾਲ ਇਹਨਾਂ ਨੇ ਵਿਆਹ ਕੀਤਾ ਜੀ। ਉਹ ਇੱਕ ਹੀਰਿਆਂ ਦੇ ਵਪਾਰੀ ਇੰਗਲੈਂਡ ਦੇ ਜਮਾਈਮਾ ਗੋਲਡਸਮਿਥ, ਉਹਨਾਂ ਦੀ ਬੇਟੀ, ਜਿਹੜੇ ਹੀਰਿਆਂ ਦੇ ਵਪਾਰੀ ਸਨ ਉਹਨਾਂ ਦੀ ਬੇਟੀ ਸੀ ਜਮਾਈਮਾ ਗੋਲਡਸਮਿਥ, ਉਸ ਨਾਲ ਵਿਆਹ ਹੋਇਆ ਤੇ ਉਸ ਪਾਕਿਸਤਾਨ ਆ ਕੇ ਰਹਿਣ ਲੱਗ ਪਈ। ਹੁਣ ਜਿਹੜਾ ਅੱਜ ਬਿਆਨ ਦਿੱਤਾ ਹੈ ਕੱਲ ਇਮਰਾਨ ਖਾਨ ਨੇ, ਉਸ ਵਿੱਚ ਉਹਨਾਂ ਨੇ ਕਿਸੇ ਨੂੰ ਇੰਟਰਵਿਊ ਦੇ ਦੌਰਾਨ ਇਹ ਗੱਲਾਂ ਆਖੀਆਂ ਨੇ ਕਿ ਜਿਹੜੇ ਇਹ ਰੇਪ ਦੇ ਕੇਸ ਹੁੰਦੇ ਨੇ ਜਾਂ ਹਿੰਸਾ ਦੇ ਜਾਂ ਯੌਨ ਸ਼ੋਸ਼ਣ ਦੇ ਕੇਸ ਹੁੰਦੇ ਨੇ, ਇਸ ਦੇ ਵਿੱਚ ਔਰਤਾਂ ਦੇ ਕੱਪੜੇ ਵੀ ਜ਼ਿੰਮੇਵਾਰ ਨੇ। ਉਹਨਾਂ ਨੇ ਕਿਹਾ ਕਿ ਆਦਮੀ ਜਿਹੜਾ ਹੈ, ਬੰਦਾ ਹੈ,
ਇਹ ਰਿਪੋਰਟ ਨਹੀਂ ਹੈ, ਇਨਸਾਨ ਹੈ। ਜੀ ਇਹ ਸਮਾਜਿਕ ਸਿਸਟਮ ਜਿਹੜਾ ਬਣਿਆ ਹੋਇਆ ਉਸ ਨੂੰ ਸਮਝਣਾ ਚਾਹੀਦਾ। ਹੁਣ ਸਮਾਜਿਕ ਸਿਸਟਮ ਕਿਹੜੇ ਦੀ ਉਹ ਗੱਲ ਕਰ ਰਹੇ ਨੇ, ਜੀ ਪਤਾ ਨਹੀਂ ਕਿਹੜੇ ਰੂੜੀਵਾਦੀ ਸਮਾਜ ਦੀ ਗੱਲ ਕਰ ਰਹੇ ਨੇ, ਕਿਉਂਕਿ ਬਹੁਤਾ ਉਹਨਾਂ ਦੀ ਇਹਨਾਂ ਬਿਆਨਾਂ ਤੇ ਆਪਣੇ ਦੇਸ਼ 'ਚ ਹੋ ਰਹੀ ਹੈ। ਜੀ ਰੇਪ ਦੇ ਕੇਸ ਦੇ ਵਿੱਚ ਵਿਕਟਿਮ ਨੂੰ ਹੀ ਵਿਕਟਿਮਾਈਜ਼ ਕਰਨ ਵਾਲੀ ਗੱਲ ਉਹਨਾਂ ਨੇ ਕੀਤੀ ਹੈ ਕਿ ਔਰਤਾਂ ਦਾ ਪਹਿਰਾਵਾ, ਕੱਪੜੇ ਪਹਿਨਣ ਦਾ ਤਰੀਕਾ ਤੇ ਹੋਰ ਤਰ੍ਹਾਂ ਦਾ ਵਿਚਰਨ ਦੇ ਜਿਹੜੀਆਂ ਗੱਲਾਂ ਨੇ ਉਹਨਾਂ ਕਰਕੇ ਹੀ ਇਹੋ ਜਿਹੇ ਕੇਸਾਂ ਵਿੱਚ ਬੰਦਿਆਂ ਦੀ ਸੋਚ ਬਦਲਦੀ ਹੈ। ਜੀ ਇਹ ਥਿਊਰੀ ਉਹਨਾਂ ਨੇ ਪਤਾ ਨਹੀਂ ਕਿੱਥੋਂ ਕੱਢੀ ਹੈ। ਜੀ ਹੁਣ ਜੇ ਉਹਨਾਂ ਦੇ ਆਪਣੇ ਸਮਾਜ ਦੀ ਵੀ ਗੱਲ ਕਰੀਏ ਤੇ ਉਹ ਖੇਡ ਜੀਵਨ ਦੇ ਦੌਰਾਨ ਤੇ ਉਸ ਤੋਂ ਬਾਅਦ ਵੀ ਪਰਸਨਲ ਲਾਈਫ ਦੇ ਵਿੱਚ ਉਹਨਾਂ ਦਾ ਵਿਹਾਰ ਕਿਸ ਤਰ੍ਹਾਂ ਦਾ ਰਿਹਾ, ਜੀ ਉਹਨਾਂ ਨੇ ਹੋਰ ਵੀ ਗੱਲਾਂ ਕੀਤੀਆਂ ਨੇ। ਉਹਨਾਂ ਕਿਹਾ ਕਿ ਇਹ ਸਾਡਾ ਪੱਛਮੀ ਸੱਭਿਅਤਾ ਨਾਲ ਸਾਡਾ ਮੇਲ ਨਹੀਂ, ਜੀ ਉੱਥੇ ਤੇ ਡਾਂਸ ਬਾਰ ਹਨ, ਉੱਥੇ ਤੇ ਆਪਣੇ ਡਰਿੰਕਿੰਗ ਬਾਰਸ ਹਨ, ਡਾਂਸ ਦੇ ਜਿਹੜੇ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਸੀ ਕੋਈ ਇਸ ਤਰ੍ਹਾਂ ਦੇ ਸੰਸਥਾਨ ਹੁੰਦੇ ਨੇ ਜਿਹੜੇ ਡਿਸਕੋ ਬਾਰਸ ਲਫ਼ਜ਼ ਉਹਨਾਂ ਨੇ ਵਰਤਿਆ, ਜੀ ਤੇ ਜਿੱਥੇ ਜਿਹੜੇ ਨੇ ਹੋਰ ਕਈ ਕਿਸਮ ਦੇ ਕੰਮ ਹੁੰਦੇ ਜਿਹੜੇ ਸਾਡੇ ਸਮਾਜ ਵਿੱਚ ਪ੍ਰਵਾਨਿਤ ਨਹੀਂ। ਇਹ ਪਾਕਿਸਤਾਨ ਹੈ ਤੇ ਇੱਥੇ ਦਾ ਆਪਣਾ ਸੱਭਿਆਚਾਰ ਹੈ। ਜੀ ਜੇ ਠੀਕ ਹੈ ਤੁਹਾਡੇ ਇਸਲਾਮਿਕ ਕੰਟਰੀ ਹੈ, ਡਾਂਸ ਬਾਰ ਨਹੀਂ ਹੈ, ਪਰ ਹੀਰਾ ਮੰਡੀ ਕਿੱਥੇ ਹੈ? ਬਿਲਕੁਲ ਉਹ ਤੇ ਉੱਥੇ ਹੀ ਹੈ ਨਾ, ਜੀ ਤੇ ਤੁਸੀਂ ਉਸ ਵੱਲ ਵੀ ਧਿਆਨ ਕਰੋ। ਇਹ ਸਾਰੀਆਂ ਗੱਲਾਂ ਵੱਲ ਉਹਨਾਂ ਨੂੰ ਝਾਤੀ ਮਾਰਨੀ ਚਾਹੀਦੀ ਸੀ ਗੱਲਾਂ ਕਰਨ ਤੋਂ ਪਹਿਲਾਂ। ਖੈਰ ਉਹ ਉਹਨਾਂ ਦੀ ਜਿਹੜੀ ਗੱਲ ਹੈ ਕਿ ਉਹਨਾਂ ਦੀ ਯਾਰੀ ਜਿਹੜੀ ਹੈ ਐਸਟੈਬਲਿਸ਼ਮੈਂਟ ਦੇ ਨਾਲ ਜਿਹੜੀ ਆ ਅੰਦਰ ਖਾਤੇ ਲੋਕ ਕਹਿ ਦਿੰਦੇ ਨੇ, ਕਈ ਲੋਕ ਤੇ ਉਹਨਾਂ ਨੂੰ ਤਾਲਿਬਾਨ ਖਾਨ ਵੀ ਜਿਹੜਾ ਸੀ ਦਾ ਖਿਤਾਬ ਦਿੰਦੇ ਸੀ। ਜੀ ਹਾਲਾਂਕਿ ਉਹ ਆਪਣੇ ਦੇਸ਼ ਦੇ ਵਿੱਚ ਕਰਪਸ਼ਨ ਨਾਲ ਇਸ ਵੇਲੇ ਲੜ ਰਹੇ ਨੇ, ਉੱਥੇ ਤੱਕ ਆਪਣੇ ਆਪ ਨੂੰ ਸੀਮਿਤ ਰੱਖਣ ਤੇ ਜ਼ਿਆਦਾ ਬਿਹਤਰ ਗੱਲ ਹੈ। ਇਸ ਮੁੱਦੇ ਤੇ ਐਜ਼ ਐਨ ਐਕਸਪਰਟ ਬਣ ਕੇ ਜੇ ਕੋਈ ਗੱਲ ਕਰਦੇ ਨੇ ਤੇ ਵਿਦਆਊਟ ਐਨੀ ਪ੍ਰੂਫ ਤੇ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ। ਇੰਜ ਲੱਗਦਾ ਹੈ ਕਿ ਉਹ ਦੋ ਧਿਰਾਂ ਨੇ ਉੱਥੇ, ਇੱਕ ਐਸਟੈਬਲਿਸ਼ਮੈਂਟ ਤੇ ਇੱਕ ਨੂੰ ਫਿਰ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਉਹ ਜਿਹੜੀ ਕੱਟੜਪੰਥੀ ਧਿਰ ਆ ਉਹਨਾਂ ਨੂੰ ਖੁਸ਼ ਕਰਨ ਲਈ ਉਹਨਾਂ ਨੇ ਇਹੋ ਜਿਹੀ ਗੱਲ ਕੀਤੀ ਹੋਵੇ। ਤੇ ਤੁਸੀਂ ਜਿਹੜੀ ਗੱਲ ਕੀਤੀ ਉਹਨਾਂ ਨੇ ਕਿੱਥੋਂ ਲੱਭੀ ਆ? ਹੋ ਸਕਦਾ ਇੱਥੇ ਵਾਲਾ ਹਿੰਦੂਇਜ਼ਮ ਦੇਖ ਕੇ ਉੱਥੇ ਵਾਲਾ ਕੋਈ ਨਵਾਂ ਮੁਸਲਿਜ਼ਮ ਬਣਾਉਣਾ ਚਾਹੁੰਦੇ ਹੋਣ। ਖੈਰ ਉਹਨਾਂ ਦੀ ਜੇ ਆਪਾਂ ਗੱਲ ਕਰੀਏ ਦੇਸ਼ ਦੀ ਜਿਹੜੀ ਉਤਪਤੀ ਆ ਪਾਕਿਸਤਾਨ ਦੀ, ਜੀ ਇੱਕ ਇਸਲਾਮਿਕ ਕੰਟਰੀ ਦੇ ਤੌਰ ਤੇ ਆਪਣਾ ਦਾ ਸਿਸਟਮ ਉਹਨਾਂ ਦਾ ਹੋਣਾ ਚਾਹੀਦਾ। ਪਰ ਦੂਸਰੇ ਪਾਸੇ ਦੁਨੀਆ ਨਾਲ ਤੁਸੀਂ ਇੱਕ ਖਾਸ ਕਿਸਮ ਦਾ ਮੇਲ ਵੀ ਰੱਖਦੇ ਹੋ ਤੇ ਫਿਰ ਆਪਣੇ ਆਪ ਨੂੰ ਉਸ ਤੋਂ ਅਲੱਗ ਨਹੀਂ ਆਪਣੇ ਆਪ ਨੂੰ ਰੱਖ ਸਕਦੇ। ਕੁਛ ਤੇ ਚੱਲਣਾ ਪਏਗਾ ਦੁਨੀਆ ਦੇ ਨਾਲ। ਬਿਲਕੁਲ ਕੁਲਦੀਪ ਜੀ, ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ, ਆਪਾਂ ਚੰਗੀ ਚਰਚਾ ਕੀਤੀ। ਕਿਹੋ ਜਿਹਾ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਿਚਾਰ ਚਰਚਾ? ਸਾਨੂੰ ਜ਼ਰੂਰ ਦੱਸਿਓ ਤੇ ਮਿਲਦੇ ਹਾਂ ਅਗਲੀ ਵਾਰ ਇੱਕ ਵਾਰ ਫਿਰ ਨਵੇਂ ਮੁੱਦਿਆਂ ਦੇ ਨਾਲ ਨਵੇਂ ਪ੍ਰੋਗਰਾਮ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।